ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ। ਸਮੂਹ ਸੰਗਤਾਂ ਈ ਦੀਵਾਨ 'ਚ ਜੋ ਜੁੜੀਆਂ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਜੀ। ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ। ਅੱਜ ਦਾ ਸਾਡਾ ਜਿਹੜਾ ਈ ਦੀਵਾਨ ਸਮਾਗਮ ਹੈ ਜੀ, ਸਾਡਾ ਜੂਨ 1984 ਦੇ ਘੱਲੂ ਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ। ਜੂਨ 1984 ਦਰਬਾਰ ਸਾਹਿਬ ਤੇ ਹਮਲਾ ਉਹ ਇਕੱਲਾ ਮੇਰਾ ਹੀ ਦਰਦ ਨਹੀਂ ਗਾ, ਉਹ ਹਰ ਸਿੱਖ ਦਾ ਦਰਦ ਆ, ਹਰ ਸਿੱਖ ਦਾ ਦੁਖਾਂਤ ਆ। ਜਿੱਥੇ ਵੀ ਕਿਤੇ ਉਹ ਵੱਸਦਾ ਆ ਉਹਦੇ ਅੰਦਰ ਇਹ ਚੀਜ਼, ਇਹ ਪੀੜ ਉੱਠਦੀ ਹੈ। ਅਸੀਂ ਜੰਮੇ ਹੀ ਉਦੋਂ ਆ ਜਦੋਂ 84 ਹੋਣ ਨੂੰ ਆਈ ਸੀ, ਜਦੋਂ ਘਟ ਗਈ ਪਰ ਕਦੀ ਸੁਰਤ ਚੋਂ ਨਹੀਂ ਗਈ। ਹੋਸ਼ ਆਉਣ ਲੱਗੀ ਤੇ ਆਲੇ ਦੁਆਲੇ 84 ਸੀ। ਪਿੰਡਾਂ ਦੇ ਮੋੜਾਂ ਤੇ, ਗਰਾਊਂਡਾਂ 'ਚ, ਅਖਬਾਰਾਂ ਦੀਆਂ ਖਬਰਾਂ, ਲੋਕਾਂ ਦੀਆਂ ਜ਼ੁਬਾਨਾਂ, ਸਕੂਲਾਂ ਕਾਲਜਾਂ ਦੀਆਂ ਫਜ਼ਾਵਾਂ 'ਚ 84 ਸੀ। ਅਸੀਂ ਬਾਹਰ ਵੇਖਿਆ 84 ਸੀ, ਅਸੀਂ ਘਰ ਆਏ 84 ਦੀ ਸੀ। ਮੇਲਿਆਂ 'ਚ, ਪਿੰਡਾਂ ਦੇ ਵਿੱਚ 84 ਹੀ ਸਾਡਾ ਜ਼ਖਮ ਬਣ ਗਈ। ਦਿਨ ਚੜ੍ਹਦਾ 84 ਨਾਲ, ਰਾਤ ਪੈਂਦੀ 84 ਨਾਲ। ਅਸੀਂ 84 ਦੇ ਸੰਤਾਪੇ ਤੇ 84 ਹੰਢਾ ਰਹੇ ਹਾਂ। ਇਹ ਇੱਕ ਮਹਿਜ ਘਟਨਾ ਨਹੀਂ, ਬੰਦਾ ਹੋਰ ਪਾਸੇ ਗੱਲ ਕਰ ਲਵੇ, ਲਾ ਲਵੇ, ਭੁੱਲ ਜਾਵੇ, ਪਰ 84 ਜਿਹੜੀ ਆ ਉਹ ਸਾਡੇ ਜੀਵਨ ਦਾ ਇੱਕ ਅਨਖਿੜਵਾਂ ਅੰਗ ਬਣ ਗਈ ਆ। 84 ਮਹਿਜ ਇੱਕ ਸਾਲ ਹੀ ਨਹੀਂ, 84 ਇੱਕ ਫੌਜੀ ਆਪਰੇਸ਼ਨ ਹੀ ਨਹੀਂ, ਇਹ ਉਸ ਤੋਂ ਵੀ ਕਿਤੇ ਵੱਧ ਵਿਸ਼ਾਲ ਦਰਦਨਾਕ ਹਾਦਸਾ, ਦਰਦਨਾਕ ਕਤਲੇਆਮ ਹੈ ਜਿਹੜਾ ਸਾਡੇ ਨਾਲ ਹੋਇਆ। 84 ਦੀ ਪੀੜ ਅਸੀਂ ਆਪਣੇ ਜ਼ਿੰਦਗੀ ਦੇ ਵਿੱਚੋਂ ਕਦੀ ਵੀ ਮਨਫੀ ਨਹੀਂ ਕਰ ਸਕਦੇ। ਇਸ ਦੇ ਉੱਤੇ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ, ਸਾਰੀ ਜ਼ਿੰਦਗੀ ਅਸਲ 'ਚ ਲਿਖਦੇ ਰਹੀਏ ਤੇ ਤਾਂ ਵੀ ਇਹ ਦਰਦ ਜਿਹੜਾ ਆ ਇਹ ਸਾਡਾ ਮਨਫੀ ਨਹੀਂ ਹੋ ਸਕਦਾ। ਪੰਜਾਬ ਜਿਹੜਾ ਆ ਜੀਂਦਾ ਹੀ ਗੁਰਾਂ ਦੇ ਨਾਂ ਤੇ ਸੀ ਤੇ ਜੀਂਦਾ ਅੱਜ ਵੀ ਗੁਰਾਂ ਦੇ ਨਾਂ ਤੇ ਹੀ ਆ। ਪੰਜਾਬ ਤੇ ਖਾਲਸਾ ਜੀ, ਵੇਖੋ ਪੰਜਾਬ ਦੇ ਉੱਤੇ ਅਬਦਾਲੀਆਂ ਨੇ ਵੀ ਹਮਲੇ ਕੀਤੇ ਨੇ, ਉਹ ਪਰ ਵੇਖੋ ਭਾਰਤ ਦਾ, ਮਨੁੱਖਤਾ ਦਾ ਦੁਸ਼ਮਣ ਸੀਗਾ। ਪਰ ਕਿਉਂਕਿ ਪੰਜਾਬ ਤੇ ਖਾਲਸਾ ਹੀ ਉਹਨਾਂ ਦੇ ਰਾਹ ਵਿੱਚ ਰੁਕਾਵਟ ਬਣਦੇ ਸੀਗੇ, ਉਹ ਭਾਰਤ ਤੇ ਕਬਜ਼ਾ ਕਰਨਾ ਚਾਹੁੰਦੇ ਸੀ। ਉਹ ਧਾੜਵੀ ਸੀਗੇ, ਉਹਨਾਂ ਦੀ ਗੱਲ ਸਮਝ ਆਉਂਦੀ ਸੀ। ਉਹਨਾਂ ਨੂੰ ਸਿੱਖ ਜਰਨੈਲਾਂ, ਜਰਨੈਲ ਹਰੀ ਸਿੰਘ ਨਲੂਏ ਤੇ ਹੋਰ ਬੜਿਆਂ ਯੋਧਿਆਂ ਨੇ ਰੋਕਿਆ ਸੀ। ਪਰ ਇਹ ਹਮਲਾ ਭਾਰਤ ਦੀ ਆਪਣੀ ਸਰਕਾਰ ਵੱਲੋਂ ਆਪਣੀ ਸਟੇਟ ਦੇ ਵਿੱਚ ਵਸਦੇ ਇੱਕ ਘੱਟ ਗਿਣਤੀ ਦੇ ਧਰਮ ਸਥਾਨ ਤੇ ਕੀਤਾ ਗਿਆ ਹਮਲਾ ਸੀ, ਜਿਹੜਾ ਕਿ ਕਦੇ ਵੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਸੀ ਕੀਤਾ ਜਾ ਸਕਦਾ। ਇਹ ਸਾਡੇ ਲੋਕਾਂ ਦੇ ਲਈ ਜ਼ਿੰਦਗੀ ਭਰ ਦਾ ਦੁਖਾਂਤ ਬਣਿਆ ਹੈ ਤੇ ਬਣਿਆ ਰਹੇਗਾ। ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਜੀ। ਸੋ ਮੇਰੀ ਬੇਨਤੀ ਹੈ ਜੀ, ਆਪਾਂ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਇੰਡੀਆ ਤੋਂ ਹੀ ਸਾਡੇ ਨਾਲ ਜੁੜੇ ਨੇ ਜੀ ਬ੍ਰਿਜਮਿੰਦਰ ਕੌਰ ਜੀ, ਤੇ ਮੇਰੀ ਬੇਨਤੀ ਹੈ ਉਹਨਾਂ ਨੂੰ ਹਮੇਸ਼ਾ ਦੀ ਤਰ੍ਹਾਂ ਉਹ ਪ੍ਰੋਗਰਾਮ ਨੂੰ ਸ਼ੁਰੂ ਕਰਨ ਜੀ। ਸਭ ਤੋਂ ਪਹਿਲਾਂ ਸ਼ਬਦ ਦੀ ਹਾਜ਼ਰੀ ਉਹ ਲਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਅੱਜ ਅਸੀਂ ਸ਼ਹੀਦਾਂ ਦੀ ਯਾਦ ਵਿੱਚ ਇਸ ਪ੍ਰੋਗਰਾਮ ਵਿੱਚ ਜੁੜੇ ਹਾਂ ਤੇ ਸਾਡੀ ਤੁਰਕੀ ਬਾਣੀ ਜਿਹੜੀ ਜੋ ਕਿ ਗਿਆਨ ਦਾ ਸਾਗਰ ਹੈ, ਸਾਨੂੰ ਹਰ ਪਰਿਸਥਿਤੀ ਵਿੱਚ, ਭਾਵੇਂ ਅਸੀਂ ਸੁੱਖ ਵਿੱਚ ਹਾਂ ਜਾਂ ਦੁੱਖ ਵਿੱਚ ਹਾਂ, ਸਚੇਤ ਕਰਕੇ ਸਾਨੂੰ ਸੱਚ ਦੀ ਰਾਹ ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ। ਤੇ ਮੇਰੀ ਇੱਕ ਨਿਮਾਣੀ ਜੀ ਕੋਸ਼ਿਸ਼ ਹੈ ਜੀ ਕਿ ਅੱਜ ਇਸ ਅਨਹਦ ਬਾਣੀ ਨੂੰ ਨਤਮਸਤਕ ਹੋ ਕੇ ਅਸੀਂ ਆਪਣਾ ਪ੍ਰੋਗਰਾਮ ਅੱਗੇ ਸ਼ੁਰੂ ਕਰਾਂਗੇ ਜੀ। ਜੁਗੋ ਜੁਗ ਅਟਲ ਇਹ ਜੋਤ ਸੱਚੀ ਸਦਾ ਰਹੀ ਤੇ ਰਹੇਗੀ ਗੁਰੂਆਂ ਤੇ ਭਗਤਾਂ ਦੀ ਬਾਣੀ। ਜੁਗੋ ਜੁਗ ਅਟਲ ਇਹ ਜੋਤ ਸੱਚੀ ਸਦਾ ਰਹੀ ਤੇ ਰਹੇਗੀ ਗੁਰੂਆਂ ਤੇ ਭਗਤਾਂ ਦੀ ਬਾਣੀ। ਸਾਰੀ ਮਨੁੱਖਤਾ ਤੇ ਸਰਬੱਤ ਦਾ ਭਲਾ ਮੰਗਦੀ ਇਹ ਪਵਿੱਤਰ ਬਾਣੀ। ਸਾਰੀ ਮਨੁੱਖਤਾ ਤੇ ਸਰਬੱਤ ਦਾ ਭਲਾ ਮੰਗਦੀ ਇਹ ਪਵਿੱਤਰ ਬਾਣੀ। ਤਨ ਮਨ ਦੇ ਰੋਗਾਂ ਨੂੰ ਦੂਰ ਕਰ ਸਾਰੇ ਸੰਸਾਰ ਨੂੰ ਦੇਂਦੀ ਰੋਸ਼ਨੀ ਇਹ ਤੁਰਕੀ ਬਾਣੀ।
ਨਾਮ ਜਪੋ ਕਿਰਤ ਕਰੋ ਵੰਡ ਛਕੋ ਤੇ ਸਾਡੇ ਵਿਚਾਰਾਂ ਤੋਂ ਮਹਿਕ ਆਵੇ ਐਸਾ ਪ੍ਰਚਾਰ ਕਰਦੀ ਇਹ ਨਿਰਮਲ ਬਾਣੀ। ਨਾਮ ਜਪੋ ਕਿਰਤ ਕਰੋ ਵੰਡ ਛਕੋ ਤੇ ਸਾਡੇ ਵਿਚਾਰਾਂ ਤੋਂ ਮਹਿਕ ਆਵੇ ਐਸਾ ਪ੍ਰਚਾਰ ਕਰਦੀ ਇਹ ਨਿਰਮਲ ਬਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੀ। ਭੈਣ ਜੀਓ, ਮੇਰੀ ਬੇਨਤੀ ਹੈ ਜੀ, ਕਿਉਂਕਿ ਅਸੀਂ ਸਭ ਤੋਂ ਪਹਿਲਾਂ ਇੰਡੀਆ ਤੋਂ ਹੀ ਜਿਹੜੇ ਸਾਡੇ ਨਾਲ ਬੁਲਾਰੇ ਜੁੜੇ ਨੇ ਉਹਨਾਂ ਨੂੰ ਹੀ ਟਾਈਮ ਦੇਣ ਦੀ ਕੋਸ਼ਿਸ਼ ਕਰਾਂਗੇ। ਤੇ ਦੂਸਰੀ ਬੇਨਤੀ ਇਹ ਹੈ ਕਿ ਜਿਹੜੇ ਬੱਚੇ ਸਾਡੇ ਟੋਰਾਂਟੋ ਤੋਂ, ਕੈਲਗਰੀ ਤੋਂ ਜਿਨ੍ਹਾਂ ਨੇ ਕੀਰਤਨ ਸ਼ਬਦ ਦੀ ਹਾਜ਼ਰੀ ਭਰਨੀ ਹੈ, ਉਹਨਾਂ ਨੂੰ ਬੇਨਤੀ ਹੈ ਕਿ ਅੱਜ ਤੁਹਾਡਾ ਜਿਹੜਾ ਕੀਰਤਨ ਸਮਾਗਮ ਹੈ ਉਹ ਕਵੀ ਦਰਬਾਰ ਤੋਂ ਬਾਅਦ ਜਿਹੜਾ ਆ ਉਹ ਕੀਤਾ ਜਾਏਗਾ। ਸੋ ਮੇਰੀ ਬੇਨਤੀ ਹੈ ਜੀ, ਇੰਡੀਆ ਤੋਂ ਹੀ ਸਾਡੇ ਕੋਲ ਸਾਡੇ ਬਹੁਤ ਹੀ ਸਤਿਕਾਰਯੋਗ ਨੂਰ ਸਾਹਿਬ ਨੇ, ਕਰਮਜੀਤ ਸਿੰਘ ਜੀ ਨੂਰ, ਮੇਰੇ ਖਿਆਲ ਸਾਡੇ ਨਾਲ ਜੁੜ ਚੁੱਕੇ ਨੇ। ਡਾਕਟਰ ਹਰੀ ਸਿੰਘ ਜਾਚਕ। ਹਾਂਜੀ, ਸਭ ਤੋਂ ਪਹਿਲਾਂ ਜੀ ਮੇਰੀ ਬੇਨਤੀ ਹੈ ਜੀ ਕਰਮਜੀਤ ਸਿੰਘ ਜੀ ਨੂਰ ਸਾਹਿਬ ਨੂੰ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਨੂਰ ਸਾਹਿਬ ਹਮੇਸ਼ਾ ਹੀ ਸਾਡੇ ਪ੍ਰੋਗਰਾਮ ਦੀ ਸ਼ਾਨ, ਸਾਡੇ ਨਾਲ ਜੁੜਦੇ ਨੇ ਜੀ ਈਦਵਾਨ ਦੇ ਵਿੱਚ। ਆਪ ਜੀ ਨੂੰ ਜੀ ਆਇਆਂ ਨੂੰ ਜੀ, ਬਹੁਤ ਧੰਨਵਾਦ ਟਾਈਮ ਦੇਣ ਦੇ ਲਈ। ਧੰਨਵਾਦ ਜੀ। ਡਾਕਟਰ ਹਰੀ ਸਿੰਘ ਜਾਚਕ। ਹਾਂਜੀ ਵੀਰ ਜੀ। ਹਾਂਜੀ ਹਾਂਜੀ ਵੀਰ ਜੀ, ਸਾਰਿਆਂ ਨੂੰ ਜੀ ਆਇਆਂ ਜੀ। ਤੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਸੌਰੀ, ਮੇਰਾ ਲੌਗਇਨ ਨਹੀਂ ਸੀ ਹੋ ਰਿਹਾ ਤਾਂ ਮੈਂ 10 ਮਿੰਟ ਲੇਟ ਹੋ ਗਈ। ਤੇ ਸਾਰੇ ਕਵੀ ਜਿਹੜੇ ਸਾਡੇ ਛੋਟੇ ਜਿਹੇ ਸੱਦੇ ਤੇ ਪਹੁੰਚੇ ਆ, ਤੇ ਸਭ ਨੂੰ ਜੀ ਆਇਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਚਕ ਸਾਹਿਬ ਮੋਸਟ ਵੈਲਕਮ ਜੀ। ਤੇ ਜਿਹੜੇ ਆਪਣੇ ਬਾਕੀ ਮੈਂਬਰ ਸਾਰੇ ਜੁੜਦੇ ਰਹਿੰਦੇ ਆ, ਭੈਣ ਜੀ ਸੁਰਜੀਤ ਕੌਰ ਜੀ ਮੋਸਟ ਵੈਲਕਮ। ਸ਼ੁਕਰਗੁਜ਼ਾਰ ਸਿੰਘ ਸਾਡੇ ਨਾਲ ਜੁੜੇ ਜੰਡਿਆਲਾ ਗੁਰੂ ਅੰਮ੍ਰਿਤਸਰ ਤੋਂ, ਮੋਸਟ ਵੈਲਕਮ ਬੇਟੇ। ਤੇ ਆਪਾਂ ਫਿਰ ਵਾਰੀ ਜੀ ਸਾਰਿਆਂ ਨੂੰ ਸਮਾਂ ਦਿੰਨੇ ਆ। ਤੇ ਹਾਂਜੀ ਜਗਵੀਰ ਕੋਹਲੀ ਜੀ, ਮਾਫੀ ਚਾਹੁੰਦੀ ਆ ਇੰਟਰਪਸ਼ਨ ਲਈ। ਤੇ ਤੁਸੀਂ ਹਾਂਜੀ ਕਰਮਜੀਤ ਸਿੰਘ ਨੂਰ ਜੀ ਨੂੰ ਪੇਸ਼ ਕਰੋ ਜੀ। ਹਾਂਜੀ, ਬਹੁਤ ਧੰਨਵਾਦ ਜੀ ਆਪ ਜੀ। ਮੇਰੀ ਬੇਨਤੀ ਹੈ ਜੀ, ਮੈਂ ਆਪਣਾ ਉਹਨਾਂ ਨੂੰ ਪਹਿਲਾਂ ਹੀ ਬੇਨਤੀ ਕਰ ਚੁੱਕਾ ਹਾਂ ਨੂਰ ਸਾਹਿਬ ਨੂੰ, ਕਿ ਨੂਰ ਸਾਹਿਬ ਆਪਣੀ ਕਵਿਤਾ ਜਿਹੜੀ ਆ ਉਹ ਸੰਗਤਾਂ ਦੇ ਸਾਹਮਣੇ ਪੇਸ਼ ਕਰਨਗੇ ਜੀ। ਬਹੁਤ ਬਹੁਤ ਧੰਨਵਾਦ ਜੀ। ਅੱਜ ਦੇ ਇਸ ਈ ਦੀਵਾਨ ਵਿੱਚ ਜੁੜੀਆਂ ਸਾਰੀਆਂ ਗੁਰੂ ਕੀਆਂ ਪਿਆਰੀਆਂ ਦੁਲਾਰੀਆਂ ਸੰਗਤਾਂ ਨੂੰ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਬੜੇ ਸਤਿਕਾਰਯੋਗ ਸਾਥੀ ਕਵੀ ਡਾਕਟਰ ਹਰੀ ਸਿੰਘ ਜਾਚਕ ਜੀ, ਸੁਜਾਨ ਸਿੰਘ ਸੁਜਾਨ ਜੀ, ਸ਼ੁਕਰਗੁਜ਼ਾਰ ਜੀ, ਤੇ ਭੈਣ ਜੀ ਜਗਦੀਸ਼ ਕੌਰ ਗਰੇਵਾਲ ਜੀ, ਹੋਰ ਬਹੁਤ ਸਾਰੇ ਕਵੀ ਸੱਜਣ ਅੱਜ ਦੇ ਇਸ ਈ ਦੀਵਾਨ ਕਵੀ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਨੇ। ਅੱਜ ਦਾ ਇਹ ਕਵੀ ਦਰਬਾਰ ਉਚੇਚੇ ਤੌਰ ਤੇ ਜੋ ਮਹਾਨ ਸ਼ਹੀਦੀ ਦਿਹਾੜਾ ਘੱਲੂਘਾਰਾ ਦਿਵਸ 6 ਜੂਨ 84 ਨੂੰ ਸਮਰਪਿਤ ਹੈ। ਜੋ ਸਾਕਾ ਨੀਲਾ ਤਾਰਾ ਉਸ ਸਮੇਂ ਵਾਪਰਿਆ, ਉਹਦੇ ਸੰਬੰਧ ਵਿੱਚ ਹੀ ਅੱਜ ਇਸ ਕਵੀ ਦਰਬਾਰ ਵਿੱਚ ਸਾਰੇ ਕਵੀ ਆਪੋ ਆਪਣੀਆਂ ਕਵਿਤਾਵਾਂ ਆਪੋ ਆਪਣੇ ਤਰੀਕੇ ਨਾਲ ਉਸ ਵਿਸ਼ੇ ਦੇ ਸੰਬੰਧ ਵਿੱਚ ਪੇਸ਼ ਕਰਨਗੇ। तो सब तो पहला दास नूं हुक्म होया कवि दरबार का आगाज करा। तो अर्ज कर रहा हाँ, चंद शेर नजर करांगा। जाचक जी नूर साहब बहुत वधिया करो शुरुआत। अर्ज कर रहा जी कि जिन्हां लई तू वारिया परिवार बाजां वालिया, आ वेख आ कि उन्हां दा किरदार बाजां वालिया। सुजान जी एक शेर तो रचना शुरू कर रहा। जिन्हां लई तू वारिया परिवार बाजां वालिया, आ वेख आ कि उन्हां दा किरदार बाजां वालिया। नूर उन्हां कुर्सियां लई वेचियां सरदारियां, तू जिन्हां सरदारां दा सैं सरदार बाजां वालिया। बहुत बहुत
ਕਵਿਤਾ ਦੇ ਕੁਝ ਬੰਦ ਅਰਜ਼ ਕਰ ਰਹੇ ਹਾਂ। ਨਜ਼ਮ ਦਾ ਅਨੁਮਾਨ ਹੈ ਤੀਜਾ ਘੱਲੂਘਾਰਾ। ਅਰਜ਼ ਕਰਦਾ ਸ਼ੁਕਰਗੁਜ਼ਾਰ ਜੀ। ਸਿੱਖ ਕੌਮ ਤਾਂ ਜਦੋਂ ਦੀ ਹੋਈ ਪੈਦਾ ਘੱਲੂਘਾਰਿਆਂ ਵਿੱਚੋਂ ਹੀ ਲੰਘਦੀ ਰਹੀ। ਵਾਹ ਜੀ ਵਾਹ। ਸਿੱਖ ਕੌਮ ਤਾਂ ਜਦੋਂ ਦੀ ਹੋਈ ਪੈਦਾ ਘੱਲੂਘਾਰਿਆਂ ਵਿੱਚੋਂ ਹੀ ਲੰਘਦੀ ਰਹੀ। ਦਿੱਲੀ ਤਖਤ ਤੇ ਜਿਹੜੀ ਸਰਕਾਰ ਬੈਠੀ ਹੱਥ ਸਿੱਖਾਂ ਦੇ ਖੂਨ ਨਾਲ ਰੰਗਦੀ ਰਹੀ। ਮੁਗਲਾਂ ਗੋਰਿਆਂ ਸਮਿਆਂ ਦੇ ਹਾਕਮਾਂ ਦੀ ਸਭ ਦੀ ਸੋਚਣੀ ਇੱਕੋ ਹੀ ਢੰਗ ਦੀ ਰਹੀ। ਨਹੀਂ ਕਿਸੇ ਤੋਂ ਭਲੇ ਦੀ ਆਸ, ਫਿਰ ਵੀ ਇਹ ਕੌਮ ਭਲਾ ਸਰਬੱਤ ਦਾ ਮੰਗਦੀ ਰਹੀ। ਵਾਹ ਜੀ ਵਾਹ। ਵਾਹ ਜੀ ਵਾਹ। ਮੁਗਲਾਂ ਗੋਰਿਆਂ ਸਮਿਆਂ ਦੇ ਹਾਕਮਾਂ ਦੀ ਸਭ ਦੀ ਸੋਚਣੀ ਇੱਕੋ ਹੀ ਢੰਗ ਦੀ ਰਹੀ। ਬਈ ਨਹੀਂ ਕਿਸੇ ਤੋਂ ਭਲੇ ਦੀ ਆਸ, ਫਿਰ ਵੀ ਇਹ ਕੌਮ ਸਦਾ ਸਰਬੱਤ ਭਲਾ ਸਰਬੱਤ ਦਾ ਮੰਗਦੀ ਰਹੀ। ਵਾਹ ਜੀ ਵਾਹ। ਵਾਹ ਨੂਰ ਸਾਹਿਬ। ਜਾਚਕ ਜੀ, ਨੀਲੇ ਤਾਰੇ ਜੋ ਕੌਮ ਤੇ ਕਹਿਰ ਢਾਇਆ। ਵਾਹਿਗੁਰੂ। ਨੀਲੇ ਤਾਰੇ ਜੋ ਕੌਮ ਤੇ ਕਹਿਰ ਢਾਇਆ। ਖਬਰੇ ਕਿਸ ਤਰ੍ਹਾਂ ਦਾ ਨੀਲਾ ਤਾਰਾ ਸੀ ਉਹ। ਵਾਹ। ਦੋ ਘੱਲੂਘਾਰੇ ਪਹਿਲਾਂ ਹੋ ਗੁਜਰੇ, ਕੌਮ ਲਈ ਤੀਜਾ ਘੱਲੂਘਾਰਾ ਸੀ ਉਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨੀਲੇ ਤਾਰੇ ਜੋ ਕੌਮ ਤੇ ਕਹਿਰ ਢਾਇਆ। ਨੀਲਾ ਤਾਰਾ ਸੀ ਕਿ ਕਾਲਾ ਤਾਰਾ ਸੀ ਉਹ। ਦੋ ਘੱਲੂਘਾਰੇ ਪਹਿਲਾਂ ਹੋ ਗੁਜਰੇ, ਕੌਮ ਲਈ ਤੀਜਾ ਘੱਲੂਘਾਰਾ ਸੀ ਉਹ। ਅਗਲਾ ਬੰਦ ਕਹਿ ਰਿਹਾ ਹਾਂ। ਵਾਹ ਜੀ ਵਾਹ। 6 ਜੂਨ 84 ਦਾ ਦਿਨ ਲਿਖਿਆ ਹੈ ਵਾਹ ਕਾਲੇ ਅੱਖਰਾਂ ਨਾਲ ਇਤਿਹਾਸ ਅੰਦਰ। ਵਾਹ ਜੀ। 6 ਜੂਨ 84 ਦਾ ਦਿਨ ਲਿਖਿਆ ਹੈ ਕਾਲੇ ਅੱਖਰਾਂ ਨਾਲ ਇਤਿਹਾਸ ਅੰਦਰ। ਹਰੀ ਮੰਦਰ ਜੋ ਸੀਸ ਦਾ ਤਾਜ ਸਾਡਾ, ਸਦਾ ਵਸਦਾ ਸਾਡੇ ਅਹਿਸਾਸ ਅੰਦਰ। ਜਿੱਥੋਂ ਸੁਖਮਣੀ ਸਾਹਿਬ ਦੀ ਧੁਨੀ ਉੱਠੀ, ਜਿੱਥੋਂ ਸੁਖਮਣੀ ਸਾਹਿਬ ਦੀ ਧੁਨੀ ਉੱਠੀ, ਰਚ ਗਈ ਸਾਡੇ ਸਵਾਸ ਸਵਾਸ ਅੰਦਰ। ਨੂਰ ਜਿੱਥੋਂ ਦੇ ਦਰਸ਼ਨ ਇਸ਼ਨਾਨ ਪਾਵਨ, ਸਿੱਖ ਮੰਗਦਾ ਰੋਜ਼ ਅਰਦਾਸ ਅੰਦਰ। ਵਾਹ ਜੀ ਵਾਹ। ਵਾਹ ਜੀ ਵਾਹ। ਵਾਹ। ਜਿੱਥੋਂ ਦੇ ਦਰਸ਼ਨ ਇਸ਼ਨਾਨ ਪਾਵਨ, ਸਿੱਖ ਮੰਗਦਾ ਰੋਜ਼ ਅਰਦਾਸ ਅੰਦਰ। ਵਾਹ ਜੀ। ਅੱਠੇ ਪੈਰ ਜਿੱਥੇ ਅੰਮ੍ਰਿਤ ਵਰਸਦਾ ਹੈ, ਅੱਠੇ ਪੈਰ ਜਿੱਥੇ ਅੰਮ੍ਰਿਤ ਵਰਸਦਾ ਹੈ, ਉਥੇ ਗੋਲੀਆਂ ਦੀ ਵਰਖਾ ਹੋਣ ਲੱਗੀ। ਸਾਂਝੀ ਵਾਲਤਾ ਲਹੂ ਲੁਹਾਨ ਹੋ ਗਈ, ਫੁੱਟ ਫੁੱਟ ਮਨੁੱਖਤਾ ਰੋਣ ਲੱਗੀ। ਵਾਹਿਗੁਰੂ। ਸਾਂਝੀ ਵਾਲਤਾ ਲਹੂ ਲੁਹਾਨ ਹੋ ਗਈ, ਫੁੱਟ ਫੁੱਟ ਮਨੁੱਖਤਾ ਰੋਣ ਲੱਗੀ। ਉਹ ਸ਼ੇਰ ਸੁਣਨਾ। ਦੁਸ਼ਮਨ ਬਾਹਰੋਂ ਤੇ ਨਹੀਂ ਸੀ ਕੋਈ ਆਇਆ। ਜਾਟਕ ਸਾਹਿਬ ਵਾਹ। ਕੁਝ ਯੂਨੀਵਰਸਲ ਟਰੂਥ ਕਹਿ ਰਹੇ ਨੇ ਉਸ ਸਮੇਂ ਦੇ। ਜੀ ਨੂਰ ਸਾਹਿਬ। ਦੁਸ਼ਮਨ ਬਾਹਰੋਂ ਤੇ ਨਹੀਂ ਸੀ ਕੋਈ ਆਇਆ, ਜਿਨ੍ਹਾਂ ਕਾਰਾ ਕਰਵਾਇਆ ਉਹ ਆਪਣੇ ਹੀ ਸੀ। ਦੁਸ਼ਮਨ ਬਾਹਰੋਂ ਤੇ ਨਹੀਂ ਸੀ ਕੋਈ ਆਇਆ, ਜਿਨ੍ਹਾਂ ਕਾਰਾ ਕਰਵਾਇਆ ਉਹ ਆਪਣੇ ਹੀ ਸੀ। ਸਾਥੋਂ ਭਿੰਡਰਾਂ ਵਾਲਾ ਨਹੀਂ ਸਾਂਭ ਹੁੰਦਾ, ਲੇਖ ਲਿਖ ਜਿਨ੍ਹਾਂ ਭਿਜਵਾਇਆ ਉਹ ਆਪਣੇ ਹੀ ਸੀ। ਪਾਵਨ ਤਖਤ ਅਕਾਲ ਤੇ ਹਰੀ ਮੰਦਰ, ਜਿਨ੍ਹਾਂ ਢਾਇਆ ਢੁਆਇਆ ਉਹ ਆਪਣੇ ਹੀ ਸੀ। ਕਾਇਮ ਰੱਖਣੇ ਲਈ ਕੁਰਸੀ ਆਪਣੀ ਨੂੰ, ਨੀਲਾ ਤਾਰਾ ਮੰਗਵਾਇਆ ਉਹ ਆਪਣੇ ਹੀ ਸੀ। ਜੀ ਬਿਲਕੁਲ। ਕਾਇਮ ਰੱਖਣ ਲਈ ਪਾਵਨ ਤਖਤ ਅਕਾਲ ਤੇ ਹਰੀ ਮੰਦਰ, ਜਿਨ੍ਹਾਂ ਢਾਇਆ ਢੁਆਇਆ ਉਹ ਆਪਣੇ ਹੀ ਸੀ। ਕਾਇਮ ਰੱਖਣੇ ਲਈ ਕੁਰਸੀ ਆਪਣੀ ਨੂੰ, ਨੀਲਾ ਤਾਰਾ ਮੰਗਵਾਇਆ ਉਹ ਆਪਣੇ ਹੀ ਸੀ। ਤੇ ਸਦਾ ਆਪਣੇ ਹੀ ਦਿੰਦੇ ਰਹੇ ਧੋਖਾ। ਸ਼ੇਰ ਸੁਣਨਾ ਜਾਟਕ ਸਾਹਿਬ। ਸੁਜਾਨ ਜੀ, ਸਦਾ ਆਪਣੇ ਹੀ ਦਿੰਦੇ ਰਹੇ ਧੋਖਾ। ਕਰਨਾ ਦੁਸ਼ਮਣਾ ਉੱਤੇ ਮਲਾਲ ਕੀ ਸੀ, ਕਰਦੇ ਅਗਰ ਗੱਦਾਰੀ ਨਾ ਸਿੱਖ ਆਗੂ, ਨੀਲੇ ਤਾਰੇ ਦੀ ਭਲਾ ਮਜ਼ਾਲ ਕੀ ਸੀ। ਸਦਾ ਆਪਣੇ ਹੀ ਦਿੰਦੇ ਰਹੇ ਧੋਖਾ। ਵਾਹ ਜੀ ਵਾਹ। ਕਰਨਾ ਦੁਸ਼ਮਣਾ ਉੱਤੇ ਮਲਾਲ ਕੀ ਸੀ, ਵਾਹ ਨੂਰ ਜੀ। ਅਗਰ ਗੱਦਾਰੀ ਨਾ ਸਿੱਖ ਆਗੂ, ਨੀਲੇ ਤਾਰੇ ਦੀ ਭਲਾ ਮਜ਼ਾਲ ਕੀ ਸੀ। ਵਾਹ ਨੂਰ ਸਾਹਿਬ। ਵਾਹ ਵਾਹ। ਅਗਲਾ ਸ਼ੇਰ ਸੁਣਿਓ। ਮੈਂ ਬੇਨਤੀ ਕਰਾਂਗਾ ਸਾਰੇ ਸੰਗਤਾਂ ਨੂੰ ਵੀ ਜੇ ਕਿਤੇ ਜਕਾਰਾ ਛੱਡਣ ਨੂੰ ਦਿਲ ਕਰੇ ਤੇ ਛੱਡੋ। ਕਵੀ ਦਰਬਾਰ ਦੀ ਸ਼ਾਨ ਹੁੰਦੇ ਨੇ ਜਕਾਰੇ। ਤੇ ਤੇਗ ਤੋਂ ਮੈਂ ਕਹਿੰਦਾ ਉਹਨਾਂ ਤੇਗ ਤੋਂ ਵੱਧ ਹੈ ਤਾਕਤ ਕਲਮ ਦੇ ਵਾਰ ਦੇ ਅੰਦਰ। ਵਾਹ ਜੀ ਵਾਹ। ਤੇਗ ਤੋਂ ਵੱਧ ਹੈ ਤਾਕਤ ਕਲਮ ਦੇ ਵਾਰ ਦੇ ਅੰਦਰ। ਹੈ ਭਰਦਾ ਕਵੀ ਜੋ ਬਾਰੂਦ ਇਸ ਹਥਿਆਰ ਦੇ ਅੰਦਰ। ਉਹਨਾਂ ਸਿੱਖਾਂ ਤੇ ਕਲਗੀਧਰ ਬੜੇ ਪ੍ਰਸੰਨ ਹੁੰਦੇ ਨੇ, ਜਕਾਰੇ ਛੱਡਦੇ ਨੇ ਜੋ ਕਵੀ ਦਰਬਾਰ ਦੇ ਅੰਦਰ।
ਵਾਹ ਜੀ ਬੋਲੇ ਸੋ ਨਿਹਾਲ। ਧੰਨਵਾਦ ਜੀ। ਸ਼ੇਰ ਸੁਣਨਾ ਸਰਬਜੀਤ। ਹਿੰਦ ਹਕੂਮਤ ਨੇ ਫੌਜ ਨੂੰ ਹੁਕਮ ਦੇ ਕੇ ਹੱਲਾ ਜਦੋਂ ਹਰਿਮੰਦਰ ਤੇ ਬੋਲਿਆ ਸੀ। ਹਿੰਦ ਹਕੂਮਤ ਨੇ ਫੌਜ ਨੂੰ ਹੁਕਮ ਦੇ ਕੇ ਹੱਲਾ ਜਦੋਂ ਹਰਿਮੰਦਰ ਤੇ ਬੋਲਿਆ ਸੀ। ਸਿਆਂ ਬੇਗੁਨਾਹ ਸ਼ਰਧਾਲੂਆਂ ਦਾ ਖੂਨ ਪਾਵਨ ਪਰਿਕਰਮਾ ਵਿੱਚ ਡੋਲਿਆ ਸੀ। ਅੰਮ੍ਰਿਤ ਰਸ ਵਾਲੇ ਜਿੱਥੇ ਵਗਨ ਝਰਨੇ, ਉਥੇ ਜ਼ਹਿਰ ਫਿਜ਼ਾਵਾਂ ਵਿੱਚ ਘੋਲਿਆ ਸੀ। ਅਣਖੀ ਸੂਰਿਆਂ ਕੌਮ ਦੇ ਯੋਧਿਆਂ ਨੇ ਮੁੜ ਕੇ ਬੂਹਾ ਸ਼ਹਾਦਤ ਦਾ ਖੋਲਿਆ ਸੀ। ਵਾਹ ਜੀ ਅਣਖੀ ਸੂਰਿਆਂ ਕੌਮ ਦੇ ਯੋਧਿਆਂ ਨੇ ਮੁੜ ਕੇ ਬੂਹਾ ਸ਼ਹਾਦਤ ਦਾ ਖੋਲਿਆ ਸੀ। ਸ਼ੇਰ ਸੁਣਨਾ। ਫੌਜ ਹਿੰਦ ਦੀ ਤੋਪਾਂ ਤੇ ਟੈਂਕ ਲੈ ਕੇ ਜਦੋਂ ਪਾਵਨ ਹਰਿਮੰਦਰ ਦੀ ਜੂਹ ਆ ਗਈ, ਉਦੋਂ ਪਿੰਡਰਾਂ ਵਾਲੇ ਜਰਨੈਲ ਸਿੰਘ ਵਿੱਚ ਦੀਪ ਸਿੰਘ ਸ਼ਹੀਦ ਦੀ ਰੂਹ ਆ ਗਈ। ਵਾਹ ਜੀ ਵਾਹ ਜੀ ਬੋਲੇ ਸੋ ਨਿਹਾਲ। ਧੰਨਵਾਦ ਜਾਤਕ ਸਾਹਿਬ। ਫੌਜ ਹਿੰਦ ਦੀ ਤੋਪਾਂ ਤੇ ਟੈਂਕ ਲੈ ਕੇ ਜਦੋਂ ਪਾਵਨ ਹਰਿਮੰਦਰ ਦੀ ਜੂਹ ਆ ਗਈ, ਉਦੋਂ ਪਿੰਡਰਾਂ ਵਾਲੇ ਜਰਨੈਲ ਸਿੰਘ ਵਿੱਚ ਦੀਪ ਸਿੰਘ ਸ਼ਹੀਦ ਦੀ ਰੂਹ ਆ ਗਈ। ਸ਼ੇਰ ਸੁਣਨਾ। ਬਾਣੀ ਪੜ ਪੜ ਕੇ, ਜਾਪ ਜਪ ਜਪ ਕੇ, ਬਾਣੀ ਪੜ ਪੜ ਕੇ ਤੇ ਜਾਪ ਜਪ ਜਪ ਕੇ ਦਿਲ ਵਿੱਚ ਉਸ ਦੇ ਸਿੱਖੀ ਦਾ ਦਰਦ ਉੱਠਿਆ। ਬਾਣੀ ਪੜ ਪੜ ਕੇ, ਜਾਪ ਜਪ ਜਪ ਕੇ ਦਿਲ ਵਿੱਚ ਉਸ ਦੇ ਸਿੱਖੀ ਦਾ ਦਰਦ ਉੱਠਿਆ। ਜਦ ਉਸ ਵੇਖਿਆ ਸਾਡਾ ਹਮਦਰਦ ਕੋਈ ਨਹੀਂ, ਬਣ ਕੇ ਕੌਮ ਦਾ ਉਹ ਹਮਦਰਦ ਉੱਠਿਆ। ਜਦ ਉਸ ਵੇਖਿਆ ਸਾਡਾ ਹਮਦਰਦ ਕੋਈ ਨਹੀਂ, ਬਾਣੀ ਪੜ ਪੜ ਕੇ, ਜਾਪ ਜਪ ਜਪ ਕੇ ਦਿਲ ਵਿੱਚ ਉਸ ਦੇ ਸਿੱਖੀ ਦਾ ਦਰਦ ਉੱਠਿਆ। ਜਦ ਉਸ ਵੇਖਿਆ ਸਾਡਾ ਹਮਦਰਦ ਕੋਈ ਨਹੀਂ, ਬਣ ਕੇ ਕੌਮ ਦਾ ਉਹ ਹਮਦਰਦ ਉੱਠਿਆ। ਸਾਨੂੰ ਕਹਿੰਦੇ ਸੀ ਜਿਹੜੇ ਜਰਾਇਮ ਪੇਸ਼ਾ ਕਰਨ, ਉਹਨਾਂ ਦੇ ਤਾਈਂ ਬੇਪਰਦ ਉੱਠਿਆ। ਨੂਰ ਸਿੱਖੀ ਸਿਧਾਂਤਾਂ ਦੀ ਰੱਖਿਆ ਲਈ ਤੀਰ ਵਾਲਾ ਜਰਨੈਲ ਸਿੰਘ ਮਰਦ ਉੱਠਿਆ। ਬੋਲੇ ਸੋ ਨਿਹਾਲ। ਸਾਨੂੰ ਕਹਿੰਦੇ ਸੀ ਜਿਹੜੇ ਜਰਾਇਮ ਪੇਸ਼ਾ ਕਰਨ, ਉਹਨਾਂ ਦੇ ਤਾਈਂ ਬੇਪਰਦ ਉੱਠਿਆ। ਨੂਰ ਸਿੱਖੀ ਸਿਧਾਂਤਾਂ ਦੀ ਰੱਖਿਆ ਲਈ ਤੀਰ ਵਾਲਾ ਜਰਨੈਲ ਸਿੰਘ ਮਰਦ ਉੱਠਿਆ। ਤੇ ਗੁਰੂ ਅੱਗੇ ਸੀ ਕੀਤੀ ਅਰਦਾਸ ਜਿਹੜੀ, ਜੋ ਕੁਝ ਆਖਿਆ ਕਰਕੇ ਦਿਖਾ ਗਿਆ ਉਹ। ਗੁਰੂ ਅੱਗੇ ਸੀ ਕੀਤੀ ਅਰਦਾਸ ਜਿਹੜੀ, ਜੋ ਕੁਝ ਆਖਿਆ ਕਰਕੇ ਦਿਖਾ ਗਿਆ ਉਹ। ਨੂਰ ਆਪਣੇ ਮਿਸ਼ਨ ਦੀ ਪੂਰਤੀ ਲਈ ਲੜਦਾ ਲੜਦਾ ਸ਼ਹੀਦੀਆਂ ਪਾ ਗਿਆ ਉਹ। ਆਪਣੇ ਮਿਸ਼ਨ ਦੀ ਪੂਰਤੀ ਲਈ ਲੜਦਾ ਲੜਦਾ ਸ਼ਹੀਦੀਆਂ ਪਾ ਗਿਆ ਉਹ। ਸ਼ੇਰ ਸੁਣਨਾ। ਹਰੀ ਮੰਦਰ ਤੇ ਝੁਲਦੇ ਨਿਸ਼ਾਨ ਸਾਹਿਬਾਂ, ਏਦਾਂ ਬੜੀ ਵੇਰੀ ਹੁੰਦਾ ਵੇਖਿਆ ਹੈ। ਇਤਿਹਾਸ ਗਵਾਹ ਹੈ ਕਿ ਹਰਿਮੰਦਰ ਸਾਹਿਬ ਤੇ ਕਿੰਨੀ ਵਾਰੀ ਅਟੈਕ ਹੋਏ ਨੇ। ਤੇ ਜਿਹੜੇ ਦੋ ਨਿਸ਼ਾਨ ਸਾਹਿਬ ਮੀਰੀ ਤੇ ਪੀਰੀ ਦੇ ਉੱਥੇ ਝੁਲ ਰਹੇ ਨੇ ਨਾ, ਉਹਨਾਂ ਨੇ ਇਹ ਸਾਰੀਆਂ ਘਟਨਾਵਾਂ ਆਪਣੇ ਅੱਖੀਂ ਵੇਖੀਆਂ ਨੇ। ਸ਼ੇਰ ਸੁਣਨਾ। ਹਰੀ ਮੰਦਰ ਤੇ ਝੁਲਦੇ ਨਿਸ਼ਾਨ ਸਾਹਿਬਾਂ, ਏਦਾਂ ਬੜੀ ਵੇਰੀ ਹੁੰਦਾ ਵੇਖਿਆ ਹੈ। ਵੱਡਿਆਂ ਵੱਡਿਆਂ ਨੂੰ ਰੇਤ ਦੇ ਬੁੱਤ ਵਾਂਗੂ, ਵੱਡਿਆਂ ਵੱਡਿਆਂ ਨੂੰ ਰੇਤ ਦੇ ਬੁੱਤ ਵਾਂਗੂ ਪਲਾਂ ਵਿੱਚ ਕੇਰੀ ਹੁੰਦਾ ਵੇਖਿਆ ਹੈ। ਨਹੀਂ 150 ਦਿਨਾਂ ਤੋਂ ਵੱਧ ਲੱਗੇ, ਸਭ ਕੁਝ ਬਿਨਾਂ ਦੇਰੀ ਹੁੰਦਾ ਵੇਖਿਆ ਹੈ। ਜਿਹੜਾ ਜਿਹੜਾ ਹਰਿਮੰਦਰ ਨੂੰ ਢਾਉਣ ਆਇਆ, ਉਹਨੂੰ ਢਹਿ ਢੇਰੀ ਹੁੰਦਾ ਵੇਖਿਆ ਹੈ। ਨਹੀਂ 150 ਦਿਨਾਂ ਤੋਂ ਵੱਧ ਲੱਗੇ, ਸਭ ਕੁਝ ਬਿਨਾਂ ਦੇਰੀ ਹੁੰਦਾ ਵੇਖਿਆ ਹੈ। ਜਿਹੜਾ ਜਿਹੜਾ ਹਰਿਮੰਦਰ ਨੂੰ ਢਾਉਣ ਆਇਆ, ਉਹਨੂੰ ਢਹਿ ਢੇਰੀ ਹੁੰਦਾ ਵੇਖਿਆ ਹੈ। ਸਿੰਘ ਅਣਖ ਨੂੰ ਵੱਟਾ ਨਹੀਂ ਲੱਗਣ ਦਿੰਦੇ, ਝੱਟ ਵਾਰੀ ਦਾ ਵੱਟਾ ਨੇ ਲਾ ਲੈਂਦੇ। ਸਿੰਘ ਅਣਖ ਨੂੰ ਵੱਟਾ ਨਹੀਂ ਲੱਗਣ ਦਿੰਦੇ, ਝੱਟ ਵਾਰੀ ਦਾ ਵੱਟਾ ਨੇ ਲਾ ਲੈਂਦੇ। ਉਹ ਧੁਰ ਜਾ ਕੇ ਵੈਰੀ ਨੂੰ ਲੱਭ ਲੈਂਦੇ ਤੇ ਉਹਨੂੰ ਧੁਰ ਪਹੁੰਚਾ ਕੇ ਸਾਹ ਲੈਂਦੇ। ਧੁਰ ਜਾ ਕੇ ਵੈਰੀ ਨੂੰ ਲੱਭ ਲੈਂਦੇ, ਉਹਨੂੰ ਧੁਰ ਪਹੁੰਚਾ ਕੇ ਸਾਹ ਲੈਂਦੇ। ਹਾਕਮ ਜਦੋਂ ਕਰਦਾ ਵੱਡੀ ਖਤਾ ਕਰਦਾ। ਹਾਕਮ ਜਦੋਂ ਕਰਦਾ ਵੱਡੀ ਖਤਾ ਕਰਦਾ। ਹਾਂ, ਹਾਕਮ ਜਦੋਂ ਕਰਦਾ, ਸ਼ੁਕਰਗੁਜ਼ਾਰ ਜੀ, ਹਾਕਮ ਜਦੋਂ ਕਰਦਾ ਵੱਡੀ ਖਤਾ ਕਰਦਾ ਤੇ ਮਹਿੰਗੀ ਪੈਂਦੀ ਹੈ ਉਹਦੀ ਖਤਾ ਉਸਨੂੰ। ਹਾਕਮ ਜਦੋਂ ਕਰਦਾ ਵੱਡੀ ਖਤਾ ਕਰਦਾ, ਮਹਿੰਗੀ ਪੈਂਦੀ ਹੈ ਉਹਦੀ ਖਤਾ ਉਸਨੂੰ। ਜੋ ਖੁਦਾ ਦੇ ਘਰ ਨੂੰ ਵੀ ਬਖਸ਼ਦਾ ਨਹੀਂ ਬਖਸ਼ਦਾ ਕਦੇ ਖੁਦਾ ਉਸਨੂੰ।
ਵਾਹ ਵਾਹ, ਵਾਹ ਸੱਚੀ ਗੱਲ, ਸੱਚੀ। ਜੋ ਖੁਦਾ ਦੇ ਘਰ ਨੂੰ ਵੀ ਬਖਸ਼ਦਾ ਨਹੀਂ ਬਖਸ਼ਦਾ ਕਦੇ ਖੁਦਾ ਉਸ ਨੂੰ, ਤਖਤ ਵਾਲੇ ਨੂੰ ਤਖਤਾ ਵੀ ਭੁੱਲ ਜਾਂਦਾ ਹੈ। ਵਾਹ, ਜਦੋਂ ਤਖਤ ਬੰਦਾ ਵਾਲੇ ਨੂੰ ਤਖਤ ਵਾਲੇ ਨੂੰ ਤਖਤਾ ਵੀ ਭੁੱਲ ਜਾਂਦਾ ਹੈ। ਭੁੱਲ ਜਾਂਦੀ ਹੈ ਰੱਬੀ ਰਜ਼ਾ ਉਸ ਨੂੰ, ਪਰ ਮੌਕਾ ਪਾ ਕੇ ਗੁਰੂ ਦੇ ਸਿੰਘ ਆਖਰ ਦਿੰਦੇ ਧੁਰ ਦੀ ਗੱਡੀ ਚੜਾ ਉਸ ਨੂੰ। ਵਾਹ ਜੀ ਵਾਹ। ਤਖਤ ਵਾਲੇ ਨੂੰ ਤਖਤਾ ਵੀ ਭੁੱਲ ਜਾਂਦਾ ਹੈ। ਭੁੱਲ ਜਾਂਦੀ ਹੈ ਰੱਬੀ ਰਜ਼ਾ ਉਸ ਨੂੰ, ਮੌਕਾ ਪਾ ਕੇ ਗੁਰੂ ਦੇ ਸਿੰਘ ਆਖਰ ਦਿੰਦੇ ਧੁਰ ਦੀ ਗੱਡੀ ਚੜਾ ਉਸ ਨੂੰ। ਸੰਤ ਭਿੰਡਰਾਂ ਵਾਲੇ ਸਨ ਕਿਹਾ ਕਰਦੇ, ਮੁਰਦਾ ਉਹ ਨਹੀਂ ਜਿਹਦਾ ਸਰੀਰ ਮਰ ਜਾਏ। ਯੂਨੀਵਰਸਲ ਟਰੂਥ ਹੈ ਜੀ। ਔਰ ਸੰਤਾਂ ਦਾ ਇਹ ਖਾਸ ਬਿਆਨ ਤੁਸੀਂ ਅਕਸਰ ਸੁਣਿਆ ਪੜਿਆ। ਸੰਤ ਭਿੰਡਰਾਂ ਵਾਲੇ ਸਨ ਕਿਹਾ ਕਰਦੇ, ਮੁਰਦਾ ਉਹ ਨਹੀਂ ਜਿਹਦਾ ਸਰੀਰ ਮਰ ਜਾਏ, ਮੁਰਦਾ ਉਹ ਹੈ ਜਿਸ ਦੀ ਅਣਖ ਮਰ ਜਾਏ, ਤੇ ਮੁਰਦਾ ਉਹ ਹੈ ਜਿਹਦੀ ਜ਼ਮੀਰ ਮਰ ਜਾਏ। ਮੁਰਦਾ ਉਹ ਹੈ ਜਿਸ ਦੀ ਅਣਖ ਮਰ ਜਾਏ, ਮੁਰਦਾ ਉਹ ਹੈ ਜਿਹਦੀ ਜ਼ਮੀਰ ਮਰ ਜਾਏ। ਕਵਿਤਾ ਦਾ ਅੰਤਮ ਬੰਦ, ਸਾਰੀ ਕਵਿਤਾ ਦਾ ਸਿਰਮੌਰ ਬੰਦ ਕਹਿ ਰਿਹਾ ਹਾਂ ਸਾਧ ਸੰਗਤ ਜੀਓ। ਹਰ ਸਾਹਿਬਾਨ, ਹਰੀ ਮੰਦਰ ਚ ਅੱਲਾ ਦਾ ਨੂਰ ਵਸਦਾ। ਵਾਹ ਵੀ ਵਾਹ। ਇਹਨੂੰ ਕਰਨਾ ਕੋਈ ਬੇਨੂਰ ਸਕੇ। ਹਰੀ ਮੰਦਰ ਚ ਅੱਲਾ ਦਾ ਨੂਰ ਵਸਦਾ, ਇਸ ਨੂੰ ਕਰਨਾ ਕੋਈ ਬੇਨੂਰ ਸਕੇ। ਤੁਰ ਗਏ ਦੂਰ ਕਈ ਇਸ ਤੋਂ ਦੂਰ ਕਰਦੇ, ਪਰ ਨਾ ਕਰ ਸਾਨੂੰ ਇਸ ਤੋਂ ਦੂਰ ਸਕੇ। ਚਕਨਾ ਚੂਰ ਕਰਦੇ ਚਕਨਾ ਚੂਰ ਹੋ ਗਏ, ਕਰਨਾ ਸਿਦਕ ਸਾਡਾ ਚਕਨਾ ਚੂਰ ਸਕੇ। ਇਸ ਨੂੰ ਪੂਰਦੇ ਹੋਏ ਪੂਰੇ, ਪਰ ਨਹੀਂ ਅੰਮ੍ਰਿਤ ਸਰੋਵਰ ਨੂੰ ਪੂਰ ਸਕੇ। ਬੋਲੇ ਸੋਨਿਹਾਲ। ਧੰਨਵਾਦ ਜੀ। ਹਰੀ ਮੰਦਰ ਚ ਅੱਲਾ ਦਾ ਨੂਰ ਵਸਦਾ, ਇਸ ਨੂੰ ਕਰਨਾ ਕੋਈ ਬੇਨੂਰ ਸਕੇ। ਤੁਰ ਗਏ ਦੂਰ ਕਈ ਇਸ ਤੋਂ ਦੂਰ ਕਰਦੇ, ਪਰ ਨਾ ਕਰ ਸਾਨੂੰ ਇਸ ਤੋਂ ਦੂਰ ਸਕੇ। ਚਕਨਾ ਚੂਰ ਕਰਦੇ ਚਕਨਾ ਚੂਰ ਹੋ ਗਏ, ਕਰ ਨਾ ਸਿਦਕ ਸਾਡਾ ਚਕਨਾ ਚੂਰ ਸਕੇ। ਇਸ ਨੂੰ ਪੂਰਦੇ ਹੋਏ ਪੂਰੇ, ਪਰ ਨਹੀਂ ਅੰਮ੍ਰਿਤ ਸਰੋਵਰ ਨੂੰ ਪੂਰ ਸਕੇ। ਆਖਰੀ ਲਾਈਨਾਂ ਕਿ ਭੰਬਟ ਜਦੋਂ ਸੜਦਾ ਸ਼ਮਾ ਉੱਤੇ। ਭੰਬਟ ਜਦੋਂ ਸੜਦਾ ਸ਼ਮਾ ਉੱਤੇ। ਭੰਵਰਾ ਜਦੋਂ ਮਰਦਾ ਕਲੀ ਉੱਤੇ। ਜਿਹੜੇ ਪ੍ਰੇਮ ਦੀ ਗਲੀ ਚੋਂ ਗੁਜ਼ਰਦੇ ਨੇ, ਉਹ ਸੀਸ ਰੱਖ ਕੇ ਤੁਰਦੇ ਨੇ ਤਲੀ ਉੱਤੇ। ਜਿਹੜੇ ਪ੍ਰੇਮ ਦੀ ਗਲੀ ਚੋਂ ਗੁਜ਼ਰਦੇ ਨੇ, ਨੂਰ ਸਿੱਖ ਸਿਰ ਰੱਖ ਕੇ ਤੁਰਦੇ ਤਲੀ ਉੱਤੇ। ਤਲੀ ਉੱਤੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਸਾਰੇ ਪ੍ਰਬੰਧਕ ਸੱਜਣਾ ਦਾ, ਜਿਨ੍ਹਾਂ ਨੇ ਥੈਂਕ ਯੂ ਜੀ। ਜੋਸ਼ ਲਿਆਤਾ ਜੀ ਸੰਗਤ ਚ। ਤੇ ਮੇਰੀ ਬੇਨਤੀ ਹੈ ਜੀ, ਆਪਣਾ ਗੁਰਦੀਸ਼ ਕੌਰ ਜੀ ਗਰੇਵਾਲ ਨੂੰ ਕੈਲਗਰੀ ਤੋਂ ਜੀ, ਚਾਹਕਪ੍ਰੀਤ ਨੂੰ ਟਾਈਮ ਦੇ ਲੈਂਦੇ ਪਹਿਲਾਂ। ਹਾਂਜੀ, ਚਾਹਕਪ੍ਰੀਤ ਨਹੀਂ, ਚਾਹਕਪ੍ਰੀਤ ਨੇ ਕੱਲ ਨੂੰ ਕਰਨਾ ਜੀ। ਕੱਲ ਨੂੰ? ਅੱਛਾ ਜੀ। ਦਾਸ ਨੂੰ ਸਮਾਂ ਦੇ ਦਿਓ ਜੀ। ਡਾਕਟਰ ਹਰੀ ਸਿੰਘ ਜਾਚਕ ਜੀ ਦਿੰਨੇ ਆ ਜੀ ਵਾਰੀ ਜਾਚਕ ਸਾਹਿਬ, ਤੁਸੀਂ ਕਿਤੇ ਭੱਜ ਕੇ ਜਾਣਾ? ਆਹੋ, ਹੁਣ ਤਾਂ ਰਾਤ ਆ, ਬੈਠੇ ਰਹੋ ਬਿਸਤਰੇ ਚ। ਠੀਕ ਹੈ ਜੀ। 7 ਵਜੇ ਜੀ ਵਾਰੀ ਦਿੰਨੇ ਆ ਜੀ, ਇਹ ਸਾਰਿਆਂ ਨੂੰ। ਆਪਣਾ ਜੀ ਏਦਾਂ ਕਰੋ ਵੀ ਇੰਡੀਆ ਵਾਲਿਆਂ ਨੂੰ ਟਾਈਮ ਪਹਿਲਾਂ ਦੇ ਦਿਓ। ਹਾਂਜੀ, ਹੈ ਹੀ ਸਾਰੇ ਇੰਡੀਆ ਵਾਲੇ ਜੀ। ਇੱਕ ਸਾਡੇ ਭੈਣ ਜੀ USA ਤੋਂ ਆ, ਕੈਲੀਫੋਰਨੀਆ ਤੋਂ। ਬਾਕੀ ਤਾਂ ਇੰਡੀਆ ਵਾਲਿਆਂ ਦਾ ਹੀ ਆ ਕਵੀ ਦਰਬਾਰ। ਤੇ ਹੁਣ ਵਾਰੀ ਸਾਰਿਆਂ ਦੀ ਵਾਰੀ ਆਣੀ ਆ। ਦਿੰਨੇ ਆ ਜੀ ਤੁਹਾਨੂੰ ਜਾਚਕ ਸਾਹਿਬ। ਤੁਸੀਂ ਸਾਰਾ ਸੁਣਦੇ ਰਹਿਣਾ, ਇਹ ਨਹੀਂ ਵੀ ਆਪਣੀ ਕਵਿਤਾ ਸੁਣਾ ਕੇ ਭੱਜ ਜਾਓ। ਤਾਂ ਹੀ ਤਾਂ ਪਹਿਲਾਂ ਦੇਣਾ ਨਹੀਂ ਟਾਈਮ ਇਹਨਾਂ ਨੂੰ। ਹਾਂ, ਤਾਂ ਹੀ ਨਹੀਂ ਦੇਣਾ, ਇਹਨਾਂ ਨੂੰ ਖੀਚ ਰੱਖਣਾ। ਉਸਤਾਦਾਂ ਨੂੰ ਭਲਵਾਨ ਕਹਿੰਦੇ ਆ, ਤੇ ਭਲਵਾਨ ਹਮੇਸ਼ਾ ਪਿੱਛੇ ਰਹਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਨੂਰ ਸਾਹਿਬ। ਤੁਸੀਂ ਸਾਕਾ ਨੀਲਾ ਤਾਰਾ ਜਿਹਨੂੰ ਕਹਿੰਦੇ ਆ, ਸਾਡੇ ਤਾਂ ਜ਼ਖਮ ਮੱਲੇ ਹੋ ਜਾਂਦੇ ਆ ਜਦੋਂ ਜੂਨ 84 ਨਵੰਬਰ 84 ਆਉਂਦਾ, ਤਾਂ ਹਮੇਸ਼ਾ ਸਾਡੇ ਜ਼ਖਮ ਮੱਲੇ ਹੁੰਦੇ ਆ। ਮੇਰਾ ਇੱਕ ਸ਼ੇਰ ਸੀਗਾ ਕਿ ਸਾਨੂੰ ਪੁੱਛ ਨਾ ਜਿਹੜੀ ਸਾਡੇ ਨਾਲ ਬੀਤੀ ਏ, ਸਾਨੂੰ ਪੁੱਛ ਨਾ ਜਿਹੜੀ ਅਸਾਂ ਦੇ ਨਾਲ ਬੀਤੀ ਏ। 47 ਤੇ 84 ਦੇ ਅਜੇ ਤੱਕ ਜ਼ਖਮ ਅੱਲੇ ਨੇ, 47 ਤੇ 84 ਦੇ ਅਜੇ ਤੱਕ ਜ਼ਖਮ ਅੱਲੇ ਨੇ।
ਸੋ ਜਦੋਂ 84 ਆਉਂਦੀ ਆ, ਚਾਹੇ ਉਹ ਨਵੰਬਰ 84 ਹੋਵੇ, ਚਾਹੇ ਉਹ ਜੂਨ 84 ਹੋਵੇ, ਸਾਡੇ ਜ਼ਖਮ ਅੱਲੇ ਹੋ ਜਾਂਦੇ ਆ। ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਜੀ ਗਵਾਏ ਆ, ਉਹਨਾਂ ਨੂੰ ਪਤਾ। ਸਾਨੂੰ ਕਹਿੰਦੇ ਆ ਹਾਕਮ ਧਿਰ ਕਹਿ ਰਹੀ ਆ, ਦੂਸਰੀਆਂ ਪਾਰਟੀਆਂ ਕਹਿ ਰਹੀਆਂ ਕਿ ਭੁੱਲ ਜਾਓ 84 ਨੂੰ। ਉਹ ਕਿਵੇਂ ਭੁੱਲ ਸਕਦੇ? ਇੱਕ ਜਨਰੇਸ਼ਨ ਸਾਡੀ ਖਤਮ ਹੋ ਗਈ, 40 ਸਾਲ ਹੋਣ ਵਾਲੇ ਆ ਤੇ ਅਜੇ ਤੱਕ ਇਨਸਾਫ ਨਹੀਂ ਮਿਲਿਆ। ਤੇ ਨਾ ਇਨਸਾਫ ਦੀ ਆਪਾਂ ਇਹਨਾਂ ਸਰਕਾਰਾਂ ਤੋਂ ਜਿਹੜੀ ਆਸ ਰੱਖ ਸਕਦੇ ਆ। ਹੁਣ ਸਾਡੇ ਕਿਸਾਨ ਬੈਠੇ ਆ ਜੇ ਸੜਕਾਂ ਤੇ, ਇਨਸਾਫ ਕਿੱਥੇ ਮਿਲਦਾ? ਖੈਰ ਮੈਂ ਲੰਬੀ ਗੱਲ ਨਾ ਕਰਾਂ ਤੇ ਆਪਾਂ ਕਵੀ ਦਰਬਾਰ ਨੂੰ ਅੱਗੇ ਤੋਰਦੇ ਹਾਂ ਜੀ। ਧੰਨਵਾਦ ਜਗਵੀਰ ਜੀ। ਤੇ ਸੌਰੀ ਮੈਂ ਥੋੜਾ ਜਿਹਾ ਲੇਟ ਹੋ ਗਈ ਸੀ। ਤੁਸੀਂ ਬਹੁਤ ਸੋਹਣੀ ਸ਼ੁਰੂਆਤ ਕਰ ਦਿੱਤੀ ਨੂਰ ਸਾਹਿਬ ਨੇ, ਤੇ ਆਪਣਾ ਬਹੁਤ ਸੋਹਣਾ ਇਹਨਾਂ ਨੇ ਜਿਹੜਾ ਸੀ ਇਸ ਸਾਕਾ ਦਾ ਜਿਹੜਾ ਤੀਜਾ ਘੱਲੂਘਾਰ ਆ, ਇਹਦਾ ਸਾਰਾ ਇਤਿਹਾਸ ਬੜੇ ਚੜ੍ਹਦੀ ਕਲਾ ਵਿੱਚ ਉਹਨਾਂ ਨੇ ਸੁਣਾਇਆ। ਸੋ ਇਹ ਜਿਹੜੀ ਸਿੱਖੀ ਆ ਸਾਧ ਸੰਗਤ ਜੀ, ਇਹਨੂੰ ਮੁਕਾਉਣ ਦਾ ਕਈਆਂ ਨੇ ਯਤਨ ਕੀਤਾ ਹਨਾ, ਤੇ ਸਿੰਜੀ ਗਈ ਇਹ ਖੂਨ ਦੇ ਨਾਲ ਜਿਹੜੀ ਉਸ ਧਰਮ ਦੀ ਵਾੜੀ ਨਹੀਂ ਸੁੱਕ ਸਕਦੀ। ਸਿੰਜੀ ਗਈ ਇਹ ਖੂਨ ਦੇ ਨਾਲ ਜਿਹੜੀ ਉਸ ਧਰਮ ਦੀ ਵਾੜੀ ਨਹੀਂ ਸੁੱਕ ਸਕਦੀ। ਜ਼ੋਰ ਲਾਇਆ ਇਹ ਕਈ ਅਬਦਾਲੀਆਂ ਨੇ, ਸਿੱਖੀ ਨਹੀਂ ਸੰਸਾਰ ਤੋਂ ਮੁੱਕ ਸਕਦੀ, ਸਿੱਖੀ ਨਹੀਂ ਸੰਸਾਰ ਤੋਂ ਮੁੱਕ ਸਕਦੀ ਜੀ। ਤੇ ਹੁਣ ਆਪਾਂ ਅੱਗੇ ਤੋਰੀਏ ਜੀ ਪ੍ਰੋਗਰਾਮ ਨੂੰ, ਤੇ ਕਿਉਂਕਿ ਇੰਡੀਆ ਵਾਲੇ ਥੋੜੇ ਕਾਲੇ ਪਏ ਹੋਏ। ਤੇ ਅੱਗੇ ਆਪਾਂ ਹੁਣ ਸਰਬਜੀਤ ਕੌਰ ਸਰਬ ਜੀ ਸਾਡੇ ਨਾਲ ਉੱਤਰਾਖੰਡ ਤੋਂ ਜੁੜੇ ਆ। ਪਿਛਲੀ ਵਾਰੀ ਇਹ ਕਵੀ ਦਰਬਾਰ 'ਚ ਵੀ ਹਾਜ਼ਰੀ ਲਵਾ ਗਏ ਸੀ। ਸਰਬਜੀਤ ਕੌਰ ਸਰਬ ਜੀ ਜਿਹੜੇ MA ਇਕਨੋਮਿਕਸ ਆ ਤੇ 15 ਸਾਲ ਤੋਂ ਕਵਿਤਾ ਲਿਖਦੇ ਆ। ਪਹਿਲਾਂ ਖੁੱਲੀਆਂ ਕਵਿਤਾਵਾਂ ਲਿਖਦੇ ਸੀ, ਪਰ ਨੂਰ ਸਾਹਿਬ ਦੀ ਪ੍ਰੇਰਨਾ ਨਾਲ ਇਹਨਾਂ ਨੇ ਛੰਦਬੱਧ ਕਵਿਤਾ ਜਿਹੜੀ ਆ ਉਹ ਲਿਖਣੀ ਸ਼ੁਰੂ ਕੀਤੀ, ਤੇ ਹੁਣ 4-5 ਸਾਲਾਂ ਤੋਂ ਛੰਦਾਬੱਦੀ 'ਚ ਕਵਿਤਾਵਾਂ ਲਿਖ ਰਹੇ ਆ। ਸੋ ਤੇ ਪੰਥਕ ਸਟੇਜਾਂ ਤੇ ਸਾਂਝ ਪਾਉਂਦੇ ਰਹੇ ਆ। ਤੇ ਸਰਬਜੀਤ ਕੌਰ ਸਰਬ ਜੀ ਤੁਹਾਨੂੰ ਜੀ ਆਇਆਂ ਬੇਟੇ, ਤੇ ਤੁਸੀਂ ਆਪਣੀ ਕਿਸੇ ਰਚਨਾ ਦੇ ਨਾਲ ਸਾਂਝ ਪਾਓ ਸੰਗਤ ਦੇ ਨਾਲ। ਘੱਲੂਘਾਰੇ ਦਿਵਸ ਨੂੰ ਸਮਰਪਿਤ ਆਨਲਾਈਨ ਕਵੀ ਦਰਬਾਰ ਵਿੱਚ ਹਾਜ਼ਰੀਨ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦੀ ਹਾਂ ਗੁਰਦੀਸ਼ ਕੌਰ ਜੀ ਦੀ ਤੇ ਆਪਣੇ ਸਤਿਕਾਰਯੋਗ ਉਸਤਾਦ ਜੀ ਇੰਜੀਨੀਅਰ ਕਰਮਜੀਤ ਸਿੰਘ ਨੂਰ ਜੀ ਦੀ, ਜਿਨ੍ਹਾਂ ਦੀ ਹੱਲਾਸ਼ੇਰੀ ਸਦਕਾ ਅੱਜ ਫਿਰ ਤੋਂ ਆਪ ਜੀ ਦੇ ਸਨਮੁਖ ਕਵਿਤਾ ਪੇਸ਼ ਕਰ ਰਹੀ ਹਾਂ। ਬੇਟੇ ਤੁਹਾਡੀ ਵੀਡੀਓ ਨਹੀਂ ਦਿਖਾਈ ਦੇ ਰਹੀ। ਵੀਡੀਓ ਤੇ ਔਨ ਹੈ। ਔਨ ਹੈ ਜੀ, ਬਿਲਕੁਲ ਔਨ ਨੇ। ਹਾਂਜੀ ਹਾਂਜੀ ਆ ਗਈ ਜੀ। ਠੀਕ ਹੈ ਜੀ। ਕਵਿਤਾ ਘੱਲੂਘਾਰੇ ਦਿਵਸ ਤੇ ਕਵਿਤਾ ਅਰਜ ਕਰ ਰਹੀ ਹਾਂ ਸਾਧ ਸੰਗਤ ਜੀਓ ਜੀ। ਇਰਸ਼ਾਦ। ਸਿੱਖ ਕੌਮ ਨੇ ਜਦੋਂ ਦੀ ਅੱਖ ਖੋਲੀ, ਸਿੱਖ ਕੌਮ ਨੇ ਜਦੋਂ ਦੀ ਅੱਖ ਖੋਲੀ, ਸਦਾ ਦੁਸ਼ਮਣ ਦੀਆਂ ਅੱਖਾਂ 'ਚ ਰੜਕਦੀ ਰਹੀ। ਹਰ ਵਕਤ ਦੀ ਜ਼ਾਲਮ ਸਰਕਾਰ ਅੰਦਰ ਸਿੱਖਾਂ ਵਾਸਤੇ ਈਰਖਾ ਭੜਕਦੀ ਰਹੀ। ਮੁੱਲ ਸਿਰਾਂ ਦੇ ਵੀ ਇੱਥੇ ਰਹੇ ਪੈਂਦੇ, ਮੁੱਲ ਸਿਰਾਂ ਦੇ ਵੀ ਇੱਥੇ ਰਹੇ ਪੈਂਦੇ। ਘੱਲੂਘਾਰਿਆਂ ਦੀ ਬਿਜਲੀ ਕੜਕਦੀ ਰਹੀ, ਐ ਪਰ ਡੋਲੀ ਨਾ ਡਰੀਏ ਕਿਸੇ ਕੋਲੋਂ, ਬੱਬਰ ਸ਼ੇਰ ਵਾਂਗੂ ਫੇਰ ਵੀ ਬੜਕਦੀ ਰਹੀ। ਐ ਪਰ ਡੋਲੀ ਨਾ ਡਰੀਏ ਕਿਸੇ ਕੋਲੋਂ, ਬੱਬਰ ਸ਼ੇਰ ਵਾਂਗੂ ਫੇਰ ਵੀ ਬੜਕਦੀ ਰਹੀ। ਬਹੁਤ ਖੂਬ ਬੇਟੇ। ਸ਼ੇਰ ਸੁਣਿਆ ਸਾਧ ਸੰਗਤ ਜੀਓ। ਡਾਕੇ ਹੱਕਾਂ ਤੇ ਪੈਂਦੇ ਨੇ ਜਦੋਂ ਸਾਡੇ, ਡਾਕੇ ਹੱਕਾਂ ਤੇ ਪੈਂਦੇ ਨੇ ਜਦੋਂ ਸਾਡੇ, ਧਰ ਕੇ ਹੱਥ ਤੇ ਹੱਥ ਨਹੀਂ ਬਹਿ ਸਕਦੇ। ਬੇਸ਼ੱਕ ਭਲਾ ਸਰਬੱਤ ਦਾ ਮੰਗਦੇ ਹਾਂ, ਧੱਕੇ ਸ਼ਾਹੀਆਂ ਨਹੀਂ ਕਦੇ ਵੀ ਸਹਿ ਸਕਦੇ। ਵਾਹ ਜੀ ਬਿਲਕੁਲ। ਸਰਬੱਤ ਦਾ ਮੰਗਦੇ ਹਾਂ, ਧੱਕੇ ਸ਼ਾਹੀਆਂ ਨਹੀਂ ਕਦੇ ਵੀ ਸਹਿ ਸਕਦੇ। ਅਗਲਾ ਬੰਦ। ਸਿੱਖ ਸੰਗਤਾਂ ਜਦੋਂ ਦਰਬਾਰ ਸਾਹਿਬ ਪੰਜਵੇਂ ਗੁਰਾਂ ਦਾ ਪੁਰਬ ਮਨਾਉਣ ਆਈਆਂ, ਸਿੱਖ ਸੰਗਤਾਂ ਜਦੋਂ ਦਰਬਾਰ ਸਾਹਿਬ ਪੰਜਵੇਂ ਗੁਰਾਂ ਦਾ ਪੁਰਬ ਮਨਾਉਣ ਆਈਆਂ, ਨਾਲ ਲੈ ਕੇ ਆਪਣੇ ਬੱਚਿਆਂ ਨੂੰ ਫੁੱਲ ਸ਼ਰਧਾ ਦੇ ਭੇਟ ਚੜਾਉਣ ਆਈਆਂ। ਚੜ ਕੇ ਉਦੋਂ ਫੌਜਾਂ ਹਿੰਦੁਸਤਾਨ ਦੀਆਂ ਸਾਡੇ ਖੂਨ ਦੇ ਵਿੱਚ ਨਹਾਉਣ ਆਈਆਂ। ਆਈਆਂ ਨਹੀਂ ਮੁਕਾਉਣ ਉਹ ਖਾਲਸੇ ਨੂੰ, ਇਹਦੀ ਅਣਖ ਨੂੰ ਮਾਰ ਮੁਕਾਉਣ ਆਈਆਂ। ਆਈਆਂ ਨਹੀਂ ਮੁਕਾਉਣ ਉਹ ਖਾਲਸੇ ਨੂੰ, ਇਹਦੀ ਅਣਖ ਨੂੰ ਮਾਰ ਮੁਕਾਉਣ ਆਈਆਂ। ਜਿਸ ਕੌਮ ਦੇ ਅਣਖੀਆਂ ਸ਼ੂਰਬੀਰਾਂ, ਜਿਸ ਕੌਮ ਦੇ ਅਣਖੀਆਂ ਸੂਰਬੀਰਾਂ, ਜਾਨਾਂ ਦੇਸ਼ ਆਜ਼ਾਦੀ ਲਈ ਵਾਰੀਆਂ ਨੇ, ਉਸੇ ਦੇਸ਼ ਦੇ ਹਾਕਮਾਂ ਉਹਨਾਂ ਨੂੰ ਹੀ
ਚੁਣ ਚੁਣ ਕੇ ਗੋਲੀਆਂ ਮਾਰੀਆਂ ਨੇ। ਸ਼ੁਕਰੀਆ ਜੀ। ਅਗਲਾ ਬੰਦ ਪੇਸ਼ ਕਰ ਰਹੀ ਹਾਂ। ਚਹਿਲ ਪਹਿਲ ਸੀ ਹੁਣ ਤੱਕ ਜਿਸ ਥਾਂ ਤੇ, ਚਹਿਲ ਪਹਿਲ ਸੀ ਹੁਣ ਤੱਕ ਜਿਸ ਥਾਂ ਤੇ, ਪਲਾਂ ਵਿੱਚ ਉਹ ਥਾਂ ਵੀਰਾਨ ਹੋ ਗਈ। ਥਾਂ ਥਾਂ ਤੇ ਲਾਸ਼ਾਂ ਦੇ ਢੇਰ ਲੱਗੇ, ਹਾਏ ਮਨੁੱਖਤਾ ਇੰਨੀ ਹੈਵਾਨ ਹੋ ਗਈ। ਧੁਨਾਂ ਕੀਰਤਨ ਦੀਆਂ ਅਲੋਪ ਹੋਈਆਂ, ਧੁਨਾਂ ਕੀਰਤਨ ਦੀਆਂ ਅਲੋਪ ਹੋਈਆਂ, ਨਾਲੇ ਬੰਦ ਸਾਰੰਗੀ ਦੀ ਤਾਨ ਹੋ ਗਈ। ਛਲਨੀ ਕੀਤਾ ਹਰਮੰਦਰ ਦਾ ਜਿਵੇਂ ਸੀਨਾ, ਕਿ ਸਾਡੀ ਰੂਹ ਵੀ ਲਹੂ ਲੁਹਾਨ ਹੋ ਗਈ। ਹਰਮੰਦਰ ਦਾ ਜਿਵੇਂ ਸੀਨਾ, ਕਿ ਸਾਡੀ ਰੂਹ ਵੀ ਲਹੂ ਲੁਹਾਨ ਹੋ ਗਈ। ਟੈਂਕਾਂ ਤੋਪਾਂ ਤੇ ਗੋਲੀਆਂ ਨਾਲ ਉਦੋਂ, ਟੈਂਕਾਂ ਤੋਪਾਂ ਤੇ ਗੋਲੀਆਂ ਨਾਲ ਉਦੋਂ, ਢਹਿ ਢੇਰੀ ਸੀ ਤਖਤ ਅਕਾਲ ਹੋਇਆ। ਚਿੱਟਾ ਰੰਗ ਸਰੋਵਰ ਦੇ ਪਾਣੀਆਂ ਦਾ, ਨਾਲ ਲਹੂ ਦੇ ਸੀ ਲਾਲੋ ਲਾਲ ਹੋਇਆ। ਚਿੱਟਾ ਰੰਗ ਸਰੋਵਰ ਦੇ ਪਾਣੀਆਂ ਦਾ, ਨਾਲ ਲਹੂ ਦੇ ਸੀ ਲਾਲੋ ਲਾਲ ਹੋਇਆ। ਬਹੁਤ ਅੱਛੇ ਕਵੀ ਸਾਹਿਬਾਨ, ਥੈਂਕ ਯੂ ਉਸਤਾਦ ਜੀ। ਇੱਕ ਹਕੀਕਤ ਬਿਆਨ ਕਰ ਰਹੀ ਹਾਂ। ਸ਼ਾਬਾਸ਼। ਇਹਨਾਂ ਅਸਲਾ ਤੇ ਫੌਜਾਂ ਸੀ ਕੋਲ ਭਾਵੇਂ, ਇਹਨਾਂ ਅਸਲਾ ਤੇ ਫੌਜਾਂ ਸੀ ਕੋਲ ਭਾਵੇਂ, ਪਰ ਨਾ ਤਖਤ ਅਕਾਲ ਵਿੱਚ ਵੜ ਸਕੇ। ਮੁੱਠੀ ਭਰ ਸਰਦਾਰਾਂ ਦੇ ਜੋਸ਼ ਅੱਗੇ, ਵੱਡੇ ਵੱਡੇ ਜਰਨੈਲ ਨਾ ਖੜ ਸਕੇ। ਮੁੱਠੀ ਭਰ ਸਰਦਾਰਾਂ ਦੇ ਜੋਸ਼ ਅੱਗੇ, ਵੱਡੇ ਵੱਡੇ ਜਰਨੈਲ ਨਾ ਖੜ ਸਕੇ। ਬੇਸ਼ੱਕ ਆਏ ਸੀ ਜੰਗੀ ਅਭਿਆਸ ਕਰਕੇ, ਸਿੰਘਾਂ ਵਾਲੀ ਪੜ੍ਹਾਈ ਨਾ ਪੜ ਸਕੇ। ਅੱਡੀ ਚੋਟੀ ਦਾ ਲਾਇਆ ਸੀ ਜ਼ੋਰ ਉਹਨਾਂ, ਜਿਉਂਦੇ ਸਿੰਘਾਂ ਨੂੰ ਤਾਂ ਵੀ ਨਾ ਫੜ ਸਕੇ। ਅੱਡੀ ਚੋਟੀ ਦਾ ਲਾਇਆ ਸੀ ਜ਼ੋਰ ਉਹਨਾਂ, ਜਿਉਂਦੇ ਸਿੰਘਾਂ ਨੂੰ ਤਾਂ ਵੀ ਨਾ ਫੜ ਸਕੇ। ਕੁਝ ਕੁ ਪਲਾਂ ਦੀ ਖੇਡ ਜੋ ਦੱਸਦੇ ਸੀ, ਸ਼ੇਰ ਸੁਣਿਓ। ਕੁਝ ਕੁ ਪਲਾਂ ਦੀ ਖੇਡ ਜੋ ਦੱਸਦੇ ਸੀ, ਸਿੰਘਾਂ ਉਹਨਾਂ ਦੇ ਛੱਕੇ ਛੁੜਾ ਦਿੱਤੇ। ਕਈ ਦਿਨ ਸੀ ਫੌਜਾਂ ਨੂੰ ਵਕਤ ਪਾਇਆ, ਦਿਨੇ ਵੈਰੀ ਨੂੰ ਤਾਰੇ ਵਿਖਾ ਦਿੱਤੇ। ਕਈ ਦਿਨ ਸੀ ਫੌਜਾਂ ਨੂੰ ਵਕਤ ਪਾਇਆ, ਦਿਨੇ ਵੈਰੀ ਨੂੰ ਤਾਰੇ ਵਿਖਾ ਦਿੱਤੇ। ਆਖਰੀ ਬੰਦ ਪੇਸ਼ ਕਰ ਰਹੀ ਹਾਂ ਸਤ ਸੰਗਤ ਜੀਓ। ਬੜਾ ਫੋਲ ਫਰੋਲ ਕੇ ਵੇਖ ਲੀਤਾ, ਬੜਾ ਫੋਲ ਫਰੋਲ ਕੇ ਵੇਖ ਲੀਤਾ। ਨਹੀਂ ਦਿਲ ਸਰਕਾਰਾਂ ਦਾ ਸਾਫ਼ ਮਿਲਿਆ, ਸਾਨੂੰ ਕਹਿ ਕੇ ਬੁਲਾਉਂਦੇ ਰਹੇ ਵੱਖਵਾਦੀ। ਹਰ ਕਾਰਾ ਹੀ ਸਾਡੇ ਖਿਲਾਫ ਮਿਲਿਆ, ਸਾਨੂੰ ਕਹਿ ਕੇ ਬੁਲਾਉਂਦੇ ਰਹੇ ਵੱਖਵਾਦੀ। ਹਰ ਕਾਰਾ ਹੀ ਸਾਡੇ ਖਿਲਾਫ ਮਿਲਿਆ। ਮਿਲੀਆਂ ਉਮਰ ਕੈਦਾਂ ਅਤੇ ਫਾਂਸੀਆਂ ਵੀ, ਵੱਧਦਾ ਸਜ਼ਾ ਦਾ ਸਾਡਾ ਗ੍ਰਾਫ ਮਿਲਿਆ। 37 ਸਾਲ ਹੋ ਗਏ ਇੰਤਜ਼ਾਰ ਕਰਦੇ, ਨਹੀਂ ਹਜੇ ਵੀ ਸਾਨੂੰ ਇਨਸਾਫ ਮਿਲਿਆ। 37 ਸਾਲ ਹੋ ਗਏ ਇੰਤਜ਼ਾਰ ਕਰਦੇ, ਨਹੀਂ ਹਜੇ ਵੀ ਸਾਨੂੰ ਇਨਸਾਫ ਮਿਲਿਆ। ਆਖਰੀ ਸਤਰਾਂ। ਸਰਬ ਕੌਮ ਲਈ ਪੂਰਨੇ ਪਾਵੰਦੇ ਜੋ, ਸਭ ਕੌਮ ਲਈ ਪੂਰਨੇ ਪਾਵੰਦੇ ਜੋ, ਜਿਉਂਦੇ ਸਦਾ ਉਹ ਸਾਡੇ ਅਹਿਸਾਸ ਅੰਦਰ। ਸਰਬ ਕੌਮ ਲਈ ਪੂਰਨੇ ਪਾਵੰਦੇ ਜੋ, ਜਿਉਂਦੇ ਸਦਾ ਉਹ ਸਾਡੇ ਅਹਿਸਾਸ ਅੰਦਰ। ਜਾਨਾ ਕੌਮ ਦੇ ਲੇਖੇ ਜੋ ਲਾ ਜਾਂਦੇ, ਅਮਰ ਰਹਿੰਦੇ ਨੇ ਸਦਾ ਇਤਿਹਾਸ ਅੰਦਰ। ਅਮਰ ਰਹਿੰਦੇ ਨੇ ਸਦਾ ਇਤਿਹਾਸ ਅੰਦਰ, ਅਮਰ ਰਹਿੰਦੇ ਨੇ ਸਦਾ ਇਤਿਹਾਸ ਅੰਦਰ। ਬਹੁਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬੇਟੇ, ਬਹੁਤ ਹੀ ਸੋਹਣੀ ਆਪਣੀ ਭਾਵਪੂਰਤ ਕਵਿਤਾ ਜਿਹੜੀ ਆ ਬੇਟੀ ਸਰਬਜੀਤ ਕੌਰ ਸਾਹਿਬ ਜੀ ਦੱਸ ਕੇ ਗਏ ਆ, ਸੁਣਾ ਕੇ ਗਏ ਆ ਸਾਨੂੰ। ਬਹੁਤ ਬਹੁਤ ਧੰਨਵਾਦ ਬੇਟੇ। ਕੀਪ ਇਟ ਅਪ, ਤੁਸੀਂ ਇਸੇ ਤਰ੍ਹਾਂ ਲੱਗੇ ਰਹੋ। ਬਹੁਤ ਸੋਹਣੀ ਤੁਸੀਂ ਕਵਿਤਾ ਲਿਖਦੇ ਹੋ, ਸ਼ਾਬਾਸ਼। ਤੇ ਹੁਣ ਇਸ ਤੋਂ ਬਾਅਦ ਮੇਰੀ ਬੇਨਤੀ ਆ ਸ਼ੁਕਰਗੁਜ਼ਾਰ ਸਿੰਘ ਜੀ ਨੂੰ, ਤੇ ਉਸ ਤੋਂ ਬਾਅਦ ਡਾਕਟਰ ਹਰੀ ਸਿੰਘ ਜਾਚਕ ਜੀ ਤਿਆਰ ਹਨ। ਸ਼ੁਕਰਗੁਜ਼ਾਰ ਸਿੰਘ ਜੀ ਬਾਰੇ ਜੇ ਮੈਂ ਥੋੜੀ ਜਿਹੀ ਤੁਹਾਨੂੰ ਜਾਣ ਪਛਾਣ ਕਰਾ ਦੇਵਾਂ। ਇਹ ਸਾਡੇ ਵਿੱਚ ਪਹਿਲੀ ਵਾਰੀ ਆਏ ਆ ਜੀ, ਇਹਨਾਂ ਨੂੰ ਜੀ ਆਇਆਂ। ਤੇ ਮਿਹਰਬਾਨੀ ਜੀ। ਇਹ ਪੰਥਕ ਕਵੀ ਨੇ ਤੇ ਇਹਨਾਂ ਦਾ ਜਿਹੜਾ ਪ੍ਰੋਫੈਸ਼ਨ ਆ ਉਹ ਵਕਾਲਤ ਹੈ, ਕਿੱਤੇ ਵਜੋਂ ਵਕੀਲ ਨੇ ਤੇ ਐਂਕਰ ਦੂਰਦਰਸ਼ਨ ਪੰਜਾਬ। ਤੇ ਇਹਨਾਂ ਦੀਆਂ ਡਿਗਰੀਆਂ ਤਾਂ ਬਹੁਤ ਸਾਰੀਆਂ, BCom, LLB, LLM, MA, MA, ਪੋਲੀਟੀਕਲ ਸਾਇੰਸ ਪੰਜਾਬੀ। ਤੇ ਇਹ ਸਭ ਤੋਂ ਵੱਡੀ
ਇਹਨਾਂ ਦੇ ਬਾਰੇ ਜੋ ਮੈਂ ਜਾਣਦੀ ਹਾਂ ਕਿ ਇਹ ਮਹਿਰੂਮ ਸਾਹਿਤਕਾਰ, ਪੰਥਕ ਕਵੀ, ਨੈਸ਼ਨਲ ਅਵਾਰਡੀ ਸਰਦਾਰ ਤਰਲੋਕ ਸਿੰਘ ਦੀਵਾਨਾ ਜੀ, ਜਿਨ੍ਹਾਂ ਨਾਲ ਅਸੀਂ ਬੜੇ ਕਵੀ ਦਰਬਾਰਾਂ ਦੇ ਵਿੱਚ ਉਹਨਾਂ ਦੇ ਨਾਲ ਸਾਂਝ ਪਾਈ ਆ। ਬੜਾ ਆਸ਼ੀਰਵਾਦ ਦਿੰਦੇ ਹੁੰਦੇ ਸੀਗੇ ਜਦੋਂ ਅਸੀਂ ਫਤਿਹਗੜ੍ਹ ਸਾਹਿਬ ਇਕੱਠੇ ਹੋਈਦਾ ਸੀ ਜਾਂ ਕਿਸੇ ਕਵੀ ਦਰਬਾਰ 'ਚ ਇਕੱਠੇ ਹੋਈਦਾ ਸੀ, ਦੇਸ਼ ਵਿਦੇਸ਼ ਦੇ ਕਵੀ। ਤੇ ਬਹੁਤ ਚੜ੍ਹਦੀ ਕਲਾ 'ਚ ਕਵਿਤਾ ਉਹ ਕਹਿੰਦੇ ਹੁੰਦੇ ਸੀ। ਬਹੁਤ ਸਾਰੀਆਂ ਉਹਨਾਂ ਦੀਆਂ ਕਿਤਾਬਾਂ ਛਪੀਆਂ। ਇਹ ਉਹਨਾਂ ਦੇ ਸਪੁੱਤਰ ਨੇ ਜੀ। ਤੇ ਅੱਜ ਕੱਲ੍ਹ ਇਹ ਪ੍ਰਧਾਨ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਅੰਮ੍ਰਿਤਸਰ ਤੋਂ। ਇਹ ਜਰਨਲਿਸਟ ਵੀ ਨੇ, ਪੱਤਰਕਾਰ ਵੀ ਨੇ, ਬਹੁਤ ਸਾਰੇ ਇਹ ਆਲ ਰਾਊਂਡਰ ਪਰਸਨੈਲਿਟੀ ਆ ਇਹ ਬੇਟਾ। ਤੇ ਸਾਡੀਆਂ ਸ਼ੋਭੀ ਸ਼ਾਮਾਂ ਹਮੇਸ਼ਾ ਇਹਦੇ ਨਾਲ ਆ। ਤੇ ਬੇਟੇ ਤੁਸੀਂ ਆਪਣੀ ਕਿਸੇ ਰਚਨਾ ਦੇ ਨਾਲ ਸਾਂਝ ਪਾਓ। ਮਿਹਰਬਾਨੀ ਜੀ। ਮੈਂ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਸੁਜਾਨ ਜੀ ਦਾ, ਜਿਨ੍ਹਾਂ ਦੇ ਕਰਕੇ ਮੈਂ ਈ ਦੀਵਾਨ ਸੁਸਾਇਟੀ ਦੇ ਨਾਲ ਜੁੜਿਆ। ਤੇ ਬਹੁਤ ਬਹੁਤ ਧੰਨਵਾਦੀ ਹਾਂ ਜਾਚਕ ਸਾਹਿਬ ਦਾ, ਨੂਰ ਸਾਹਿਬ ਦਾ, ਵੀ ਜਿਨ੍ਹਾਂ ਦੀ ਰਹਿਨੁਮਾਈ ਦੇ ਹੇਠ ਸ਼੍ਰੋਮਣੀ ਪੰਥਕ ਕਵੀ ਸਭਾ ਜੋ ਇਹ ਭਾਰਤ ਦੇਸ਼ ਦੇ ਵਿੱਚ ਚੱਲ ਰਹੀ ਹੈ, ਉਹਨਾਂ ਦੀ ਰਹਿਨੁਮਾਈ ਦੇ ਵਿੱਚ ਅਸੀਂ ਵਿਚਰ ਰਹੇ ਹਾਂ। ਕਾਫੀ ਕੁਝ ਸਿੱਖਣ ਨੂੰ ਵੀ ਮਿਲਦਾ ਹੈ। ਤੇ ਬਹੁਤਾ ਸਮਾਂ ਨਹੀਂ ਲੈਣਾ ਤੇ ਸਿੱਧਾ ਕਵਿਤਾ ਦੇ ਉੱਤੇ ਮੈਂ ਆਪਣੇ ਪੇਸ਼ਕਾਰੀ ਦਿੰਦਾ ਹਾਂ ਕਿ ਜਾਚਕ ਸਾਹਿਬ ਨੂਰ ਸਾਹਿਬ ਗਰੇਵਾਲ ਜੀ, ਸਭ ਤੋਂ ਪਹਿਲਾਂ ਉਹ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਉਸ ਤਖਤ ਅਕਾਲ ਦੀ ਗੱਲ ਕਰੀਏ ਜਿੱਥੇ ਖੁਦ ਅਕਾਲ ਵਾਸ ਕਰਦਾ। ਉਸ ਤਖਤ ਅਕਾਲ ਦੀ ਗੱਲ ਕਰੀਏ ਜਿੱਥੇ ਖੁਦ ਅਕਾਲ ਹੈ ਵਾਸ ਕਰਦਾ। ਅਕਾਲ ਪੁਰਖ ਹੀ ਬਹਿੰਦਾ, ਅਕਾਲ ਤਖਤ ਅੰਦਰ ਬੈਠ ਤਖਤ ਤੇ ਜ਼ੁਲਮ ਦਾ ਨਾਸ ਕਰਦਾ। ਤੇ ਉਸ ਤਖਤ ਅਕਾਲ ਦੀ ਗੱਲ ਕਰੀਏ ਜਿੱਥੇ ਖੁਦ ਅਕਾਲ ਹੈ ਵਾਸ ਕਰਦਾ। ਅਕਾਲ ਪੁਰਖ ਹੀ ਬਹਿੰਦਾ, ਅਕਾਲ ਤਖਤ ਅੰਦਰ ਬੈਠ ਤਖਤ ਤੇ ਜ਼ੁਲਮ ਦਾ ਨਾਸ ਕਰਦਾ। ਦੁੱਖ ਦੁਖੀਆਂ ਦੇ ਸੁਣਦਾ ਹੈ ਆਪ ਸਤਿਗੁਰ, ਗੁਰਾਂ ਪਾਸੋਂ ਤਾਂ ਹਰ ਕੋਈ ਆਸ ਕਰਦਾ। ਤਖਤਾਂ ਵਿੱਚੋਂ ਹੈ ਤਖਤ ਅਕਾਲ ਉੱਚਾ, ਵਰਖਾ ਫੁੱਲਾਂ ਦੀ ਜੇਤੇ ਆਕਾਸ਼ ਕਰਦਾ। ਕਿ ਦੁੱਖ ਦੁਖੀਆਂ ਦੇ ਸੁਣਦਾ ਹੈ ਆਪ ਸਤਿਗੁਰ, ਗੁਰਾਂ ਪਾਸੋਂ ਤਾਂ ਹਰ ਕੋਈ ਆਸ ਕਰਦਾ। ਤਖਤਾਂ ਵਿੱਚੋਂ ਹੈ ਤਖਤ ਅਕਾਲ ਉੱਚਾ, ਵਰਖਾ ਫੁੱਲਾਂ ਦੀ ਜੇਤੇ ਆਕਾਸ਼ ਕਰਦਾ। ਉਹ ਕੌਣ ਸੀ ਤਖਤ ਜੋ ਢਾਉਣ ਆ ਗਏ? ਉਹ ਕੌਣ ਸੀ ਤਖਤ ਜੋ ਢਾਉਣ ਆ ਗਏ? ਉਹ ਕੌਣ ਸੀ ਅੱਗਾਂ ਜੋ ਲਾਉਣ ਆ ਗਏ? ਅੰਗ ਅੰਗ ਨੂੰ ਸਾਡੇ ਉਹ ਜ਼ਖਮ ਦੇ ਕੇ, ਉਹ ਕੌਣ ਸੀ ਲੂਣ ਜੋ ਪਾਉਣ ਆ ਗਏ? ਅੰਗ ਅੰਗ ਨੂੰ ਸਾਡੇ ਉਹ ਜ਼ਖਮ ਦੇ ਕੇ, ਉਹ ਕੌਣ ਸੀ ਲੂਣ ਜੋ ਪਾਉਣ ਆ ਗਏ? ਅੱਗੇ ਦੇਖਣਾ ਕਿ ਹੰਝੂ ਅੱਖਾਂ ਦੇ ਪਲਕਾਂ ਨਾ ਰੋਕ ਪਾਵਣ, ਵਿੱਚ ਸੋਚਾਂ 84 ਜਦ ਆਣ ਵੜਦੀ। ਹੰਝੂ ਅੱਖਾਂ ਦੇ ਪਲਕਾਂ ਨਾ ਰੋਕ ਪਾਵਣ, ਵਿੱਚ ਸੋਚਾਂ 84 ਜਦ ਆਣ ਵੜਦੀ। ਖੱਬੀ ਖਾਨ ਬੁਲਾਰੇ ਵੀ ਸਹਿਮ ਜਾਂਦੇ, ਹੱਥ ਕੰਬਣ ਜੋ ਕੰਬਣੀ ਹੈ ਆਣ ਚੜ੍ਹਦੀ। ਜਵਾਨ ਪੁੱਤਾਂ ਦੀਆਂ ਲਾਸ਼ਾਂ ਨੂੰ ਪਿਤਾ ਢੋਵੇ, ਜਵਾਨ ਪੁੱਤਾਂ ਦੀਆਂ ਲਾਸ਼ਾਂ ਨੂੰ ਪਿਤਾ ਢੋਵੇ। ਉਡੀਕੇ ਮਾਂ ਬੁੱਢੀ ਬਰੂਹੇ ਆਣ ਖੜਦੀ। ਉਹ ਵੀਰੇ ਆ ਕਿਧਰੋਂ ਮਾਰੇ ਭੈਣ ਵਾਜਾਂ, ਭੈਣ ਕੱਲੀ ਤੇ ਜਾਂਦੀ ਹੈ ਜਾਨ ਡਰਦੀ। ਉਸ ਸਮੇਂ ਦਾ ਮਾਹੌਲ ਕਿ ਜਵਾਨ ਪੁੱਤਾਂ ਦੀਆਂ ਲਾਸ਼ਾਂ ਨੂੰ ਪਿਤਾ ਢੋਵੇ, ਜਵਾਨ ਪੁੱਤਾਂ ਦੀਆਂ ਲਾਸ਼ਾਂ ਨੂੰ ਪਿਤਾ ਢੋਵੇ। ਉਡੀਕੇ ਮਾਂ ਬੁੱਢੀ ਬਰੂਹੇ ਆਣ ਖੜਦੀ। ਵੀਰੇ ਆ ਕਿਧਰੋਂ ਮਾਰੇ ਭੈਣ ਵਾਜਾਂ, ਭੈਣ ਕੱਲੀ ਤੇ ਜਾਂਦੀ ਹੈ ਜਾਨ ਡਰਦੀ। ਸੁਹਾਗ ਮੱਥੇ ਦਾ ਪਲਾਂ ਵਿੱਚ ਪੂੰਝ ਦਿੱਤਾ, ਸੁਹਾਗ ਮੱਥੇ ਦਾ ਪਲਾਂ ਵਿੱਚ ਪੂੰਝ ਦਿੱਤਾ। ਲਿਆ ਸਰਕਾਰੇ ਸਹਾਰਾ ਬੇਈਮਾਨੀਆਂ ਦਾ। ਤੂੰ ਪੁੱਤ ਮਾਰੇ ਤੂੰ ਵੀਰ ਮਾਰੇ, ਮਾਰੇ ਪਤੀ ਤੂੰ ਤਾਂ ਤੈਂ ਭੋਰਾ ਫਿਕਰ ਨਾ ਕੀਤਾ ਜਵਾਨੀਆਂ ਦਾ। ਤੂੰ ਪੁੱਤ ਮਾਰੇ ਤੂੰ ਵੀਰ ਮਾਰੇ, ਮਾਰੇ ਪਤੀ ਤੂੰ ਤਾਂ ਤੈਂ ਭੋਰਾ ਫਿਕਰ ਨਾ ਕੀਤਾ ਜਵਾਨੀਆਂ ਦਾ। ਜਦੋਂ ਵੀ ਧਰਮ ਨੂੰ ਲੋੜ ਪੈਂਦੀ, ਜਦੋਂ ਵੀ ਧਰਮ ਨੂੰ ਲੋੜ ਪੈਂਦੀ, ਜ਼ਿੰਮੇਵਾਰੀ ਤਾਂ ਕੋਈ ਉਠਾ ਲੈਂਦਾ। ਮੀਰੀ ਪੀਰੀ ਦਾ ਸੱਚਾ ਸਿਧਾਂਤ ਜਿਹੜਾ, ਉਹ ਸਿਧਾਂਤ ਨੂੰ ਕੋਈ ਬਚਾ ਲੈਂਦਾ। ਦੇ ਸ਼ਹਾਦਤ ਉਹ ਧਰਮ ਅਸਥਾਨ ਉੱਤੋਂ, ਆਖਰ ਦੁਸ਼ਮਣ ਨੂੰ ਏਦਾਂ ਉਹ ਢਾ ਲੈਂਦਾ। ਆਪਾ ਵਾਰ ਦਿੰਦਾ ਧਰਮ ਬਚਾਉਣ ਖਾਤਰ, ਗੋਲੀ ਸੀਨੇ ਤੇ ਦੁਸ਼ਮਣ ਦੀ ਖਾ ਲੈਂਦਾ।
ਆਪਾ ਵਾਰ ਦਿੰਦਾ ਧਰਮ ਬਚਾਉਣ ਖਾਤਰ, ਗੋਲੀ ਸੀਨੇ ਤੇ ਦੁਸ਼ਮਣ ਦੀ ਖਾ ਲੈਂਦਾ। ਸੰਤ ਜਰਨੈਲ ਸੀ ਉਹ, ਯੋਧਾ ਸ਼ੇਰ ਸੀ ਉਹ, ਜਿਹੜਾ ਡਰਿਆ ਨਹੀਂ ਭੈੜੀ ਸਰਕਾਰ ਕੋਲੋਂ। ਡਰੀ ਸਰਕਾਰ ਸੀ ਸ਼ੇਰ ਦੇ ਜਿਗਰ ਕੋਲੋਂ, ਡਰੀ ਸਰਕਾਰ ਸੀ ਉਹਦੀ ਦਹਾੜ ਕੋਲੋਂ। ਡਰੀ ਸਰਕਾਰ ਸੀ ਸ਼ੇਰ ਦੇ ਜਿਗਰ ਕੋਲੋਂ, ਡਰੀ ਸਰਕਾਰ ਸੀ ਉਹਦੀ ਦਹਾੜ ਕੋਲੋਂ। ਅੱਗੇ ਦੇਖਣਾ ਕਿ ਬਾਜਾਂ ਵਾਲੇ ਨੇ ਬਖਸ਼ੀ ਕਿਰਪਾਨ ਜਿਹੜੀ, ਇਹ ਤਾਂ ਜ਼ੁਲਮ ਮੁਕਾਊ ਕਿਰਪਾਨ ਚੁੱਕੀ। ਜਾਚਕ ਸਾਹਿਬ, ਇਹ ਬਾਜਾਂ ਵਾਲੇ ਨੇ ਬਖਸ਼ੀ ਕਿਰਪਾਨ ਜਿਹੜੀ, ਇਹ ਤਾਂ ਜ਼ੁਲਮ ਮੁਕਾਊ ਕਿਰਪਾਨ ਚੁੱਕੀ। ਭਿੰਡਰਾਂ ਵਾਲੇ ਨੇ ਤੇਰੀ ਕਿਰਪਾਨ ਚੁੱਕੀ, ਪੰਥਕ ਝੰਡਾ ਚਲਾਊ ਕਿਰਪਾਨ ਚੁੱਕੀ। ਹੱਕ ਸੱਚ ਦੀ ਆਵਾਜ਼ ਉਠਾਊ ਜਿਹੜੀ, ਇਹ ਸਰਕਾਰ ਹਿਲਾਊ ਕਿਰਪਾਨ ਚੁੱਕੀ। ਬਿਨਾਂ ਖੌਫ ਦੇ ਹਾਕਮ ਵੰਗਾਰ ਦੀਏ, ਇਹ ਤਾਂ ਤਖਤ ਬਚਾਊ ਕਿਰਪਾਨ ਚੁੱਕੀ। ਕਿ ਹੱਕ ਸੱਚ ਦੀ ਆਵਾਜ਼ ਉਠਾਊ ਜਿਹੜੀ, ਇਹ ਸਰਕਾਰ ਹਿਲਾਊ ਕਿਰਪਾਨ ਚੁੱਕੀ। ਬਿਨਾਂ ਖੌਫ ਦੇ ਹਾਕਮ ਵੰਗਾਰ ਦੀਏ, ਇਹੀ ਤਖਤ ਬਚਾਊ ਕਿਰਪਾਨ ਚੁੱਕੀ। ਸੰਤਾਂ ਸਿੰਘਾਂ ਨੂੰ ਪਿੱਛੇ ਨਹੀਂ ਹਟਣ ਦਿੱਤਾ, ਸੰਤਾਂ ਸਿੰਘਾਂ ਨੂੰ ਪਿੱਛੇ ਨਹੀਂ ਹਟਣ ਦਿੱਤਾ। ਲਾਉਂਦੇ ਜੈਕਾਰੇ ਸੀ ਵਾਰੀ ਹਰਜਾਨ ਉੱਤੋਂ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਆਪਾ ਵਾਰ ਦਿੱਤਾ ਧਰਮ ਅਸਥਾਨ ਉੱਤੋਂ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਆਪਾ ਵਾਰ ਦਿੱਤਾ ਧਰਮ ਅਸਥਾਨ ਉੱਤੋਂ। ਦੇਖਣਾ ਕਿ ਤਖਤਾਂ ਵਾਲਿਆਂ ਤਖਤਾ ਬਚਾਉਣ ਦੇ ਲਈ, ਨੂਰ ਸਾਹਿਬ, ਸੁਜਾਨ ਸਾਹਿਬ, ਕਿ ਤਖਤਾਂ ਵਾਲਿਆਂ ਤਖਤਾ ਬਚਾਉਣ ਦੇ ਲਈ ਤੇਰੇ ਤਖਤ ਨਾਲ ਈਰਖਾ ਭਰੀ ਜਾਂਦੇ। ਤਖਤਾਂ ਵਾਲਿਆਂ ਤਖਤਾ ਬਚਾਉਣ ਦੇ ਲਈ ਤੇਰੇ ਤਖਤ ਨਾਲ ਈਰਖਾ ਕਰੀ ਜਾਂਦੇ। ਸਿਰਫ ਆਪਣੀ ਸੱਤਾ ਵਿੱਚ ਟਿਕਣ ਦੇ ਲਈ ਜ਼ਹਿਰ ਧਰਮ ਦੀ ਸੱਤਾ ਵਿੱਚ ਭਰੀ ਜਾਂਦੇ। ਕੱਚੇ ਬੋਲਾਂ ਤੇ ਕੱਚ ਕਮਾਉਣ ਵਾਲੇ, ਕੱਚੇ ਬੋਲਾਂ ਤੇ ਕੱਚ ਕਮਾਉਣ ਵਾਲੇ, ਕੱਚੇ ਵਾਂਗਰਾਂ ਖਰੀ ਦੇ ਖਰੀ ਜਾਂਦੇ। ਪੁੱਤਰ ਮਾਵਾਂ ਦੇ ਧਰਮੀ ਅਖਵਾਉਣ ਵਾਲੇ, ਖਾਤਰ ਧਰਮ ਦੀ ਧਰਮ ਲਈ ਮਰੀ ਜਾਂਦੇ। ਸੋ ਨਿਹਾਲ ਮਿਹਰਬਾਨੀ ਜੀਓ। ਕੱਚੇ ਬੋਲਾਂ ਤੇ ਕੱਚ ਕਮਾਉਣ ਵਾਲੇ, ਕੱਚੇ ਵਾਂਗਰਾਂ ਖਰੀ ਦੇ ਖਰੀ ਜਾਂਦੇ। ਪੁੱਤਰ ਮਾਵਾਂ ਦੇ ਧਰਮੀ ਅਖਵਾਉਣ ਵਾਲੇ, ਖਾਤਰ ਧਰਮ ਦੀ ਧਰਮ ਨਾਲ ਮਰੀ ਜਾਂਦੇ। ਰਾਜਨੀਤੀ ਨਾ ਧਰਮ ਤੇ ਹੋਏ ਭਾਰੀ, ਰਾਜਨੀਤੀ ਨਾ ਧਰਮ ਤੇ ਹੋਏ ਭਾਰੀ। ਉਹ ਆਸਣ ਕੇਰਾਂ ਤਾਂ ਤਖਤ ਤੇ ਲਾ ਦਾਤਾ। ਮੀਰੀ ਪੀਰੀ ਦੇ ਮਾਲਕਾ, ਮੁੜ ਕੇ ਆ ਲੋਕਾਂ ਨੂੰ ਫੇਰ ਸਮਝਾ ਦਾਤਾ। ਕਿ ਮੀਰੀ ਪੀਰੀ ਦੇ ਮਾਲਕਾ, ਮੁੜ ਕੇ ਆ ਲੋਕਾਂ ਨੂੰ ਫੇਰ ਸਮਝਾ ਦਾਤਾ। ਇੰਦਰਾ ਗਾਂਧੀ ਦੀ ਗੱਲ ਦੇਖਣਾ ਨੂਰ ਸਾਹਿਬ, ਜਾਚਕ ਸਾਹਿਬ, ਸੁਜਾਨ ਜੀ, ਕਿ ਔਰਤ ਕਹਿੰਦੇ ਨੇ ਘਰ ਬਣਾਉਂਦੀ ਏ, ਔਰਤ ਕਹਿੰਦੇ ਨੇ ਘਰ ਬਣਾਉਂਦੀ ਏ। ਕੈਸੀ ਔਰਤ ਸੈਂ ਘਰ ਤੂੰ ਢਾ ਦਿੱਤਾ। ਹੋ ਕੇ ਔਰਤ ਦੀ ਔਰਤ ਹੀ ਬਣੀ ਦੁਸ਼ਮਣ, ਔਰਤ ਔਰਤ ਨੂੰ ਵਿਧਵਾ ਬਣਾ ਦਿੱਤਾ। ਕਿ ਔਰਤ ਕਹਿੰਦੇ ਨੇ ਘਰ ਬਣਾਉਂਦੀ ਏ, ਕੈਸੀ ਔਰਤ ਸੈਂ ਘਰ ਤੂੰ ਢਾ ਦਿੱਤਾ। ਹੋ ਕੇ ਔਰਤ ਹੀ ਔਰਤ ਦੀ ਬਣੀ ਦੁਸ਼ਮਣ, ਔਰਤ ਔਰਤ ਨੂੰ ਵਿਧਵਾ ਬਣਾ ਦਿੱਤਾ। ਉਹ ਵੀ ਔਰਤ ਸੀ, ਪਤੀ ਕੁਰਬਾਨ ਕੀਤਾ। ਹਿੰਦੂ ਧਰਮ ਸੀ ਜਿਹਨੇ ਬਚਾ ਦਿੱਤਾ। ਉਹ ਭੁੱਲ ਗੁਜਰੀ ਤੂੰ ਜ਼ੁਲਮ ਹੀ ਜ਼ੁਲਮ ਕੀਤਾ, ਸਾਡੇ ਤਖਤ ਅਟੈਕ ਕਰਵਾ ਦਿੱਤਾ। ਕਿ ਉਹ ਵੀ ਔਰਤ ਸੀ, ਪਤੀ ਕੁਰਬਾਨ ਕੀਤਾ। ਹਿੰਦੂ ਧਰਮ ਸੀ ਜਿਹਨੇ ਬਚਾ ਦਿੱਤਾ। ਭੁੱਲ ਗੁਜਰੀ ਤੂੰ ਜ਼ੁਲਮ ਹੀ ਜ਼ੁਲਮ ਕੀਤਾ, ਸਾਡੇ ਤਖਤ ਅਟੈਕ ਕਰਵਾ ਦਿੱਤਾ। ਤੇਰੇ ਧਰਮ ਨੂੰ ਗੁਰਾਂ ਬਚਾਉਣ ਖਾਤਰ, ਤੇਰੇ ਧਰਮ ਨੂੰ ਗੁਰਾਂ ਬਚਾਉਣ ਖਾਤਰ ਦਿੱਲੀ ਵਿੱਚ ਸੀ ਸੀਸ ਕਟਾ ਦਿੱਤਾ। ਵਿਸਾਰ ਗੁਰਾਂ ਨੂੰ ਮਨਾ ਚੋਂ ਤੂੰ ਇੰਦਰਾ, ਸਾਡੇ ਧਰਮ ਦਾ ਤਖਤ ਹੀ ਢਾ ਦਿੱਤਾ। ਕਿ ਨੌਵੇਂ ਗੁਰਾਂ ਨੂੰ ਭੁੱਲ ਇੰਦਰਾ ਤੂੰ, ਸਾਡੇ ਧਰਮ ਦਾ ਤਖਤ ਹੀ ਢਾ ਦਿੱਤਾ। ਅਖੀਰਲਾ ਬੰਦ, ਅਖੀਰਲਾ ਬੰਦ, ਕਿ ਕਰੇ ਜ਼ੁਲਮ ਨਾ ਕਦੇ ਵੀ ਕੌਮ ਸਾਡੀ, ਕਰੇ ਜ਼ੁਲਮ ਨਾ ਕਦੇ ਵੀ ਕੌਮ ਸਾਡੀ। ਦੱਸੇ ਹੱਕ ਵੀ ਕਦੇ ਦਬਾਵਣਾ ਨਹੀਂ। ਸਿੱਖ ਕੌਮ ਨੂੰ ਐਸਾ ਤੂੰ ਦੁੱਖ ਦਿੱਤਾ, ਨਾ ਹੀ ਭੁੱਲਣਾ ਤੇ ਕਦੇ ਭੁਲਾਵਣਾ ਨਹੀਂ। ਗੱਦਾਰ ਕੌਮ ਦੇ ਜਿੰਨਾ ਵੀ ਸਾਥ ਦਿੱਤਾ, ਗੱਦਾਰ ਕੌਮ ਦੇ ਜਿੰਨਾ ਵੀ ਸਾਥ ਦਿੱਤਾ। ਸਾਥ ਕੌਮ ਦਾ ਕਦੇ ਵੀ ਪਾਵਣਾ ਨਹੀਂ। ਭਾਵੇਂ ਮੌਤ ਵੀ ਸਾਨੂੰ ਬੁਲਾਉਣ ਆ ਜੇ, ਤੇਰੇ ਜੀਆਂ ਨੂੰ ਐਪਰ ਬੁਲਾਵਣਾ ਨਹੀਂ। ਕਿ ਗੱਦਾਰ ਕੌਮ ਦੇ
ਜਿੰਨਾ ਵੀ ਸਾਥ ਦਿੱਤਾ ਸਾਥ ਕੌਮ ਦਾ ਕਦੇ ਵੀ ਪਾਵਣਾ ਨਹੀਂ, ਭਾਵੇਂ ਮੌਤ ਵੀ ਸਾਨੂੰ ਬੁਲਾਣ ਆ ਜੇ ਤੇਰੇ ਜੀਆਂ ਨੂੰ ਐਪਰ ਬੁਲਾਵਣਾ ਨਹੀਂ। ਹੁਕਮ ਦੇਣ ਤੋਂ ਪਹਿਲਾਂ ਵਿਚਾਰ ਲੈਂਦੀ, ਹੁਕਮ ਦੇਣ ਤੋਂ ਪਹਿਲਾਂ ਵਿਚਾਰ ਲੈਂਦੀ, ਨਾ ਰੁੱਲ ਜਾਣਾ ਮਾੜਾ ਆਵਾਮ ਕਹਿਣਾ, ਸ਼ੁਕਰ ਗੁਜ਼ਾਰ ਏ ਜਦ ਤੱਕ ਰਹੂ ਦੁਨੀਆ ਨਜ਼ਰ ਸਿੱਖਾਂ ਦੀ ਇੰਦਰਾ ਬਦਨਾਮ ਰਹਿਣਾ। ਕਿ ਸ਼ੁਕਰ ਗੁਜ਼ਾਰ ਇਹ ਜਦ ਤੱਕ ਰਹੂ ਦੁਨੀਆ ਨਜ਼ਰ ਸਿੱਖਾਂ ਦੀ ਇੰਦਰਾ ਬਦਨਾਮ ਰਹਿਣਾ, ਨਜ਼ਰ ਸਿੱਖਾਂ ਦੀ ਇੰਦਰਾ ਬਦਨਾਮ ਰਹਿਣਾ, ਨਜ਼ਰ ਸਿੱਖਾਂ ਦੀ ਇੰਦਰਾ ਬਦਨਾਮ ਰਹਿਣਾ। ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ। ਜਾਚਕ ਸਾਹਿਬ, ਨੂਰ ਸਾਹਿਬ ਤੇ ਸੁਜਾਨ ਸਾਹਿਬ ਕਰਕੇ ਮੈਂ ਗੁਰਦੀਸ਼ ਕੌਰ ਮੈਡਮ ਗਰੇਵਾਲ ਜੀ ਦੇ ਨਾਲ ਜੁੜਿਆ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇਹ ਇੱਕ ਐਸੀ ਸਾਡੀ ਦਿਲ ਕੰਬਾਊ ਜ਼ਿੰਦਗੀ ਦੀ ਘਟਨਾ ਹੈ ਜਿਸ ਨੂੰ ਨਾ ਅਸੀਂ ਕਦੀ ਭੁੱਲ ਸਕਦੇ ਹਾਂ, ਨਾ ਭੁਲਾ ਸਕਦੇ ਹਾਂ, ਨਾ ਹੀ ਦੋਸ਼ੀਆਂ ਨੂੰ ਅਸੀਂ ਬਖਸ਼ ਸਕਦੇ ਹਾਂ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਆਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨਦਿਆਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਬੇਟੇ, ਤੁਸੀਂ ਬਹੁਤ ਹੀ ਭਾਵਪੂਰਤ ਕਥਾ ਆਪਣੀ ਚੜ੍ਹਦੀ ਕਲਾ ਦੇ ਵਿੱਚ ਸੁਣਾਈ। ਉਹ ਸਾਕਾ ਜਿਹੜਾ ਹੈਗਾ ਸ਼ਹੀਦ ਦੀ ਸਾਕਾ ਸਾਡੇ ਸਾਹਮਣੇ ਉਜਾਗਰ ਹੋ ਗਿਆ ਤੇ ਕਿਵੇਂ ਸਿੱਖਾਂ ਨੇ ਚੜ੍ਹਦੀ ਕਲਾ ਚ ਰਹਿ ਕੇ ਇਸ ਦਾ ਮੁਕਾਬਲਾ ਕੀਤਾ। ਤੇ ਸ਼ਾਬਾਸ਼ ਬੇਟੇ, ਤੁਸੀਂ ਇਸੇ ਤਰ੍ਹਾਂ ਇਸ ਰਾਹ ਤੇ ਚੱਲੇ ਹੋ। ਆਪਣੇ ਪਿਤਾ ਜੀ ਦੀ ਤੁਸੀਂ ਜਿਹੜਾ ਸੀ ਉਹਨਾਂ ਦਾ ਜੋ ਟੈਲੈਂਟ ਸੀ ਉਸ ਨੂੰ ਅੱਗੇ ਤੋਰ ਰਹੇ ਹੋ। ਬਹੁਤ ਤੁਸੀਂ ਵਧਾਈ ਦੇ ਪਾਤਰ ਹੋ ਤੇ ਮਿਹਰਬਾਨੀ ਜੀ, ਧੰਨਵਾਦ ਤੁਹਾਡਾ। ਤੇ ਤੁਸੀਂ ਅੱਗੋਂ ਵੀ ਜਦੋਂ ਵੀ ਅਸੀਂ ਬੁਲਾਈਏ, ਮੈਨੂੰ ਲੱਗਦਾ ਸਾਡੀ ਬੇਨਤੀ ਪ੍ਰਵਾਨ ਕਰਕੇ ਸਾਡੇ ਜ਼ਰੂਰ ਹਾਜ਼ਰੀਆਂ ਭਰੋਗੇ। ਤੇ ਹੁਣ ਮੇਰੀ ਬੇਨਤੀ ਹੈ ਜੀ ਅਗਲੀ ਡਾਕਟਰ ਹਰੀ ਸਿੰਘ ਜਾਚਕ ਜੀ ਨੂੰ। ਤੇ ਡਾਕਟਰ ਹਰੀ ਸਿੰਘ ਜਾਚਕ ਜੀ, ਪਹਿਲਾਂ ਤਾਂ ਤੁਹਾਨੂੰ ਮਾਫੀ ਚਾਹੁੰਦੀ ਹਾਂ ਜੀ, ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਪਿਆ। ਅਸਲ ਵਿੱਚ ਅੱਜ ਦਾ ਜਿਹੜਾ ਕਵੀ ਦਰਬਾਰ ਆ ਉਹ ਇੰਡੀਆ ਤੇ USA ਵਾਲਿਆਂ ਦਾ ਹੀ ਆ। ਅਸੀਂ ਕੈਲਗਰੀ ਵਾਲੇ ਸਾਰੇ ਜਿਹੜੇ ਆ ਕੱਲ ਨੂੰ ਸਮਾਂ ਲੈ ਲਵਾਂਗੇ ਤੇ ਅਸੀਂ ਕਿਹਾ ਵੀ ਅੱਜ ਇੰਡੀਆ ਵਾਲਿਆਂ ਨੂੰ ਸਮਾਂ ਦੇਈਏ। ਸੋ ਵਾਰੀ ਸਮਾਂ ਦਿੰਦਿਆਂ ਥੋੜਾ ਜਿਹਾ ਟਾਈਮ ਲੱਗ ਜਾਂਦਾ, ਸੋ ਮਾਫੀ ਚਾਹੁੰਦੀ ਹਾਂ ਜੀ। ਇਹਨਾਂ ਬਾਰੇ ਮੈਂ ਜਾਣ ਪਛਾਣ ਕਰਾ ਦੇਵਾਂ। ਪਹਿਲਾਂ ਤੇ ਇਹਨਾਂ ਨੂੰ ਜੀ ਆਇਆਂ ਜੀ, ਅੱਜ ਸਾਡੇ ਦੀਵਾਨ ਚ ਪਹਿਲੀ ਵਾਰੀ ਆਏ ਆ। ਤੇ ਡਾਕਟਰ ਹਰੀ ਸਿੰਘ ਜਾਚਕ ਵੈਸੇ ਤਾਂ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ, ਤੇ ਕਿਉਂਕਿ ਇਹਨਾਂ ਨੂੰ ਆਪਾਂ ਇਹਨਾਂ ਦੀਆਂ ਕਵਿਤਾਵਾਂ ਬੜੀ ਚੜ੍ਹਦੀ ਕਲਾ ਵਿੱਚ YouTube ਤੇ Facebook ਤੇ ਅਕਸਰ ਸੁਣਦੇ ਰਹਿੰਦੇ ਆ, ਪੜ੍ਹਦੇ ਰਹਿੰਦੇ ਆ। ਤੇ ਹਰੇਕ ਵਿਸ਼ੇ ਤੇ ਇਹ ਆਪਣੀ ਕਲਮ ਚਲਾਉਂਦੇ ਆ, ਕੋਈ ਚਾਹੇ ਸਮਾਜਿਕ ਵਿਸ਼ਾ ਹੋਵੇ ਚਾਹੇ ਧਾਰਮਿਕ ਵਿਸ਼ਾ ਹੋਵੇ। ਹਜ਼ਾਰਾਂ ਦੀ ਗਿਣਤੀ ਵਿੱਚ ਇਹਨਾਂ ਦੀਆਂ ਕਵਿਤਾਵਾਂ ਜਿਹੜੀਆਂ YouTube ਤੇ ਉਪਲਬਧ ਆ ਤੇ ਬੜੀ ਚੜ੍ਹਦੀ ਕਲਾ ਚ ਆਪਣੀ ਕਵਿਤਾ ਸੁਣਾਉਂਦੇ ਆ। ਇਹ MA PhD ਗੋਲਡ ਮੈਡਲਿਸਟ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਐਡੀਸ਼ਨਲ ਚੀਫ ਸੈਕਟਰੀ ਨੇ ਤੇ ਚੇਅਰਮੈਨ ਨੇ ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੁਸਾਇਟੀ। ਇਹਨਾਂ ਨੇ ਆਪਣੇ ਜਵਾਨ ਮਹਰੂਮ ਬੱਚੇ ਦੀ ਯਾਦ ਦੇ ਵਿੱਚ ਬਣਾਈ ਹੋਈ ਹੈ ਜੀ, ਤੇ ਉਹਦੀ ਯਾਦ ਦੇ ਵਿੱਚ ਇਸ ਸੁਸਾਇਟੀ ਵੱਲੋਂ ਇਹ ਜਿਹੜੇ ਯੰਗ ਬੱਚਿਆਂ ਦੇ ਪੀੜ੍ਹੀ ਨੂੰ ਨਾਲ ਜੋੜ ਰਹੇ ਨੇ ਤੇ ਕਵੀ ਦਰਬਾਰ ਉਹਦੀ ਯਾਦ ਚ ਕਰਾਉਂਦੇ ਨੇ ਜੀ। ਤੇ ਉਸ ਤੋਂ ਬਾਅਦ ਇਹ ਸ਼੍ਰੋਮਣੀ ਪੰਥਕ ਕਵੀ ਸਭਾ ਤੇ ਸ਼੍ਰੀ ਦਸ਼ਮੇਸ਼ ਇੰਟਰਨੈਸ਼ਨਲ ਪੰਜਾਬੀ ਕਵੀ ਸਭਾ ਜਿਸ ਦੇ ਨੂਰ ਸਾਹਿਬ ਪ੍ਰਧਾਨ ਨੇ ਤੇ ਇਹ ਸਕੱਤਰ ਨੇ ਇਹਨਾਂ ਸਭਾਵਾਂ ਦੇ, ਤੇ 11 ਕਿਤਾਬਾਂ ਲਿਖ ਚੁੱਕੇ ਨੇ। ਇਹਨਾਂ ਦੀਆਂ ਕੁਝ ਕਿਤਾਬਾਂ ਮੇਰੇ ਕੋਲ ਹੈਗੀਆਂ। ਤੇ ਸਭ ਤੋਂ ਵੱਧ ਮੈਨੂੰ ਇਹਨਾਂ ਤੇ ਮਾਣ ਆ ਕਿ ਇਹ ਮੇਰੇ ਸ਼ਹਿਰ ਦੇ ਤੇ ਮੇਰੇ ਮੁਹੱਲੇ ਦੇ ਨਿਵਾਸੀ ਆ ਤੇ ਅਸੀਂ ਇੱਕੋ ਮੁਹੱਲੇ ਦੇ ਰਹਿਣ ਵਾਲੇ ਆ ਤੇ ਅਸੀਂ ਕਈ ਕਵੀ ਦਰਬਾਰ ਜਿਹੜੇ ਆ ਇਕੱਠਿਆਂ ਵੀ ਕੀਤੇ ਆ। ਸੋ ਇਹਨਾਂ ਨੂੰ ਬਹੁਤ ਸਾਰੀਆਂ ਸਭਾਵਾਂ ਵੱਲੋਂ ਮਾਨ ਸਨਮਾਨ ਮਿਲ ਚੁੱਕੇ ਆ ਤੇ ਇਹ ex-DPDO ਲੁਧਿਆਣਾ ਰਿਟਾਇਰ ਹੋਏ ਆ। ਤੇ ਬਹੁਤ ਬਹੁਤ ਧੰਨਵਾਦ ਜੀ। ਜੀ ਆਇਆਂ ਜਾਚਕ ਸਾਹਿਬ, ਤੇ ਤੁਸੀਂ ਆਪਣੀ ਰਚਨਾ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭੈਣ ਗੁਰਦੀਸ਼ ਕੌਰ ਗਰੇਵਾਲ ਜੀ, ਜਿਹੜੇ ਬਹੁਤ ਸੋਹਣੀ ਸਟੇਜ ਦੀ ਸੇਵਾ ਨਿਭਾ ਰਹੇ ਨੇ। ਤੇ ਜਿੱਥੇ ਇਹਨਾਂ ਦੇ ਦਰਸ਼ਨ ਲੁਧਿਆਣਾ ਵਿਖੇ ਕਰਦਾ ਰਹਿੰਦਾ ਸਾਂ, ਅੱਜ ਕੈਨੇਡਾ ਤੋਂ ਇਹਨਾਂ ਦੇ ਕੈਲਗਰੀ ਤੋਂ ਦਰਸ਼ਨ ਕਰ ਰਿਹਾ ਜੀ। ਤੋ ਇਸ ਕਵੀ ਦਰਬਾਰ ਦੇ ਅੰਦਰ ਬਹੁਤ ਹੀ ਸਤਿਕਾਰਤ ਸ਼ਖਸੀਅਤਾਂ, ਇੰਜੀਨੀਅਰ ਕਰਮਜੀਤ ਸਿੰਘ ਜੀ ਨੂਰ ਸਾਹਿਬ, ਬਹੁਤ ਹੀ ਸਤਿਕਾਰਤ ਸਾਡੀ ਉੱਭਰਦੀ ਕਵਿਤਰੀ ਸਰਬਜੀਤ ਕੌਰ ਸਰਬ ਉੱਤਰਾਖੰਡ, ਸਰ ਸ਼ੁਕਰਗੁਜ਼ਾਰ ਸਿੰਘ ਜੀ ਐਡਵੋਕੇਟ ਸਾਹਿਬ, ਜਿਨ੍ਹਾਂ ਨੇ ਆਪਣੇ ਜੋ ਗੁਰਮਤ ਦੇ ਸੰਸਕਾਰ ਪਿਤਾ ਪੁਰਖੀ ਮਿਲੇ ਸਨ, ਕਲਮ ਮਿਲੀ ਸੀ, ਕਵਿਤਾ ਮਿਲੀ ਸੀ, ਉਸ ਨੂੰ ਹੋਰ ਅੱਗੇ ਵਧਾਉਂਦਿਆਂ ਚਾਰ ਚੰਨ ਲਾ ਰਹੇ ਨੇ।
ਬਹੁਤ ਸੋਹਣੀਆਂ ਕਵਿਤਾਵਾਂ, ਦਰਦ ਭਿੱਜੇ ਬੋਲ ਜੋ ਉਸ ਸਮੇਂ ਦੇ ਸਨ, ਉਹ ਸਾਡੇ ਨਾਲ ਸਾਂਝੇ ਕੀਤੇ ਨੇ। ਦਾਸ ਵੀ ਅੱਜ ਉਸ ਲਹੂ ਭਿੱਜੇ ਇਤਿਹਾਸ ਦੇ ਪੰਨੇ ਨੂੰ ਸੰਗਤਾਂ ਦੇ ਸਨਮੁਖ ਕਵਿਤਾ ਰੂਪ ਵਿੱਚ ਰੱਖਣ ਜਾ ਰਿਹਾ ਹੈ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਨੂਰ ਸਾਹਿਬ ਇੱਕ ਬੰਦ ਸਿੱਖ ਇਤਿਹਾਸ ਬਾਰੇ ਕਿ ਸਿੱਖ ਇਤਿਹਾਸ ਦਾ ਕੋਈ ਵੀ ਨਹੀਂ ਪੰਨਾ ਗੱਲ ਕਰੇ ਨਾ ਜਿਹੜਾ ਕੁਰਬਾਨੀਆਂ ਦੀ। ਸਿੱਖ ਇਤਿਹਾਸ ਦਾ ਕੋਈ ਵੀ ਨਹੀਂ ਪੰਨਾ ਗੱਲ ਕਰੇ ਨਾ ਜਿਹੜਾ ਕੁਰਬਾਨੀਆਂ ਦੀ। ਲਹੂ ਭਿੱਜਾ ਇਤਿਹਾਸ ਦਾ ਹਰ ਅੱਖਰ ਦੱਸਦਾ ਦਾਸਤਾਂ ਸਾਨੂੰ ਬਲੀਦਾਨੀਆਂ ਦੀ। ਆ ਕਰਨਾ ਪੈਂਦਾ ਏ ਮਰਨ ਕਬੂਲ ਪਹਿਲੋਂ, ਤੇ ਗੱਲ ਤੁਰਦੀ ਏ ਫੇਰ ਜ਼ਿੰਦਗਾਨੀਆਂ ਦੀ। ਉਹ ਸਾਨੂੰ ਮੌਤ ਮਰ ਜਾਣੀ ਨੇ ਕੀ ਕਹਿਣਾ, ਅਸੀਂ ਅੰਸ ਸਰਬੰਸ ਦੇ ਦਾਨੀਆਂ ਦੀ। ਸਾਨੂੰ ਮੌਤ ਮਰ ਜਾਣੀ ਨੇ ਕੀ ਕਹਿਣਾ, ਅਸੀਂ ਅੰਸ ਸਰਬੰਸ ਦੇ ਦਾਨੀਆਂ ਦੀ। ਦਰਸ਼ਨ ਕਰੀਏ ਉਸ ਇਤਿਹਾਸ ਦੇ ਕਿ ਪੰਚਮ ਪਾਤਸ਼ਾਹ ਦੇ ਸ਼ਹੀਦੀ ਪੁਰਬ ਉੱਤੇ ਸੰਗਤਾਂ ਪਹੁੰਚੀਆਂ ਕਰਨ ਦੀਦਾਰ ਉਦੋਂ। ਕਰ ਰਹੀਆਂ ਸਨ ਤਨ ਤੇ ਮਨ ਸੀਤਲ, ਪਾਵਨ ਅੰਮ੍ਰਿਤ ਸਰੋਵਰ ਵਿਚਕਾਰ ਉਦੋਂ। ਹਮਲਾ ਹੋਇਆ ਅਚਾਨਕ ਹੀ ਬਿਨਾਂ ਦੱਸੇ, ਘੇਰਾ ਪੈ ਗਿਆ ਗੁਰੂ ਦਰਬਾਰ ਉਦੋਂ। ਤੇ ਉਹਨਾਂ ਲਈ ਹਰ ਸਿੱਖ ਸੀ ਅੱਤਵਾਦੀ, ਦਿਸਿਆ ਜਿਹੜਾ ਵੀ ਦਿੱਤਾ ਸੀ ਮਾਰ ਉਦੋਂ। ਉਹਨਾਂ ਲਈ ਹਰ ਸਿੱਖ ਸੀ ਅੱਤਵਾਦੀ, ਦਿਸਿਆ ਜਿਹੜਾ ਵੀ ਦਿੱਤਾ ਸੀ ਮਾਰ ਉਦੋਂ। ਤੋਂ ਮਾਰ ਮਾਰ ਬੇਦੋਸ਼ੇ ਬੇਹਾਲ ਕੀਤੇ, ਸਾਡੇ ਆਪਣਿਆਂ ਚੁੱਕੀ ਸੀ ਅੱਤ ਉਦੋਂ। ਵਗਿਆ ਲਹੂ ਦਾ ਸੀ ਦਰਿਆ ਉਥੇ, ਡੁੱਲੀ ਪਈ ਸੀ ਥਾਂ ਥਾਂ ਰਾਤ ਉਦੋਂ। ਸੜਦੀ ਧੁੱਪ ਅੰਦਰ ਤੱਤੇ ਫਰਸ਼ ਉੱਤੇ, ਕੋ ਸੀ ਕੀਤੀ ਦੁਰਗਤ ਉਦੋਂ। ਕਿੱਥੇ ਜਾਂਦੇ ਤੇ ਸਿਰ ਲਕੋ ਲੈਂਦੇ, ਹਰ ਥਾਂ ਚੋਰ ਹੀ ਸੀ ਜ਼ੁਲਮੀ ਛੱਤ ਉਦੋਂ। ਕਿੱਥੇ ਜਾਂਦੇ ਤੇ ਸਿਰ ਲਕੋ ਲੈਂਦੇ, ਹਰ ਥਾਂ ਚੋਰ ਹੀ ਸੀ ਜ਼ੁਲਮੀ ਛੱਤ ਉਦੋਂ। ਥੋੜਾ ਜਿਹਾ ਮਾਈਕ ਦੇ ਨੇੜੇ ਹੋ ਜਾਓ ਜਾਜਕ ਸਾਹਿਬ, ਮਾਈਕ ਤੋਂ ਪਿੱਛੇ ਚਲੇ ਜਾਂਦੀ ਕਈ ਵਾਰੀ ਤੁਹਾਡੀ ਆਵਾਜ਼। ਦਰਸ਼ਨ ਕਰਿਓ ਮਹਾਨ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ। ਸੰਤ ਜਰਨੈਲ ਸਿੰਘ ਆਖਿਆ ਸਾਥੀਆਂ ਨੂੰ, ਕੁਰਬਾਨੀ ਕਰਨ ਲਈ ਹੋਵੋ ਤਿਆਰ ਸਿੰਘੋ। ਸੰਤ ਜਰਨੈਲ ਸਿੰਘ ਆਖਿਆ ਸਾਥੀਆਂ ਨੂੰ, ਕੁਰਬਾਨੀ ਕਰਨ ਲਈ ਹੋਵੋ ਤਿਆਰ ਸਿੰਘੋ। ਘੇਰਾ ਪਿਆ ਗੁਰੂ ਦਰਬਾਰ ਤਾਈਂ, ਥੋੜੀ ਅਣਖ ਨੂੰ ਰਿਹਾ ਵੰਗਾਰ ਸਿੰਘੋ। ਆ ਲਾ ਜਾਏ ਜਾਨ ਦੀ ਤੁਸੀਂ ਬਾਜੀ, ਐਪਰ ਸੁੱਟਿਓ ਨਾ ਹੱਥੋਂ ਹਥਿਆਰ ਸਿੰਘੋ। ਸ਼ਹੀਦੀ ਬਾਟਿਓ ਸ਼ਹਾਦਤ ਦਾ ਜਾਮ ਪੀ ਕੇ, ਹੋ ਜਾ ਸੁਰਖਰੂ ਗੁਰੂ ਦਰਬਾਰ ਸਿੰਘੋ। ਸ਼ਹਾਦਤ ਦਾ ਜਾਮ ਪੀ ਕੇ, ਹੋ ਜੋ ਸੁਰਖਰੂ ਗੁਰੂ ਦਰਬਾਰ ਸਿੰਘੋ। तो गरेवाल जी पूरे 222 साल पिछों फौजा बड़िया सन बेशुमार अंदर। पूरे 222 साल पिछों फौजा बड़िया सन बेशुमार अंदर। तोपां टैंकां दे नाल भरा गोले, सुट्टे अग दे ओना अंगियार अंदर। आ मुट्ठी भर दशमेश दे दूलियां ने, कई दिन कीती मारो मार अंदर। आखिरी दम तक लड़दे हो सिंह सूरे, जाना मार गए जान निसार अंदर। आखिरी दम तक लड़दे हो सिंह सूरे, जाना वार गए जान निसार अंदर। किहो जिहा दृश्य सी एडवोकेट शुक्रगुजार सिंह जी। कमरियां विच ही लाशां दे ढेर लग गए। कमरियां विच ही लाशां दे ढेर लग गए। हर कोई मौत दा बनिया शिकार उदों। सिंह सिंघणियां ते बच्चे खालसे दे
ਸ਼ਹੀਦੀ ਪਾ ਗਏ ਬੇਸ਼ੁਮਾਰ ਉਦੋਂ, ਜਿਹੜੇ ਬਚੇ ਬੇਰਹਿਮੀ ਦੇ ਨਾਲ ਉਹਨਾਂ, ਸਾਰੇ ਕਰ ਲਏ ਸਨ ਗ੍ਰਿਫਤਾਰ ਉਦੋਂ, ਤੇ ਬਿਨਾਂ ਦਲੀਲ ਅਪੀਲ ਵਕੀਲ ਕੀਤੇ, ਸੁੱਟ ਦਿੱਤੇ ਸਭ ਜੇਲਾਂ ਵਿਚਕਾਰ ਉਦੋਂ, ਬਿਨਾਂ ਦਲੀਲ ਅਪੀਲ ਵਕੀਲ ਕੀਤੇ, ਸੁੱਟ ਦਿੱਤੇ ਸਭ ਜੇਲਾਂ ਵਿਚਕਾਰ ਉਦੋਂ। ਤੋ ਨੂਰ ਸਾਹਿਬ, ਵਾਹ ਜੀ ਵਾਹ, ਸਿੱਖ ਕੌਮ ਨੂੰ ਸਬਕ ਸਿਖਾਉਣ ਦੇ ਲਈ ਜ਼ੁਲਮੀ ਹਨੇਰੀ ਕੋਈ ਪਈ ਸੀ ਝੋਲੇ ਉੱਥੇ, ਓਏ ਅਸੀਂ ਜਿਨ੍ਹਾਂ ਦੇ ਬੁਝੇ ਜਗਾਏ ਦੀਵੇ, ਦੀਵੇ ਉਹਨਾਂ ਕੀਤੇ ਸਾਡੇ ਗੋਲੇ ਉੱਥੇ, ਅਸੀਂ ਜਿਨ੍ਹਾਂ ਦੇ ਬੁਝੇ ਜਗਾਏ ਦੀਵੇ, ਦੀਵੇ ਉਹਨਾਂ ਕੀਤੇ ਸਾਡੇ ਗੋਲੇ ਉੱਥੇ, ਅਸਾਂ ਦੇਸ਼ ਆਜ਼ਾਦੀ ਲਈ ਡੋਲਿਆ ਜੋ, ਉਸ ਖੂਨ ਦਾ ਪਿਆਸ ਸੀ ਮੁੱਲ ਉੱਥੇ, ਭੁੱਲ ਸਕਦਾ ਨਹੀਂ ਸਿੱਖ ਸੰਸਾਰ ਭੁੱਲ ਕੇ, ਜਿਹੜੀ ਦੁਸ਼ਟਾਂ ਨੇ ਕੀਤੀ ਸੀ ਭੁੱਲ ਉੱਥੇ, ਭੁੱਲ ਸਕਦਾ ਨਹੀਂ ਸਿੱਖ ਸੰਸਾਰ ਭੁੱਲ ਕੇ, ਜਿਹੜੀ ਦੁਸ਼ਟਾਂ ਨੇ ਕੀਤੀ ਸੀ ਭੁੱਲ ਉੱਥੇ। ਕਿਸ ਤਰ੍ਹਾਂ ਸਿੰਘਾਂ ਨੇ ਜੋ ਗੁਰੂ ਦੇ ਪਿਆਰੇ ਸਨ ਉਸ ਸਮੇਂ ਕੀ ਕੀਤਾ, ਦਰਸ਼ਨ ਕਰੀਏ ਉਹਨਾਂ ਦੇ, ਕਿ ਹਮਲਾ ਹੋਣ ਦੇ ਰੋਸ ਦੇ ਤਹਿਤ ਕਈਆਂ ਮੋੜ ਦਿੱਤੇ ਸਨ ਤਮਗੇ ਖਿਤਾਬ ਉਦੋਂ, ਧਰਮੀ ਫੌਜੀ ਕਈ ਬੈਰਕਾਂ ਛੱਡ ਕੇ ਤੇ ਚੱਲ ਪਏ ਸਨ ਵੱਲ ਪੰਜਾਬ ਉਦੋਂ, ਕਈਆਂ ਛੱਡੀਆਂ ਪਦਵੀਆਂ ਬਹੁਤ ਵੱਡੀਆਂ ਤੇ ਸਦਾ ਲਈ ਦੇ ਗਏ ਜਵਾਬ ਉਦੋਂ, ਜ਼ਾਲਮ ਹਕੂਮਤ ਨੂੰ ਸਾਰੀ ਹੀ ਵਿੱਚ ਦੁਨੀਆ ਪਈਆਂ ਲਾਹਨਤਾਂ ਬੇਹਿਸਾਬ ਉਦੋਂ, ਉਦੋਂ ਵਿੱਚ ਦੁਨੀਆ ਪਈਆਂ ਲਾਹਨਤਾਂ ਬੇਹਿਸਾਬ ਉਦੋਂ। ਤੋਂ ਆਖਰੀ ਇੱਕ ਦੋ ਬੰਦ, ਕਿ ਭਾਰਤ ਮੱਥੇ ਅਮਿਟ ਕਲੰਕ ਲੱਗਾ, ਭਾਰਤ ਮੱਥੇ ਅਮਿਟ ਕਲੰਕ ਲੱਗਾ, ਘਲੂਘਾਰਾ ਜੋ ਹੋਇਆ ਇਤਿਹਾਸ ਅੰਦਰ, ਸਾਡੇ ਆਪਣਿਆਂ ਸਾਨੂੰ ਹਲਾਲ ਕਰਕੇ ਸ਼ੁਰਾ ਖੋਬਿਆ ਸਾਡੇ ਵਿਸ਼ਵਾਸ ਅੰਦਰ, ਅਮਿਟ ਸ਼ਾਹ ਆਪਣੀ ਛੱਡ ਚੁੱਕਾ, ਸਦੀਵੀ ਕਾਲ ਲਈ ਵਿਸ਼ਵ ਇਤਿਹਾਸ ਅੰਦਰ, ਤੇ ਰਹਿੰਦੀ ਦੁਨੀਆ ਤੱਕ ਜਾਚਕਾ ਸਦਾ ਰਹਿਣਾ, ਲਹੂ ਭਿੱਜਾਏ ਪੰਨਾ ਇਤਿਹਾਸ ਅੰਦਰ, ਰਹਿੰਦੀ ਦੁਨੀਆ ਤੱਕ ਰਹਿਣਾ ਸਦਾ ਜਾਚਕ, ਲਹੂ ਭਿੱਜਾਏ ਪੰਨਾ ਇਤਿਹਾਸ ਅੰਦਰ। ਚੜ੍ਹਦੀ ਕਲਾ ਦੀ ਗੱਲ ਕਰਕੇ ਮੈਂ ਆਪਣੀ ਕਵਿਤਾ ਦੀ ਸਮਾਪਤੀ ਕਰ ਰਿਹਾ। ਸਤਿਕਾਰਯੋਗ ਭੈਣ ਗੁਰਦੀਸ਼ ਕੌਰ ਗਰੇਵਾਲ ਜੀਓ, ਕਿ ਸਮੇਂ ਸਮੇਂ ਅਬਦਾਲੀਆਂ ਹੱਥ ਪਾਇਆ, ਸਮੇਂ ਸਮੇਂ ਅਬਦਾਲੀਆਂ ਹੱਥ ਪਾਇਆ, ਆ ਸਿੱਖ ਕੌਮ ਵਾਲੀ ਸ਼ਾਹ ਰਾਗੀ ਉੱਤੇ, ਸਮੇਂ ਸਮੇਂ ਤੇ ਮੁੱਠੀ ਪਰ ਸ਼ੇਰ ਦੂਲੇ ਪਏ ਟੁੱਟ ਕੇ ਭੇਡਾਂ ਦੇ ਵਾਗੀ ਉੱਤੇ, ਆਪਣੇ ਖੂਨ ਨਾਲ ਜਿਹੜੇ ਇਤਿਹਾਸ ਲਿਖਦੇ ਥੱਲੇ ਲਾ ਲੈਂਦੇ ਆਪ ਲਾਗੀ ਉੱਤੇ, ਲਾਲੀ ਲਾਟਾਂ ਚੋਂ ਲਹੂ ਤੋਂ ਲਾਲ ਨਿਕਲੇ, ਆ ਤੇਲ ਛਿੜਕੀਏ ਜੇ ਬਲਦੀ ਅੱਗ ਉੱਤੇ, ਤੇ ਖਬਰ ਫੈਲਦੀ ਉਦੋਂ ਸੰਸਾਰ ਅੰਦਰ, ਹੋਵੇ ਜਦੋਂ ਅਣਹੋਣੀ ਕੋਈ ਜਾਗੀ ਉੱਤੇ, ਓਏ ਉਹਨੂੰ ਦਿਨੇ ਤਾਰੇ ਵਿਖਾਏ ਜਿਹੜਾ ਹੱਥ ਪਾਏ ਸਰਦਾਰ ਦੀ ਪਾਗੀ ਉੱਤੇ। ਸੋ ਨਿਹਾਲ ਸਾਹਿਬ ਸਾਡੀ ਜਿੰਦ ਜਾਨ, ਉਹਨੂੰ ਦਿਨੇ ਇਹ ਤਾਰੇ ਵਿਖਾਏ ਜਿਹੜਾ ਹੱਥ ਪਾਏ ਸਰਦਾਰ ਦੀ ਪੱਗ ਉੱਤੇ, ਹੱਥ ਪਾਏ ਸਰਦਾਰ ਦੀ ਪੱਗ ਉੱਤੇ। ਗੱਜ ਕੇ ਫਤਿਹ ਬੁਲਾਓ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਅੱਛੀ ਜਾਦਿਕ ਸਾਹਿਬ ਕਮਾਲ ਹੈ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਖੂਬ, ਬਹੁਤ ਖੂਬ ਜੀ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਬੜੀ ਚੜ੍ਹਦੀ ਕਲਾ ਦੇ ਵਿੱਚ, ਹਮੇਸ਼ਾ ਹੀ ਤੁਹਾਡੀਆਂ ਕਵਿਤਾਵਾਂ YouTube ਤੇ ਵੀ ਸੁਣਦੇ ਰਹਿੰਦੇ ਆ, ਤੇ ਤੁਸੀਂ ਆਪਣਾ ਜਿਹੜਾ ਕਵਿਤਾ ਜਿਹੜਾ ਦਸ਼ਮੇਸ਼ ਪਿਤਾ ਦੀ ਚਲਾਈ ਹੋਈ ਪਰੰਪਰਾ ਨੂੰ ਤੁਸੀਂ ਕੁਝ ਕੁ ਕਵੀਆਂ ਨੇ ਜਿਹੜਾ ਜਿੰਦਾ ਰੱਖਿਆ ਹੋਇਆ। ਇਹ ਵਾਹਿਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ੇ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਛੋਟਾ ਭਰਾ ਹੋਣ ਦੇ ਨਾਤੇ ਕਈ ਵਾਰੀ ਤੁਹਾਨੂੰ ਝਿੜਕਾ ਵੀ ਮਾਰਨਾ ਪੈਂਦਾ, ਮਾਫੀ ਚਾਹੁੰਦੀ ਆ।
ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਤੇ ਹੁਣ ਜੀ ਆਪਾਂ ਕਵੀ ਦਰਬਾਰ ਨੂੰ ਅੱਗੇ ਤੋਰਦੇ ਆਂ ਤੇ ਸਾਡੇ ਕੋਲ ਬਹੁਤ ਹੀ ਸਾਡੇ ਸਤਿਕਾਰਯੋਗ ਬੀਬੀ ਸੁਰਜੀਤ ਕੌਰ ਜੀ ਸੈਕਰਾਮੈਂਟੋ ਤੋਂ ਸਾਡੇ ਨਾਲ ਜੁੜਿਆ ਜੀ। ਪਿਛਲੇ ਕਵੀ ਦਰਬਾਰ ਚ ਵੀ ਇਹ ਹਾਜ਼ਰੀ ਭਰ ਕੇ ਗਏ ਆ ਤੇ ਇਹਨਾਂ ਦੇ ਬਾਰੇ ਮੈਂ ਬੀਬੀ ਜੀ ਬਾਰੇ ਵੈਸੇ ਤਾਂ ਇਹ ਜਾਣ ਪਛਾਣ ਦੇ ਮੁਹਤਾਜ ਨਹੀਂ, ਫਿਰ ਵੀ ਜਿਹੜੇ ਨਵੇਂ ਮੈਂਬਰ ਆ ਉਹਨਾਂ ਦੀ ਜਾਣਕਾਰੀ ਲਈ ਦੱਸ ਦਿੰਨੇ ਕਿ ਸਭ ਤੋਂ ਪਹਿਲੀ ਸਿੱਖ ਔਰਤ ਦੁਨੀਆ ਦੀ ਹੋਈ ਆ ਜਿਹੜੀ ਕਿਸੇ ਗੁਰੂ ਘਰ ਦੀ ਹੈੱਡ ਗ੍ਰੰਥੀ ਹੋਈ ਆ। ਤੇ ਇਹਨਾਂ ਦੇ ਜੀ ਇਹਨਾਂ ਨੂੰ ਗੁੜਤੀ ਜਿਹੜੀ ਆ ਧਾਰਮਿਕ ਗੁੜਤੀ ਇਹਨਾਂ ਨੂੰ ਪਰਿਵਾਰ ਦੇ ਵਿੱਚੋਂ ਮਿਲੀ, ਬਚਪਨ 'ਚ ਮਿਲੀ, ਕਿਉਂਕਿ ਇੱਕ ਕੀਰਤਨੀਏ ਤੇ ਇੱਕ ਗੁਰੂ ਘਰ ਦੇ ਹੈੱਡ ਗ੍ਰੰਥੀ ਦੀ ਬੇਟੀ ਹੋਣ ਦਾ ਇਹਨਾਂ ਨੂੰ ਮਾਣ ਪ੍ਰਾਪਤ ਆ। ਤੇ ਇਹਨਾਂ ਨੇ ਇੰਗਲੈਂਡ ਅਮਰੀਕਾ ਕੀਰਤਨ ਕੀਤਾ। ਕੀਰਤਨ ਗੁਰਬਾਣੀ ਇਹਨਾਂ ਦੇ ਰੋਮ ਦੇ ਵਿੱਚ ਰਚੀ ਹੋਈ ਆ ਜੀ। ਤੇ ਇਹਨਾਂ ਦੀ ਇੱਕ ਪੁਸਤਕ ਜਿਹੜੀ ਆ ਉਹ ਵੀ ਕਾਵ ਸੰਗ੍ਰਹਿ ਛਪ ਚੁੱਕਾ। ਇਹਨਾਂ ਦੀਆਂ ਰੁਬਾਈਆਂ ਗਜ਼ਲਾਂ ਅਕਸਰ ਮੈਂ ਪੜ੍ਹਦੀ ਰਹਿੰਦੀ, ਮੇਰੇ ਕੋਲ ਹੈ ਇਹਨਾਂ ਦੀ ਕਿਤਾਬ। ਤੇ ਬਹੁਤ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਦੀ ਕਲਮ 'ਚ ਵੀ ਬੜੀ ਤਾਕਤ ਆ ਤੇ ਗੁਰਬਾਣੀ ਤਾਂ ਇਹਨਾਂ ਦੇ ਹੱਡਾਂ 'ਚ ਰਚੀ ਹੋਈ ਆ। ਜਿਵੇਂ ਇਹਨਾਂ ਦੇ ਅੰਦਰੋਂ ਜਿਹੜੀ ਆ ਉਹ ਗੁਰਬਾਣੀ ਤੇ ਅੰਦਰੋਂ ਕਵਿਤਾ ਨਿਕਲਦੀ ਆ ਇਹਨਾਂ ਦੀ ਰੂਹ ਵਿੱਚੋਂ। ਸੋ ਇਹਨਾਂ ਨੇ ਸਮਾਜ ਨੂੰ ਸਮਰਪਿਤ ਧਾਰਮਿਕ ਤੇ ਇਹਨਾਂ ਦੇ ਜਿਹੜੇ ਸਮਾਜਿਕ ਉਹ ਲੇਖ ਕਵਿਤਾਵਾਂ ਗਜ਼ਲਾਂ ਜਿਹੜੀਆਂ ਪਿਛਲੇ 14 ਸਾਲਾਂ ਤੋਂ ਅਖਬਾਰਾਂ ਦੇ ਵਿੱਚ USA ਦੇ ਪੇਪਰਾਂ ਦੇ ਵਿੱਚ ਛਪ ਰਹੀਆਂ। ਸੋ ਭੈਣ ਜੀ ਤੁਸੀਂ ਆਪਣੀ ਕਿਸੇ ਰਚਨਾ ਦੇ ਨਾਲ ਸਾਂਝ ਪਾਓ ਜੀ। ਮੋਸਟ ਵੈਲਕਮ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ। ਬੀਬੀ ਜੀ ਮੇਰੀ ਆਵਾਜ਼ ਆ ਰਹੀ? ਹਾਂਜੀ ਆ ਰਹੀ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਮਿਲ ਕੇ ਇੱਕ ਮਨ ਇੱਕ ਚਿੱਤ ਹੋ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦਾ ਇਤਿਹਾਸ ਬੜਾ ਮਾਨਾ ਮੱਤਾ ਹੈ। ਗੁਰੂ ਦੀ ਬਖਸ਼ਿਸ਼ ਨਾਲ ਲਬਾਲਬ ਭਰਪੂਰ ਹੈ। ਸੰਸਾਰ ਦਾ ਉਦੁੱਤੀ ਖਜ਼ਾਨਾ ਜੋ ਸਾਡੇ ਕੋਲ ਹੈ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਉਸ ਦੇ ਨਾਲ ਅਸੀਂ ਸਾਰੇ ਸੰਸਾਰ ਵਿੱਚ ਧਨੀ ਆ। ਉਸ ਵੱਡ ਮੁੱਲਾ ਖਜ਼ਾਨੇ ਤੋਂ ਅਸੀਂ ਸੇਧ ਲੈਂਦੇ ਹਾਂ ਜਿਉਣ ਦੀ। ਪਰ ਮੈਂ ਫਿਰ ਵੀ ਅਰਦਾਸ ਕਰਦੀ ਹਾਂ ਅਕਾਲ ਪੁਰਖ ਪਿਤਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ, ਸ਼ਬਦ ਗੁਰੂ ਜੀ, ਸਿੱਖ ਕੌਮ ਦੇ ਵਿੱਚ ਏਕਾ, ਇਤਫਾਕ, ਪਿਆਰ, ਸਤਿਕਾਰ, ਸਦਭਾਵਨਾ ਬਖਸ਼ਿਸ਼ ਕਰੋ। ਨਫ਼ਰਤ, ਦੂਈ, ਦਵੈਤ, ਸਾਡੇ ਈਰਖਾ ਮੁੱਕ ਜਾਵੇ ਤੇ ਇਸ ਕੌਮ ਵਰਗਾ ਸੰਸਾਰ ਦੇ ਅੰਦਰ ਹੋਰ ਕੋਈ ਇਸ ਦਾ ਸਾਨੀ ਨਹੀਂ ਜੀ। ਬਿਲਕੁਲ। ਕਾਸ਼ ਇਹ ਬਿਮਾਰੀ ਸਿੱਖ ਕੌਮ ਦੇ ਵਿੱਚੋਂ ਮੁੱਕ ਜਾਵੇ ਤੇ ਅਸੀਂ ਇਹੋ ਜਿਹੇ ਹੋ ਜਾਈਏ ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੌ ਵਰਨਾ ਕੋ ਸਾਂਝਾ ਅਤੇ ਜਾਂ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ ਜੀ। ਬੀਬੀ ਗੁਰਦੀਸ਼ ਜੀ, ਮੈਂ ਧੰਨਵਾਦੀ ਹਾਂ ਤੁਹਾਡੀ। ਤੁਸੀਂ ਮੈਨੂੰ ਆਵਾਜ਼ ਦਿੱਤੀ ਹੈ ਆਪਣੇ ਸਮਾਗਮ ਵਿੱਚ ਸ਼ਾਮਲ ਹੋਣ ਦੀ। ਮੈਂ ਦੋ ਕਵਿਤ ਕਹਿ ਕੇ ਫਿਰ ਆਪਣੀ ਇੱਕ ਨਜ਼ਮ ਤਰਨਮ ਵਿੱਚ ਕਹਾਂਗੀ ਜੀ। ਕਵਿਤ ਮੈਂ ਕਹਿ ਰਹੀ ਹਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸਮਰਪਿਤ, ਕਿਉਂਕਿ ਉਹਨਾਂ ਦੇ ਸ਼ਹਾਦਤ ਵਾਲੇ ਦਿਨ ਹੀ ਇਹ ਘਲੂਘਾਰਾ ਵਾਪਰਿਆ ਤੇ ਮੈਂ ਉਹਨਾਂ ਨੂੰ ਨਤਮਸਤਕ ਹੋ ਰਹੀ ਹਾਂ। ਖਿਆਲ ਦੇਣਾ ਜੀ। ਵਾਹ ਜੀ, ਬਿਲਕੁਲ। ਇਸ਼ਾਨ ਪਹਿਲਾ ਹੈ ਪਰਿਥੀਆ ਤੇ ਦੂਜਾ ਚੰਦੂ ਚੰਦਰਾ ਹੈ। ਵਾਹ। ਕਵਿਤ ਪਹਿਲਾ ਹੈ ਪਰਿਥੀਆ ਤੇ ਦੂਜਾ ਚੰਦੂ ਚੰਦਰਾ ਹੈ, ਤੀਜਾ ਜਹਾਂਗੀਰ ਨਾਲ ਰਲਿਆ ਚੰਡਾਲ ਹੈ। ਵਾਹ ਵੀ ਵਾਹ ਜੀ।
पहला है पृथ्वी ते दूजा चंदू चंद्रा है तीजा जहांगीर नाल रलिया चंडाल है गर्मी दी रुत ते महीना उतो जेठ दा ए अग जे चमासे कीता जग नू बेहाल है शहर है लाहौर जिथे कहर सवा पैर होवे शहर है लाहौर जिथे कहर सवा पहर होवे वंड दा जो जहर पिया पर थाल है ऐसे ही लाहौर विच बैठा तत्ती तवी उत्ते चौंकड़ा सजा के माता भानी जी दा लाल है। बीबी जी दूसरा कवित है तत्ते तत्ते भट्ठ विच अग भी है तत्ती 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 लो दे उत्ते बैठा भानी मां दा भान है। तत्ते तत्ते भट्ठ विच अग भी है तत्ती 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 लो दे उत्ते बैठा भानी मां दा भान है। तत्ता तत्ता सूरज ते किरना भी तत्तियां ने तत्ते सेक विच प्यास सड़दा जहान है। तत्ता ही पृथिया ते तत्ता जहांगीर पापी तत्तियां दे नाल तत्ता चंदू बेईमान है। तत्ता पठियारा तत्ती रेत पिया पावे पर जरा भी ना तत्ता होया सोडी सुल्तान है। जरा भी ना तत्ता होया सोडी सुल्तान है। बीबी जी मैं तरन्नम में कुछ कह रही हूँ जी जरूर जी इंशाअल्लाह। मैं जो घलूकारा होया सी ओदे जवाब विच कुछ कह रही हूँ। ओके सानू रोज आवाजां देंदी है साडी धरती अमृतसर जी। नित नाल मौत दे लड़दे हां ना दुश्मन कोलों डरदे हां। किते एक आवाज ही आ रही है जी म्यूट कर लो जी सारे। नित नाल मौत दे लड़दे हां ना दुश्मन कोलों डरदे हां सिर धर के तली ते करदे हां सिर राखी अपने घर दी। सानू रोज आवाज़ां देंदी ए साडी धरती अमृतसर दी। सानू रोज आवाज़ां देंदी ए साडी धरती अमृतसर दी। नित नाल मौत दे लड़दे हां ना दुश्मन कोलों डरदे हां सिर धर के तली ते करदे हां असी राखी अपने घर दी। सानू रोज आवाज़ां देंदी ए साडी धरती अमृतसर दी। सानू रोज आवाज़ां देंदी ए साडी धरती अमृतसर दी। बीबी जी काबिले गौर है जी। सन जून 84 आउंदा है जख्मां ते मिर्चां पाउंदा है। सन जून 84 आउंदा है जख्मां ते मिर्चां पाउंदा है। सानू मोड़ मोड़ के तड़पाउंदा है सिख कौम पीड़ पई झरदी। सानू रोज आवाज़ां देंदी ए साडी धरती अमृतसर दी। सानू रोज आवाज़ां देंदी ए साडी धरती अमृतसर दी। मेहरबानी जी काबिले गौर है। साडे तख्त अकाल नू ढाया सी साडी गैरत नू हथ पाया सी। साडे तख्त अकाल नू ढाया सी साडी गैरत नू हथ पाया सी। उस कौम नू आन जगाया सी उस कौम नू आन जगाया सी जेड़ी कदी किते नहीं हारदी। सानू रोज आवाज़ां देंदी ए
साडी धरती अमृतसर दी सानू रोज आवाज़ां देंदी है साडी धरती अमृतसर दी। असी कौन हाँ? असी 10 पिता दे लाल हाँ शेरां दी चलदे चाल हाँ। असी 10 पिता दे लाल हाँ शेरां दी चलदे चाल हाँ। दुश्मन लई बनदे काल हाँ जद पाइए मौत दी वर्दी सानू रोज आवाज़ां देंदी है साडी धरती अमृतसर दी सानू रोज आवाज़ां देंदी है साडी धरती अमृतसर दी जी। मैं आवाज़ दे रही हूं उन्हां लोकां नूं असी दस दईए सरकारां नूं बेईमानां अते गधारां नूं। असी दस दईए सरकारां नूं बेईमानां अते गधारां नूं। सुनो सिंगां दियां ललकारां नूं सिख कौम नहीं किसे तो डरदी क्योंकि सानू रोज आवाज़ां देंदी है मेरी धरती अमृतसर दी सानू रोज आवाज़ां देंदी है साडी धरती अमृतसर दी। बीबी जी काबले गौर है जज्बात नाल भरिया होया शेर। असी तीर चलाइए कस के असी तीर चलाइए कस के ते वैरी नू मारिए दस के। असी तीर चलाइए कस के वैरी नू मारिए दस के अते मौत विहाइए हस के तां छाती साडी ठरदी सानू रोज आवाज़ां देंदी है साडी धरती अमृतसर दी सानू रोज आवाज़ां देंदी है साडी धरती अमृतसर दी। इस कौम च गैरत बड़ी है जी मत किसे नू पता ना होवे। सुनो इस कौम च गैरत बड़ी है कदी देगां दे विच कड़ी है। इस कौम च गैरत बड़ी है ए देगां दे विच कड़ी है। हस के चरखड़ी चढ़ी है सदा जान तली ते धर दी सानू रोज आवाज़ां देंदी है साडी धरती अमृतसर दी सानू रोज आवाज़ां देंदी है साडी धरती अमृतसर दी जी। असी दस के बदला लाउंदे हां वैरी नू मार मकाउंदे हां। असी दस के बदला लाउंदे हां वैरी नू मार मकाउंदे हां। नित नवियां भाजियां पाउंदे हां ओ सारी दुनिया गल्लां करदी सानू रोज आवाज़ां देंदी है साडी धरती अमृतसर दी सानू रोज आवाज़ां देंदी है साडी धरती अमृतसर दी। बीबी जी अखीरलियां लाइनां ने जी इंशाअल्लाह। साडी हर मंदिर नाल प्रीत है जी इस घर दी हो रीत है साडी हरी मंदिर नाल प्रीत है इस घर दी हो रीत है। सिख कौम सदा सुरजीत है इस घर दी हो रीत है। सिख कौम सदा सुरजीत है जो मारिया भी नहीं मरदी जो मारिया भी नहीं मरदी जो मारिया भी नहीं मरदी सानू रोज आवाज़ां देंदी है साडी धरती अमृतसर दी। नित नाल मौत दे लड़दे हां
ना दुश्मन कोलों डरदे हां, सिर धर के तली तित करदे हां, असी राखी अपने घर दी, सानू रोज आवाज़ां देंदी है, साडी धरती अमृतसर दी, सानू रोज आवाज़ां देंदी है, साडी धरती अमृतसर दी, सानू रोज आवाज़ां देंदी है, साडी धरती अमृतसर दी। भुला चुका दी, वाह जी वाह, वाह जी वाह, वाह जी भुला चुका दी, क्षमा बख्शिश कर। बोले सोनिहाल। बहुत बहुत मेहरबानी जी, शुक्राने बीबी गुरदीश कौर गरेवाल जी, तुसी बड़ा प्यार देंदे हो, बड़ा सत्कार देंदे हो। मैं सारियां संगतां दी आभारी हाँ। गुरु नानक पातशाह जी ने मैनू बख्शिश दी है, उन्होंने मैनू चुनिया अपने घर की सेवा लई। इस घर का मैनू ओ मान नहीं जिहड़ा हंकार है, ओ मान है, मान करो तुझ उपरे मेरे प्रीतम प्यारे, ओ मान है। मैं फख्र करदी हाँ कि मैनू गुरु नानक पातशाह ने बहा पकड़ ठा कर हूं किदी, मेरा गुण अवगुण ना पछाणिया। सो ओ मेरा तो मालिक है, जिन्हू चाहे अपने नाल जोड़ ले, ते जिन्हू चाहे ओनू उत्थे खड़ा कर दे। खरे परख खजाने पाइए, खोटे सुटिए बाहर वार। मैं को बेनती करांगी जी, जदों भी कलम उठे सच दे हक विच उठे, सच दे नाल जुड़न लई उठे, सच दे नाल जोड़न लई उठे। बाहरलियां गल्लां छड्डिए। मेरे हाथ दे विच जो कलम है वो सच दी तलवार है, मेरे हाथ दे विच जो कलम है खंडे दी तिखी धार है। सुरजीत मेरी कलम दे इस वेग ने रुकना नहीं, उच्चियां उड़ाना भरन लई ये पौन ते असवार है। ये जद तक भी चलेगी सच दे मार्ग ते चलदी होई अगे वधेगी। ना मैनू कुछ ਇਹਦੇ ਤੋਂ बगैर लिखना आउंदा है, ना ही मैं लिखण दी तमन्ना रखदी हां। मैं जिस घर नूं समर्पित हां, जद दा सिर तेरी सरदल ते धर छड्डिया, फिर सुरजीत ने सिर नूं कदी उठाया ही नहीं। सो असीसां देणियां मेरी गुरु नाल बनाई रवे, मेरी सेवा करदिया, कीर्तन करदिया, सच ते कलम चलाउंदिया जीवन पूरा होवे, गुरु नाल ने बजावे। भुल्लां चुक्कां दी क्षमा जी। बहुत बहुत शुकराने सारियां कैलगरी दियां और संसार दियां संगतां दे। आओ फतेह बुला दिओ जी। वाहिगुरु जी का खालसा, वाहिगुरु जी की फतेह। बोले सोनिहाल। जी बहुत बहुत ਤੁਹਾਡਾ ਧੰਨਵਾਦ। ਸਾਨੂੰ ਤੁਹਾਡੇ ਤੇ ਮਾਣ ਆ, ਜਦੋਂ ਵੀ ਅਸੀਂ ਤੁਹਾਨੂੰ ਆਵਾਜ਼ ਮਾਰੀਏ ਤੇ ਤੁਸੀਂ ਦਰਸ਼ਨ ਜ਼ਰੂਰ ਦਿੰਨੇ ਆ। ਸੋ ਇਸੇ ਤਰ੍ਹਾਂ ਅੱਗੋਂ ਵੀ ਮੈਨੂੰ ਉਮੀਦ ਆ ਕਿ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰੋਗੇ। ਤੇ ਵੈਸੇ ਤੁਹਾਡੇ ਕੋਲ ਸਮਾਂ ਤਾਂ ਨਹੀਂ ਹੁੰਦਾ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਸਾਨੂੰ ਦਿੱਤਾ, ਸੋ ਇਸ ਲਈ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਤੇ ਬਹੁਤ ਬਹੁਤ ਸਾਰੇ ਕਵੀਆਂ ਦਾ ਧੰਨਵਾਦ ਜੀ। ਤੇ ਅਸੀਂ ਜਿਹੜੇ ਇੰਡੀਆ ਤੋਂ ਜੁੜੇ ਆ, ਟੋਰਾਂਟੋ ਤੋਂ ਜੁੜੇ ਆ, USA ਤੋਂ, ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਅਸੀਂ ਬਾਕੀ ਕਵੀ ਜਿਹੜੇ ਸਾਡੇ ਰਹਿ ਗਏ ਆ, ਉਹਨਾਂ ਨੂੰ ਅਸੀਂ ਕੱਲ ਨੂੰ ਅਸੀਂ 2 ਭਾਗਾਂ ਵਿੱਚ ਕਵੀ ਦਰਬਾਰ ਕਰਨ ਦਾ ਫੈਸਲਾ ਕੀਤਾ ਸੀ, ਕਿਉਂਕਿ ਬਹੁਤ ਲੰਬਾ ਸਮਾਂ ਹੋ ਜਾਂਦਾ, ਇਹਨਾਂ ਲੰਬਾ ਸਮਾਂ ਸਾਰਿਆਂ ਲਈ ਬਹਿਣਾ ਵੀ ਔਖਾ ਹੁੰਦਾ। ਤੇ ਜਸਵੀਰ ਸੋਤਾ ਜੀ ਨੂੰ ਪਤਾ ਇਹਨਾਂ ਦੀ ਅੱਗੋਂ ਮੀਟਿੰਗ ਸ਼ੁਰੂ ਹੋਣੀ ਆ ਬਾਅਦ ਦੁਪਹਿਰ, ਤੇ ਅਸੀਂ ਫਿਰ ਉਹ 'ਚ ਵੀ ਹਾਜ਼ਰੀ ਭਰਨੀ ਆ ਜੀ। ਇਹ ਸਾਰਿਆਂ ਦਾ ਇੱਕ ਵਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਕਹੋ ਤਾਂ ਮੈਂ 2-4 ਲਾਈਨਾਂ ਨਾਲ ਆਪਣੀ ਹਾਜ਼ਰੀ ਲਵਾ ਲਵਾਂ, ਨਹੀਂ ਤਾਂ ਜੀ ਜੇ ਐਡਮਨ ਇਜਾਜ਼ਤ ਦੇਣ ਤਾਂ ਮੈਂ 4 ਸਤਰਾਂ ਆਪਣੀਆਂ ਸੁਣਾ ਦਿੰਦੀ। ਬਿਲਕੁਲ ਜੀ, ਇੱਕ ਬੇਨਤੀ ਸੀ ਇਹਦੇ ਵਿੱਚ, ਤੁਸੀਂ ਜਿਹੜੇ ਨਾਮ ਭੇਜੇ ਸੀ ਨਾ ਜੀ, ਉਹਦੇ ਵਿੱਚ ਸ਼ਨੀਵਾਰ ਵਾਲਾ ਜਿਹੜੇ ਅੱਜ ਦਾ ਦਿਨ ਆ, ਮਤਲਬ ਉਹਦੇ ਵਿੱਚ ਸਰਦਾਰ ਸੁਜਾਨ ਸਿੰਘ ਜੀ ਸੁਜਾਨ ਟੋਰਾਂਟੋ ਤੋਂ ਜੀ, ਇਹਨਾਂ ਹਾਂਜੀ ਇਹਨਾਂ ਦਾ ਵੀਰ ਜੀ, ਹਾਂਜੀ ਪਹਿਲਾਂ ਮੈਂ ਨਾਮ ਪਾਇਆ ਸੀ ਇਹਨਾਂ ਦਾ, ਫਿਰ ਉਹ ਸਰਬਜੀਤ ਕੌਰ ਸਰਬਜੀਤ ਦਾ ਕੱਲ ਪਾਇਆ ਸੀ, ਤੇ ਉਹ ਸਰਬਜੀਤ ਦਾ
ਫਿਰ ਮੈਸੇਜ ਆ ਗਿਆ ਕਿ ਮੈਂ 6 ਤਰੀਕ ਨੂੰ ਹਾਜ਼ਰ ਨਹੀਂ ਹੋ ਸਕਦੀ, ਇਸ ਕਰਕੇ ਮੈਂ ਇਹਨਾਂ ਦਾ ਨਾਮ ਚੇਂਜ ਕੀਤਾ। ਇਹ ਹੁਣ ਕੱਲ ਨੂੰ ਹਾਜ਼ਰੀ ਭਰਨਗੇ ਜੀ। ਠੀਕ ਹੈ ਜੀ, ਠੀਕ ਹੈ, ਮੈਂ ਵੀ ਕਨਫਰਮ ਕਰਨਾ ਜੀ। ਮਾਫੀ ਚਾਹੁੰਦੇ ਆ ਇਹਨਾਂ ਤੋਂ। ਵੈਸੇ ਹਮੇਸ਼ਾ ਹੀ ਸਾਡੀ ਸੰਗਤ ਦਾ ਹਿੱਸਾ ਬਣਦੇ ਆ, ਸਾਡੀ ਸੰਗਤ ਦਾ ਬਹੁਤ ਸਾਰੇ ਕਵੀਆਂ ਨੂੰ ਇਹਨਾਂ ਨੇ ਜੋੜਿਆ ਜੀ। ਇਹਨਾਂ ਦਾ ਧੰਨਵਾਦ ਜੀ। ਇਹ ਬਹੁਤ ਪ੍ਰੇਮ ਦੇ ਨਾਲ ਸੁਣਦੇ ਵੀ ਆ। ਜਸਵੀਰ ਸੋਤਾ ਜੀ ਤੇ ਹੋਰ ਵੀ ਸਾਡੇ ਕੈਲਗਰੀ ਵਾਲੇ ਕਵੀ ਸਾਰੇ ਬੈਠੇ ਆ, ਕਵੀ ਸਾਹਿਬਾਨ, ਤੇ ਅਸੀਂ ਸਾਰਿਆਂ ਨੂੰ ਕੱਲ ਨੂੰ ਸਮਾਂ ਦੇਵਾਂਗੇ ਜੀ। ਇਸੇ ਲਈ ਆਪਾਂ 2 ਭਾਗਾਂ 'ਚ ਕੀਤਾ ਕਿ ਹਰ ਕਵੀ ਨੂੰ ਸਮਾਂ ਦਿੱਤਾ ਜਾਵੇ ਤੇ ਹਰ ਕਵੀ ਦੂਸਰਿਆਂ ਨੂੰ ਸੁਣੇ। ਸੋ ਮੈਂ ਆਪਣੀਆਂ 4 ਸਤਰਾਂ ਦੇ ਨਾਲ ਸਾਂਝ ਪਾ ਲੈਂਦੀ ਹਾਂ ਤੇ ਇਸ ਤੋਂ ਬਾਅਦ ਇਜਾਜ਼ਤ ਲੈਂਦੀ ਹਾਂ ਜੀ ਤੁਹਾਡੇ ਕੋਲੋਂ ਜੀ। ਬਹੁਤ ਹੀ ਸਾਰੇ ਕਵੀਆਂ ਨੇ, ਜਿਵੇਂ ਬੀਬੀ ਸੁਰਜੀਤ ਕੌਰ ਜੀ ਭੈਣ ਜੀ ਨੇ ਆਤਮਾ ਨੂੰ ਝੰਜੋੜਨ ਵਾਲੀ ਕਵਿਤਾ ਸੁਣਾਈ। ਪਹਿਲਾਂ ਇਹਨਾਂ ਨੇ ਬਿਰਤ ਵੀ ਸੁਣਾਏ, ਸ਼ਹੀਦਾਂ ਦੇ ਸਰਤਾਜ ਨੂੰ ਸਜਦਾ ਕੀਤਾ। ਸੋ ਮੈਂ ਸਾਰੇ ਕਵੀ ਸਾਹਿਬਾਨ ਅਜੇ ਬੈਠੇ ਆ, ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਅਸੀਂ ਇਸ ਮਹੀਨੇ ਦੇ ਅਖੀਰਲਾ ਜਿਹੜਾ ਵੀਕਐਂਡ ਆ, ਲਾਸਟ ਵੀਕਐਂਡ, ਤੇ ਉਹਦਾ ਅਸੀਂ ਸ਼ਨੀਵਾਰ ਜਾਂ ਐਤਵਾਰ ਤੁਹਾਨੂੰ ਅਸੀਂ ਇਨਫੋਰਮ ਕਰ ਦੇਵਾਂਗੇ। ਉਦੋਂ ਅਸੀਂ ਸ਼ਹੀਦਾਂ ਦੇ ਸਰਤਾਜ ਨੂੰ ਸਮਰਪਿਤ ਕਵੀ ਦਰਬਾਰ ਰੱਖਿਆ ਹੋਇਆ ਤੇ ਉਹਦੇ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਜ਼ਰੂਰ ਹਾਜ਼ਰੀ ਭਰਨੀ ਹੈ। ਇਸੇ ਤਰ੍ਹਾਂ ਹੀ ਸਾਡੀ ਬੇਨਤੀ ਪ੍ਰਵਾਨ ਕਰਨੀ ਹੈ ਜੀ। ਉਹਦਾ ਤੁਹਾਨੂੰ ਜਿਹੜਾ ਟਾਈਮ ਸ਼ੈਡਿਊਲ ਵਗੈਰਾ ਉਹ ਪਹਿਲਾਂ ਦੱਸ ਦਿੱਤਾ ਜਾਊਗਾ ਜੀ, ਸਕੇਜੂਲ। ਤੇ ਹੁਣ ਮੈਂ ਜੀ ਇੱਕ ਛੋਟਾ ਜਿਹੀ ਇੱਕ ਗੀਤ ਲਿਖਿਆ ਸੀ ਕਿ ਜਿਹੜੇ ਗੁਮਨਾਮ ਸ਼ਹੀਦ ਉਸ ਸਮੇਂ ਦੇ ਵਿੱਚ ਹੋ ਗਏ। ਸਾਰੇ ਕਵੀਆਂ ਨੇ ਇਤਿਹਾਸ ਬਾਰੇ ਤਾਂ ਉਸ ਖੂਨੀ ਸਾਕੇ ਦਾ ਇਤਿਹਾਸ ਜਿਹੜਾ ਕਵਿਤਾਵਾਂ 'ਚ ਵਰਣਨ ਕਰ ਹੀ ਦਿੱਤਾ, ਪਰ ਜਿਹੜੇ ਬਿਲਕੁਲ ਵਿਚਾਰੇ ਜਿਹੜੇ ਸੀ ਸ਼ਰਧਾਲੂ ਸੀ, ਜਿਹੜੇ ਮੱਥਾ ਟੇਕਣ ਆਏ ਸੀ, ਜਿਹੜੇ 5ਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਤੇ ਨਤਮਸਤਕ ਹੋਣ ਆਏ ਸੀ ਉਸ ਪਾਵਨ ਜਿਹੜੀ ਹੈ ਜਗ੍ਹਾ ਦੇ ਉੱਤੇ, ਹਰਮੰਦਰ ਸਾਹਿਬ, ਤੇ ਜਿਹੜੇ ਉਹਨਾਂ ਦੇ ਬੱਚੇ, ਨਾਥ ਬੱਚੇ, ਉਹ ਵਿਚਾਰੇ ਸਾਰੇ ਉੱਥੇ ਹੀ ਡੱਕੇ ਗਏ, ਉੱਥੇ ਸ਼ਹੀਦ ਹੋ ਗਏ। ਤੇ ਜਿਹੜੇ ਅਨਾਥ ਬੱਚੇ ਬਚੇ ਉਹਨਾਂ ਦੇ ਜਾਂ ਜਿਹੜੇ ਸਾਡੇ ਫੌਜੀ ਵੀ ਮਰੇ ਆ, ਉਹ ਵੀ ਸਾਡੇ ਪੰਜਾਬ ਦੀ ਜਵਾਨੀ ਸੀ। ਜੇ ਸਾਡੇ ਜਿਹੜਾ ਸਿੱਖੀ ਦਾ ਘਾਣ ਹੋਇਆ ਤੇ ਉਹ ਵੀ ਸਾਡੇ ਪੰਜਾਬ ਦੀ ਜਵਾਨੀ ਸੀ। ਤੇ ਸਾਨੂੰ ਆਪਣਿਆਂ ਨਾਲ ਹੀ ਇਹਨਾਂ ਨੇ ਲੜਾਇਆ, ਸਿਆਸਤਦਾਨਾਂ ਨੇ। ਤੇ ਇਹ ਉੱਤੇ ਜੀ ਇੱਕ ਛੋਟਾ ਜਿਹਾ ਗੀਤ ਲਿਖਿਆ ਸੀ ਕਿ ਉਹਨਾਂ ਬੱਚਿਆਂ ਨੂੰ ਸੰਭਾਲਣ ਦੀ ਲੋੜ ਆ, ਕਰ ਲਈਏ ਸੰਭਾਲ ਸ਼ਹੀਦਾਂ ਦੇ ਪਰਿਵਾਰਾਂ ਦੀ, ਕਰ ਲਈਏ ਸੰਭਾਲ ਸ਼ਹੀਦਾਂ ਦੇ ਪਰਿਵਾਰਾਂ ਦੀ, ਰਾਖੀ ਕਰ ਲਈਏ ਹੁਣ ਚੁੰਨੀਆਂ ਤੇ ਦਸਤਾਰਾਂ ਦੀ, ਰਾਖੀ ਕਰ ਲਈਏ ਹੁਣ ਚੁੰਨੀਆਂ ਤੇ ਦਸਤਾਰਾਂ ਦੀ। ਸਿੱਖੀ ਵਾਲੇ ਬੀਜ ਸਦਾ ਫੁੱਟਦੇ ਹੀ ਰਹਿਣਾ। ਧੰਨਵਾਦ ਜੀ। ਸਿੱਖੀ ਵਾਲੇ ਬੀਜ ਸਦਾ ਫੁੱਟਦੇ ਹੀ ਰਹਿਣਾ ਏ, ਜ਼ਾਲਮ ਦੇ ਗਰੂਰ ਸਦਾ ਟੁੱਟਦੇ ਹੀ ਰਹਿਣਾ ਏ। ਫੌਜ ਅਕਾਲ ਪੁਰਖ ਦੀ ਹੈ, ਫੌਜ ਅਕਾਲ ਪੁਰਖ ਦੀ ਹੈ, ਸਿੰਘਾਂ ਸਰਦਾਰਾਂ ਦੀ, ਰਾਖੀ ਕਰ ਲਈਏ ਹੁਣ ਚੁੰਨੀਆਂ ਤੇ ਦਸਤਾਰਾਂ ਦੀ, ਕਰ ਲਈਏ ਸੰਭਾਲ ਸ਼ਹੀਦਾਂ ਦੇ ਪਰਿਵਾਰਾਂ ਦੀ। ਕਰਕੇ ਇਹ ਅਰਦਾਸ ਤੇ ਮੂਲੋਂ ਪਿੱਛੇ ਹਟਦੇ ਨਾ, ਕਰਕੇ ਇਹ ਅਰਦਾਸ ਤੇ ਮੂਲੋਂ ਪਿੱਛੇ ਹਟਦੇ ਨਾ, ਸੱਚੇ ਜਿਹੜੇ ਸਿੱਖ ਉਹਨਾਂ ਦੇ ਰੂਪ ਤਾਂ ਵਟਦੇ ਨਾ। ਬਹੁਤੇ ਸਿੱਖਾਂ ਨੇ ਰੂਪ ਵਟਾ ਲਏ, ਹੱਥ ਖੜੇ ਕਰਕੇ ਜਿਹੜੇ ਨਿਕਲ ਆਏ। ਕਰਕੇ ਇਹ ਅਰਦਾਸ ਤੇ ਮੂਲੋਂ ਪਿੱਛੇ ਹਟਦੇ ਨਾ, ਸੱਚੇ ਜਿਹੜੇ ਸਿੱਖ ਉਹਨਾਂ ਦੇ ਰੂਪ ਤਾਂ ਵਟਦੇ ਨਾ। ਕੌਣ ਕਰੇਗਾ ਰੀਸ ਸ਼ਹੀਦਾਂ ਦੇ ਕਿਰਦਾਰਾਂ ਦੀ, ਕੌਣ ਕਰੇਗਾ ਰੀਸ ਸ਼ਹੀਦਾਂ ਦੇ ਕਿਰਦਾਰਾਂ ਦੀ, ਰਾਖੀ ਕਰ ਲਈਏ ਹੁਣ ਚੁੰਨੀਆਂ ਤੇ ਦਸਤਾਰਾਂ ਦੀ। ਕੌਮ ਲਈ ਜੋ ਵਾਰ ਕੇ ਆਪਾਂ ਖੂਨ ਵਹਾ ਗਏ ਨੇ। ਅਗਲਾ ਬੰਦਾ ਜੀ। ਕੌਮ ਲਈ ਜੋ ਵਾਰ ਕੇ ਆਪਾਂ ਖੂਨ ਵਹਾ ਗਏ ਨੇ, ਸਿੱਖੀ ਦਾ ਇਤਿਹਾਸ ਸੁਨਹਿਰੀ ਆਪ ਸਜਾ ਗਏ ਨੇ ਜੀ। ਹਾਂਜੀ ਬੀਬੀ ਜੀ। ਕੌਮ ਲਈ ਜੋ ਵਾਰ ਕੇ ਆਪਾਂ ਖੂਨ ਵਹਾ ਗਏ ਨੇ, ਸਿੱਖੀ ਦਾ ਇਤਿਹਾਸ ਸੁਨਹਿਰੀ ਆਪ ਸਜਾ ਗਏ ਨੇ। ਕੀਤੀ ਨਾ ਪਰਵਾਹ ਉਹਨਾਂ, ਕੀਤੀ ਨਾ ਪਰਵਾਹ ਉਹਨਾਂ, ਆਪਣੇ ਘਰ ਬਾਰਾਂ ਦੀ, ਰਾਖੀ ਕਰ ਲਈਏ ਹੁਣ ਚੁੰਨੀਆਂ ਤੇ ਦਸਤਾਰਾਂ ਦੀ। ਜੀ ਕਵਿਤਾ ਦੀਆਂ। ਕੌਮ ਦੀ ਦੀਸ਼ ਅਮਾਨਤ ਇੱਕ ਦਿਨ ਰੰਗ ਲਿਆਏਗੀ, ਕੌਮ ਦੀ ਦੀਸ਼ ਅਮਾਨਤ ਇੱਕ ਦਿਨ ਰੰਗ ਲਿਆਏਗੀ, ਦੇਸ਼ ਵਿਦੇਸ਼ੀ ਜਾ ਕੇ ਸਿੱਖੀ ਮਹਿਕ ਖੰਡਾਏਗੀ। ਕੌਮ ਦੀ ਦੀਸ਼ ਅਮਾਨਤ ਇੱਕ ਦਿਨ ਰੰਗ ਲਿਆਏਗੀ, ਦੇਸ਼ ਵਿਦੇਸ਼ੀ ਜਾ ਕੇ ਸਿੱਖੀ ਮਹਿਕ ਖੰਡਾਏਗੀ। ਪਨੀਰੀ ਹੈ ਇਹ ਬਾਣੀ ਬਾਣੇ ਦੇ ਪਿਆਰਾਂ ਦੀ, ਪਨੀਰੀ ਹੈ ਇਹ ਬਾਣੀ ਅਤੇ ਬਾਣੇ ਦੇ ਪਿਆਰਾਂ ਦੀ, ਰਾਖੀ ਕਰ ਲਈਏ ਹੁਣ ਚੁੰਨੀਆਂ ਤੇ ਦਸਤਾਰਾਂ ਦੀ, ਕਰ ਲਈਏ ਸੰਭਾਲ ਸ਼ਹੀਦਾਂ ਦੇ ਪਰਿਵਾਰਾਂ ਦੀ, ਰਾਖੀ ਕਰ ਲਈਏ ਹੁਣ ਚੁੰਨੀਆਂ ਤੇ ਦਸਤਾਰਾਂ ਦੀ, ਰਾਖੀ ਕਰ ਲਈਏ ਚੁੰਨੀਆਂ ਤੇ। ਬਹੁਤ ਵਧੀਆ।
बहुत बढ़िया, बहुत बढ़िया, बहुत खूब। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ खालसा वाहेगुरु जी की फतेह जी। ਹੁਣ ਕਵੀ ਦਰਬਾਰ ਦੀ ਸਮਾਪਤੀ ਹੈ ਜੀ। ਬਾਕੀ ਦਾ ਦੂਜਾ ਭਾਗ ਆਪਾਂ ਕੱਲ ਨੂੰ ਕਰਾਂਗੇ। ਤੇ ਹੁਣ ਇਸ ਤੋਂ ਬਾਅਦ ਐਡਮਨ ਸਾਹਿਬ ਆਪਣਾ ਜਿਵੇਂ ਵੀ ਪ੍ਰੋਗਰਾਮ ਚਲਾਉਣਗੇ ਜੀ, ਬੱਚਿਆਂ ਨੂੰ ਕੀਰਤਨ ਲਈ ਸਮਾਂ ਦੇਣਾ, ਉਸ ਤੋਂ ਬਾਅਦ ਸਮਾਪਤੀ ਹੋਣੀ ਆ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ ਗੁਰਦੀਸ਼ ਕੌਰ ਗਰੇਵਾਲ ਜੀ ਤੇ ਸਮੂਹ ਕਵੀ ਜਿਨ੍ਹਾਂ ਨੇ ਇੰਨਾ ਸਹਿਯੋਗ ਕੀਤਾ ਇਸ ਕਵੀ ਦਰਬਾਰ ਦੇ ਵਿੱਚ। ਇਸ ਤੋਂ ਪਹਿਲਾਂ ਕਿ ਬੱਚੇ ਕੀਰਤਨ ਦੀ ਹਾਜ਼ਰੀ ਭਰਨ, ਮੇਰੀ ਬੇਨਤੀ ਹੈ ਸਾਡੇ ਕੋਲ ਸਾਡੇ ਬਹੁਤ ਸਤਿਕਾਰਯੋਗ ਡਾਕਟਰ ਕਾਬਲ ਸਿੰਘ, ਜਿਹੜਾ ਅੱਜ ਆਪਾਂ ਕਵੀ ਦਰਬਾਰ ਕੀਤਾ ਜੀ, ਇਹ ਆਪਣਾ ਜੂਨ 84 ਦੇ ਪੱਲੂ ਭਾਰੇ ਨੂੰ ਸਮਰਪਿਤ। ਉਹਦੇ ਬਾਰੇ ਤੁਸੀਂ ਕੋਈ ਆਪਣੇ ਵਿਚਾਰ ਦੇਣੇ ਚਾਹੁੰਦੇ ਹੋ, ਤੁਹਾਨੂੰ ਕੁਝ ਆਪਣੇ ਕਮੈਂਟ ਦੇਣੇ ਚਾਹੁੰਦੇ ਹੋ ਜੀ? ਧੰਨਵਾਦ ਵੀਰ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਵੀ ਦਰਬਾਰ ਇੰਨਾ ਚੰਗਾ ਸੀ ਜੀ ਕਿ ਇਹਦੇ 'ਚ ਬਸ ਅਸੀਂ ਸਭ ਦੇ ਵਾਹਿਗੁਰੂ ਤੇ ਕਿਰਪਾ ਅਰਦਾਸ ਹੀ ਕਰ ਸਕਦੇ ਹਾਂ ਕਿ ਇਹਨਾਂ ਕਵੀਆਂ ਤੇ ਆਪਣਾ ਹੱਥ ਰੱਖੇ। ਉਹ ਸਾਡੇ ਤੇ ਅੱਗੇ ਬਹੁਤ ਬਹੁਤ ਜ਼ਿਆਦਾ ਅੱਗੇ ਲਿਖਣ ਵਿੱਚ ਜਾਂ ਇਹਨਾਂ ਦੀ ਜਿਹੜੀ ਰੂਹ ਦੇ ਵਿੱਚ ਲਿਖਾਵਟਾਂ ਵਸੀਆਂ ਨੇ। ਸੋ ਸਾਡੇ ਤੋਂ ਤੇ ਅਸੀਂ ਜੀ ਇਹਨਾਂ ਦਾ ਧੰਨਵਾਦ ਹੀ ਕਰ ਸਕਦੇ ਹਾਂ ਕਿ ਸਾਡੇ ਵਰਗਿਆਂ ਨੂੰ, ਅਣਜਾਣ ਲੋਕਾਂ ਨੂੰ ਵੀ ਉਸ ਹਿਸਾਬ ਨਾਲ, ਤੇ ਅਸੀਂ ਅਨਪੜ੍ਹ ਹੀ ਹਾਂ ਜੀ, ਕਿ ਕੁਛ ਨਾ ਕੁਛ ਸਾਨੂੰ ਸੇਧ ਦਿੰਦੇ ਨੇ। ਤੇ ਮੇਰੇ ਖਿਆਲ ਹੈ ਜੀ ਆਪਾਂ ਕਵੀ ਦਰਬਾਰ ਦਾ ਜਦੋਂ ਗੱਲਬਾਤ ਕੀਤੀ ਸੀ ਤੇ ਬਹੁਤ ਆਈ ਥਿੰਕ ਮੇਰੇ ਖਿਆਲ 'ਚ ਵਧੀਆ ਉਪਰਾਲਾ ਜੀ, ਤੇ ਸਾਨੂੰ ਕਰਦੇ ਰਹਿਣਾ ਚਾਹੀਦਾ। ਤੇ ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਨੂੰ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਦੋ ਸ਼ਬਦ ਕਹਿਣਾ ਚਾਹੁੰਦਾ ਜੀ। ਜੀ ਹਾਂਜੀ, ਮੈਂ ਇਹ ਦੇਖਦਾ ਆ ਕਿ ਅੱਜ ਦਾ ਜਿਹੜਾ ਕਵੀ ਦਰਬਾਰ ਆ, ਇਹ ਕਾਵਿ ਕਲਾ ਦੀ ਬੜੀ ਸਿਖਰ ਆ, ਤੇ ਇਹਦੇ ਵਿੱਚ ਜਿਹੜਾ ਸਿਰਮੌਰ ਛੰਦ ਵਰਤਿਆ ਗਿਆ ਜ਼ਿਆਦਾ ਕਵੀਆਂ ਵੱਲੋਂ, ਪਿੰਗਲ ਦੇ ਆਧਾਰ ਤੇ ਕਵਿਤ ਛੰਦ ਨੂੰ ਕਾਫੀ ਪਹਿਲ ਦਿੱਤੀ ਗਈ ਹੈ, ਜਿਹੜਾ ਕਿ ਸਾਡਾ ਸਿਰਮੌਰ ਮੇਰਾ ਖਿਆਲ ਆ ਵੀ ਛੰਦਾਂ ਵਿੱਚੋਂ ਛੰਦ ਆ। ਤੇ ਬਾਕੀ ਬੀਬੀ ਜੀ ਸਰਜੀਤ ਕੌਰ ਜੀ ਨੇ ਜਿਹੜੇ ਕਵਿਤ ਦੇ ਨਾਲ ਨਾਲ ਭਵਾਨੀ ਛੰਦ ਵਿੱਚ ਮੇਰਾ ਖਿਆਲ ਆ ਵੀ ਉਹਨਾਂ ਨੇ ਆਪਣੀ ਇਹ ਰਚਨਾ ਰਚੀ ਆ, ਜਿਹੜੀ ਆਪਣੇ ਸੁਰੀਲੀ ਆਵਾਜ਼ ਵਿੱਚ ਸੁਣਾਈ ਆ, ਤੇ ਬਹੁਤ ਹੀ ਪਿਆਰਾ ਛੰਦ ਆ ਇਹ ਵੀ। ਤੇ ਇਹਦੇ ਵਿੱਚ ਇਹਨਾਂ ਨੇ ਆਪਣੇ ਇਹ ਕਲਾ ਦਾ ਪ੍ਰਦਰਸ਼ਨੀ ਕੀਤੀ ਆ। ਬਾਕੀ ਜਿਹੜੀਆਂ ਕਵੀਆਂ ਨੇ ਆਪਣੇ ਕਵਿਤ ਵਿੱਚ ਕਾਫੀਏ, ਕਾਮਯਾਬ ਕਾਫੀਏ ਵਰਤ ਕੇ ਇਹਦੇ ਇਤਿਹਾਸ ਨੂੰ ਵਰਣਨ ਕੀਤਾ, ਉਹ ਮੈਂ ਬਿਆਨ ਨਹੀਂ ਕਰ ਸਕਦਾ। ਇੰਨਾ ਆਨੰਦ ਆਇਆ, ਇੰਨਾ ਆਨੰਦ ਆਇਆ ਇਹਦੇ ਵਿੱਚ ਸੁਣ ਕੇ। ਤੇ ਇਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਮੈਂ ਭਾਵੁਕ ਹੋ ਗਿਆ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਤੁਹਾਡਾ ਇਹ ਜਿਹੜੇ ਕਮੈਂਟ ਸੀਗੇ ਬਹੁਤ ਸਲਾਹੁਣਯੋਗ ਸੀਗੇ ਜੀ, ਬਹੁਤ ਧੰਨਵਾਦ। ਸੋ ਮੇਰੀ ਬੇਨਤੀ ਹੈ ਜੀ ਡਾਕਟਰ ਸੁਰਜੀਤ ਸਿੰਘ ਭੱਟੀ ਜੀ, ਉਹ ਆਪਣੇ ਵਿਚਾਰ ਰੱਖਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਇਹ ਸਾਰੇ ਸੁਲਝੇ ਹੋਏ ਵਿਦਵਾਨਾਂ ਨੇ ਆਪਣੇ ਵਿਚਾਰ ਕਵਿਤਾ ਦੇ ਰੂਪ ਵਿੱਚ ਪੇਸ਼ ਕੀਤੇ ਨੇ। ਦਿਲ ਤੇ ਇਹਨਾਂ ਦਾ ਇੰਨਾ ਡੂੰਘਾ ਅਸਰ ਹੋਇਆ ਕਿ ਇਸ ਦੌਰਾਨ 2-3 ਵਾਰੀ ਸਾਡੇ ਅੱਖਾਂ 'ਚ ਪਾਣੀ ਆ ਗਿਆ ਔਰ ਗੱਲ ਕਰਨੀ ਇੱਕ ਦੂਸਰੇ ਨਾਲ ਔਖੀ ਹੋ ਗਈ। ਇਹ ਦੁਖਾਂਤ ਜਿਸ ਤਰ੍ਹਾਂ ਕਿ ਦੱਸਿਆ ਗਿਆ ਕਿ ਜਦ ਤੋਂ ਸਿੱਖ ਕੌਮ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਸਿੱਖ ਚੱਲ ਰਹੇ ਨੇ, ਕਦੀ ਅਬਦਾਲੀ ਤੇ ਕਦੀ ਮੀਰ ਮੰਨੂ ਤੇ ਕਦੀ ਅੰਗਰੇਜ਼ ਤੇ ਕਦੀ ਹਿੰਦੁਸਤਾਨ ਦੇ ਸਾਡੇ ਵੀਰ। ਸਿੱਖ ਕੌਮ ਨੂੰ ਕਦੀ ਵੀ ਕਿਸੇ ਨੇ ਬਰਦਾਸ਼ਤ ਨਹੀਂ ਕੀਤਾ, ਸਭ ਦੀਆਂ ਅੱਖਾਂ 'ਚ ਰੜਕਦੇ ਰਹੇ, ਕਿਉਂਕਿ ਇਹੀ ਉਹ ਲੋਕ ਸਨ ਜਿਹੜੀ ਗੁਰੂਆਂ ਦੀ ਬਾਣੀ ਔਰ ਸਿੱਖਿਆ ਦੇ ਅਨੁਸਾਰ ਚੱਲ ਕੇ ਜ਼ੁਲਮ ਦੇ ਔਰ ਅਨਿਆਏ ਦੇ ਖਿਲਾਫ ਲੜਨ ਦੀ ਜੁਰਤ ਰੱਖਦੇ ਸਨ। ਔਰ ਇਹ ਜੁਰਤ ਉਹਨਾਂ ਨੂੰ ਗੁਰੂ ਸਾਹਿਬਾਨ ਨੇ ਦਿੱਤੀ।
ਇਸ ਕਰਕੇ ਮੈਂ ਤਾਂ ਸਿਰਫ ਇੱਕ ਪ੍ਰਸ਼ੰਸਾ ਹੀ ਕਰ ਸਕਦਾ ਹਾਂ ਕਿ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਔਰ ਜਿਨ੍ਹਾਂ ਨੇ ਇਹਨੂੰ ਕੰਡਕਟ ਕੀਤਾ, ਸੰਚਾਲਨ ਕੀਤਾ ਔਰ ਜਿਨ੍ਹਾਂ ਨੇ ਇੱਥੇ ਕਵਿਤਾਵਾਂ ਪੜ੍ਹੀਆਂ ਨੇ, ਉਹ ਸਾਰੇ ਪ੍ਰਸ਼ੰਸਾ ਦੇ ਔਰ ਗੁਰੂ ਦੀ ਬਖਸ਼ਿਸ਼ ਦੇ ਹੱਕਦਾਰ ਨੇ। ਵਾਹਿਗੁਰੂ ਆਪ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ੇ ਔਰ ਇਹ ਸੰਮੇਲਨ, ਇਹ ਕਵੀ ਦਰਬਾਰ ਔਰ ਇਹ ਈ ਦੀਵਾਨ ਅੱਗੇ ਤੋਂ ਅੱਗੇ ਵਾਧਾ ਫੁੱਲਦਾ ਰਵੇ। ਇਸੇ ਅਰਦਾਸ ਦੇ ਨਾਲ ਫਤਿਹ ਬੁਲਾਣਾ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੀ ਬੇਨਤੀ ਹੈ ਜੀ, ਸੰਗਤ ਦੇ ਵਿੱਚੋਂ ਜੇ ਕੋਈ ਹੋਰ ਆਪਣੇ ਕਮੈਂਟ ਦੇਣਾ ਚਾਹੁੰਦਾ ਤਾਂ ਠੀਕ ਹੈ, ਨਹੀਂ ਤਾਂ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਈਏ। ਰਾਜਾ ਭਾਜੀ, ਤੁਸੀਂ ਕੁਝ ਕਹਿਣਾ ਚਾਹੁੰਦੇ? ਬਸ ਜੀ, ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ ਹੈ। ਤੁਸੀਂ ਸਭ ਨੇ ਧੰਨਵਾਦ ਕਰਤਾ ਹੈ। ਬਹੁਤ ਵਡਮੁੱਲੇ ਤੁਹਾਡੇ ਸਭ ਦੇ ਕਮੈਂਟਸ ਨੇ ਸਿਰ ਮੱਥੇ, ਔਰ ਜਿਹੜੇ ਕਵੀ ਜੁੜੇ ਨੇ ਇੰਡੀਆ ਤੋਂ, USA ਤੋਂ, BBC ਔਰ ਹੋਰ ਕੈਨੇਡਾ ਤੋਂ, ਥਾਵਾਂ ਤੋਂ, ਜਿੱਥੋਂ ਵੀ ਕੋਈ ਜੁੜਿਆ ਹੈ। ਜਿਸ ਤਰ੍ਹਾਂ ਆਪ ਸਭ ਨੇ ਪਹਿਲੇ ਜ਼ਿਕਰ ਕੀਤਾ ਹੈ ਕਿ ਕਵੀ ਦੀ ਜਿਹੜੀ ਕਲਮ ਹੈ, BBC ਨੇ ਵੀ ਇਸ ਬਾਰੇ ਜ਼ਿਕਰ ਕੀਤਾ ਹੈ ਕਿ ਉਹ ਸੱਚ ਔਰ ਹੱਕ ਦੇ ਵਾਸਤੇ ਉੱਠਣੀ ਚਾਹੀਦੀ ਹੈ। ਉਸ ਦੇ ਵਿੱਚ ਇੱਕ ਬਹੁਤ ਜ਼ੋਰ ਹੈ ਔਰ ਸਾਡਾ ਮਕਸਦ ਜਿਹੜਾ ਹੈ ਉਹ ਉਹਨਾਂ ਸ਼ਹੀਦਾਂ ਨੂੰ ਇੱਕ ਸ਼ਰਧਾਂਜਲੀ ਹੈ। ਉਸ ਦਾ ਕੋਈ ਹੋਰ ਮਕਸਦ ਨਹੀਂ ਹੈ, ਪਰ ਇਹ ਇੱਕ ਜ਼ਰੂਰੀ ਗੱਲ ਹੈ ਕਿ ਜਿਹੜੀ ਅੱਜ ਦੀ ਜਨਰੇਸ਼ਨ ਹੈ, ਕਿਉਂਕਿ ਦੇਖੋ ਅੱਜ ਉਸ ਦੇ ਵਿੱਚ ਇੱਕ 35 ਸਾਲ ਦਾ ਗੈਪ ਪੈ ਗਿਆ ਔਰ ਹਿਸਟਰੀ ਜਿਹੜੀ ਹੈ ਉਸ ਨੂੰ ਤੋੜ ਮਰੋੜ ਵੀ ਕੀਤਾ ਜਾ ਰਿਹਾ ਹੈ। ਸੋ ਸਾਡੇ ਵਾਸਤੇ ਇਹ ਇੰਪੈਰੇਟਿਵ ਹੈ, ਸਾਡੇ ਵਾਸਤੇ ਇਹ ਜ਼ਰੂਰੀ ਹੈ। ਸਾਡਾ ਇਹ ਫਰਜ਼ ਬਣਦਾ ਹੈ ਕਿ ਆਉਣ ਵਾਲੀਆਂ ਜਨਰੇਸ਼ਨਸ ਨੂੰ ਹਿਸਟਰੀ ਜਿਹੜੀ ਹੈ ਉਸ ਨੂੰ ਸਹੀ ਤਰੀਕੇ ਦੇ ਨਾਲ ਪੇਸ਼ ਕੀਤਾ ਜਾਵੇ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਕਿਸ ਕਿਸਮ ਦੀਆਂ ਤਾਕਤਾਂ ਜਿਹੜੀਆਂ ਨੇ ਉਹ ਕੌਮ ਨੂੰ ਕਮਜ਼ੋਰ ਕਰਨ ਵਾਸਤੇ ਅੰਦਰੋਂ ਵੀ ਔਰ ਬਾਹਰੋਂ ਵੀ ਹਰ ਵੇਲੇ ਲੱਗੀਆਂ ਹੋਈਆਂ ਨੇ। ਸੋ ਉਸ ਦਾ ਮਕਸਦ ਸਿਰਫ ਇਹ ਹੈ ਕਿ ਇੱਕ ਸਤਰਕ ਰਹਿ ਸਕੀਏ ਅਸੀਂ ਖੁਦ ਵੀ, ਔਰ ਆਉਣ ਵਾਲੀਆਂ ਜਨਰੇਸ਼ਨਸ ਨੂੰ ਵਾਰਨ ਕਰ ਸਕੀਏ ਟੂ ਆਲਵੇਜ਼ ਸਟੈਂਡ ਔਨ ਗਾਰਡ। ਔਰ ਜਦ ਤੱਕ ਅਸੀਂ ਖੁਦ ਔਰ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹ ਗੁਰੂ ਸਾਹਿਬ ਦੇ ਲੜ ਲੱਗੀਆਂ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੀਆਂ ਨੇ ਔਰ ਹੋਰ ਕਿਸੇ ਦੁਵੈਤ ਔਰ ਡੁਐਲਿਟੀ ਦੇ ਵਿੱਚ ਨਹੀਂ ਪੈ ਰਹੀਆਂ, ਕਿਸੇ ਹੋਰ ਦੇ ਮਗਰ ਨਹੀਂ ਜਾ ਰਹੀਆਂ, ਤੇ ਉਹਨਾਂ ਨੂੰ ਕਦੀ ਕੋਈ ਪ੍ਰੋਬਲਮ ਨਹੀਂ ਆਏਗੀ। ਪ੍ਰੋਬਲਮ ਉਦੋਂ ਹੀ ਆਉਂਦੀ ਹੈ ਜਿਸ ਵੇਲੇ ਅਸੀਂ ਗੁਰੂ ਦਾ ਦਰ ਛੱਡ ਕੇ ਹੋਰ ਦਰ ਜਿਹੜੇ ਨੇ ਉਹਨਾਂ ਦੇ ਮੂੰਹ ਵੱਲ ਵੇਖੀਦਾ ਹੈ। ਉਸ ਵੇਲੇ ਲੋਕੀ ਜਿਹੜੇ ਨੇ ਉਹ ਸੰਨ ਲਾ ਕੇ ਸਾਨੂੰ ਕਮਜ਼ੋਰ ਕਰਦੇ ਨੇ ਔਰ ਉਸ ਵੇਲੇ ਕੌਮ ਜਿਹੜੀ ਹੈ ਉਸਨੇ ਨੁਕਸਾਨ ਜਿਹੜਾ ਹੈ ਉਠਾਇਆ ਹੈ। ਸੋ ਕਵੀ ਜਿਹੜਾ ਹੈ ਉਸ ਦੀ ਕਲਮ ਦੇ ਵਿੱਚ, ਉਸ ਦੇ ਬੰਦ ਦੇ ਵਿੱਚ ਇੱਕ ਬੜੀ ਤਾਕਤ ਹੈ ਜਿਹੜੀ ਉਸ ਸੱਚਾਈ ਨੂੰ ਇੱਕ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਪੇਸ਼ ਕਰ ਸਕਦੀ ਹੈ। ਐਂਡ ਸੋ ਇਸ ਕਰਕੇ ਆਪ ਸਭ ਦਾ ਬਹੁਤ ਧੰਨਵਾਦ ਹੈ ਕਿ ਸੁਣ ਕੇ, ਜਿਸ ਤਰ੍ਹਾਂ ਪ੍ਰੋਫੈਸਰ ਭੱਟੀ ਨੇ ਵੀ ਕਿਹਾ ਕਿ ਸੁਣ ਕੇ ਅੱਖਾਂ ਜਿਹੜੀਆਂ ਸੀ ਉਹ ਨਮ ਹੋ ਗਈਆਂ, ਲੇਕਿਨ ਉਸ ਦੇ ਵਿੱਚ ਇੱਕ ਮਨ ਦੇ ਵਿੱਚ ਇੱਕ ਖੁਸ਼ੀ ਵੀ ਸੀ ਕਿ ਸਾਡੇ ਜਿਹੜੇ ਵੱਡੇ ਨੇ, ਸਾਡੇ ਜਿਹੜੇ ਕੌਮ ਦੇ ਯੰਗਸਟਰਸ ਨੇ, ਕਿਸੇ ਵੀ ਏਜ ਦੇ ਨੇ, ਉਹ ਆਪਣੀ ਜਿਹੜੀ ਉਹਨਾਂ ਦੀ ਕਾਬਲੀਅਤ ਹੈ, ਉਹਨਾਂ ਦੇ ਨੂੰ ਜਿਹੜੀ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਕਲਮ ਦੀ ਦਾਤ ਬਖਸ਼ੀ ਹੈ, ਉਸ ਨੂੰ ਠੀਕ ਪਰਪਸ ਵਾਸਤੇ ਯੂਜ਼ ਕਰ ਰਹੇ ਨੇ। ਸੋ ਇਹ ਬੜੀ ਇੱਕ ਜ਼ਰੂਰੀ ਚੀਜ਼ ਹੈ। ਇੱਕ ਵਾਰ ਫਿਰ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ। ਔਰ ਸੰਚਾਲਕ ਜਿਹੜੇ ਨੇ ਸਰਦਾਰ ਜਗਬੀਰ ਸਿੰਘ ਕੋਹਲੀ ਔਰ ਮਿਸਿਸ ਗੁਰਦੀਸ਼ ਕੌਰ ਗਰੇਵਾਲ, ਆਪ ਦਾ ਬਹੁਤ ਧੰਨਵਾਦ ਹੈ ਜੀ। ਬਹੁਤ ਸੁਚੱਜੇ ਢੰਗ ਨਾਲ ਤੁਸੀਂ ਇਸ ਨੂੰ ਕੰਡਕਟ ਕੀਤਾ ਔਰ ਸਾਰਿਆਂ ਨੂੰ ਹੱਲਾ ਦੇ ਕੇ ਜੋੜਿਆ ਹੈ। ਆਪ ਦਾ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ ਰਾਜਾ ਸਾਹਿਬ। ਵੇਖੋ ਜੀ, ਇਹ ਜੋ ਜੂਨ 84 ਦਾ ਘੱਲੂ ਘਰ ਹੈ, 37 ਸਾਲ ਬੀਤ ਗਏ ਨੇ। ਅਸੀਂ ਹਰ ਸਾਲ ਇਹ ਪੀੜਾ ਹੰਢਾਉਂਦੇ ਹਾਂ, ਹਰ ਸਾਲ ਅਸੀਂ ਇਹ ਦਰਦ ਜਿਹੜਾ ਆ ਜ਼ਿੰਦਗੀ ਦੇ ਨਾਲ ਨਾਲ ਇੱਕ ਜ਼ਖਮ ਬਣਿਆ ਆ, ਸਾਡੇ ਨਾਲ ਹੀ ਚੱਲਣਾ ਹੈ। ਸੱਚਾਈ ਇਹ ਹੈ ਕਿ ਜਿਹੜੀ ਫੌਜ ਨੇ ਇੱਕ ਸਟੇਟ ਦੇ ਵਿੱਚ ਸਭ ਤੋਂ ਵੱਡੇ ਤੇ ਉੱਚੇ ਧਰਮ ਸਥਾਨ ਤੇ ਜਿਹੜਾ ਇਹ ਹਮਲਾ ਕੀਤਾ ਸੀਗਾ, ਇਹ ਕਿਸੇ ਇੱਕ ਵਿਅਕਤੀ ਨੂੰ ਦਬਾਉਣ ਲਈ ਨਹੀਂ ਸੀ, ਕਿਸੇ ਇੱਕ ਵਿਅਕਤੀ ਨੂੰ ਮਾਰਨ ਲਈ ਨਹੀਂ ਸੀ। ਇਹ ਇੱਕ ਕੌਮ ਦੇ ਸਵੈਮਾਨ ਨੂੰ ਕੁਚਲਣ ਲਈ ਸੀ।
ਇਹ ਕਿਤੇ ਨਾ ਕਿਤੇ ਇੱਕ ਸ਼ਕਤੀ ਨੂੰ ਕੁਚਲਣ ਦੇ ਲਈ ਸੀ, ਕਿਤੇ ਨਾ ਕਿਤੇ ਕਹਿ ਸਕਦੇ ਹੋ ਕਿ ਇੱਕ ਦਸਤਾਰ ਨੂੰ ਹੱਥ ਪਾਇਆ ਗਿਆ ਸੀ। ਪਰ ਉਹ ਗੁਰੂ ਰਾਮਦਾਸ ਪਾਤਸ਼ਾਹ ਦਾ ਘਰ ਆ, ਜਿੱਥੇ ਕਈ ਆਏ, ਕਈ ਗਏ, ਕਈ ਹਮਲਾਵਰ ਹੋਏ। ਜਦੋਂ ਤੋਂ ਵੀ ਇਹ ਗੁਰੂ ਪਾਤਸ਼ਾਹ ਨੇ ਇਹਦੀ ਸਿਰਜਣਾ ਕੀਤੀ ਏ, ਉਦੋਂ ਤੋਂ ਲੱਗ ਕੇ ਹੁਣ ਤੱਕ ਕਈਆਂ ਨੇ ਹਮਲੇ ਕੀਤੇ ਨੇ, ਕਈਆਂ ਨੇ ਆਪਣੇ ਆਪ ਕੋਸ਼ਿਸ਼ਾਂ ਕੀਤੀਆਂ ਕਿ ਇਹ ਸਿੱਖ ਸਰੋਵਰ, ਅੰਮ੍ਰਿਤ ਦੀ ਦਾਤ ਤੇ ਸਿੱਖੀ ਜਿਹੜੀ ਜੀਵਨ ਆ, ਇਹਨੂੰ ਕਿਤੇ ਨਾ ਕਿਤੇ ਖਤਮ ਕੀਤਾ ਜਾ ਸਕੇ, ਪਰ ਜਿਹੜਾ ਕਦੀ ਵੀ ਸੰਭਵ ਨਾ ਹੀ ਹੋਇਆ ਤੇ ਨਾ ਹੀ ਹੋ ਸਕਦਾ। ਗੁਰੂ ਸਾਹਿਬ ਦਾ ਇਹ, ਗੁਰੂ ਰਾਮਦਾਸ ਪਾਤਸ਼ਾਹ ਦਾ ਇਹ ਦਰ ਆ, ਗੁਰੂ ਰਾਮਦਾਸ ਪਾਤਸ਼ਾਹ ਦਾ ਇਹ ਹਰਿਮੰਦਰ ਸਾਹਿਬ ਸੱਚਖੰਡ ਦਰਬਾਰ ਸਾਹਿਬ ਸਾਜਿਆ ਹੋਇਆ, ਜਿਹਦੇ ਮੁਕਾਬਲੇ ਤੇ ਹੋਰ ਨਾ ਹੀ ਕੁਝ ਹੋ ਸਕਦਾ ਤੇ ਨਾ ਹੀ ਹੋਵੇਗਾ। ਗੁਰੂ ਸਾਹਿਬ ਦਾ ਫਰਮਾਨ ਹੈ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਦਾਤੇ ਤਾਤੂ ਸੋਹਿਆ, ਵਸਦੀ ਸਗਣ ਅਪਾਰ ਅਨੂਪ ਰਾਮਦਾਸਪੁਰ, ਹਰ ਹਰ ਨਾਨਕ ਕਸਮਲ ਜਾਏ, ਨਾਇਓ ਰਾਮਦਾਸ ਸਰ। ਗੁਰੂ ਪਾਤਸ਼ਾਹ ਦੀ ਨਗਰੀ ਆ, ਇਹ ਇਸੇ ਤਰ੍ਹਾਂ ਹੀ ਵਸਦੀ ਰਹਿਣੀ ਹੈ, ਚੜ੍ਹਦੀ ਕਲਾ 'ਚ ਰਹਿਣੀ ਹੈ। ਜੁੜੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ।